जी का खालसा वाहिगुरू जी की फतेह। अस्सलाम वालेकुम आदाब अर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਪੋਰਟ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ नमो नमः। जी राज साहब जी आनू प्रोग्राम सचो सच विच बहुत शुक्रिया जी राज साहब। अज 29 अगस्त 2024 14 भादो नानकशाही संमत 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਟਸ ਕੇਬਲ ਦਲਫਿੰਗਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਅਟਲਾਂਟਾ ਜਾਰਜੀਆ ਤੋਂ ਸਰਦਾਰ ਮੁਖਵਿੰਦਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਸਿੱਖ ਕੌਮ ਦੀ ਜਿਹੜੀ ਪ੍ਰਾਪਤੀ ਹੈਗੀ ਹੈ ਖਾਲਿਸਤਾਨ ਦੀ ਜਿਹੜੀ ਹੈ ਉਸ ਬਾਰੇ ਉਹਨਾਂ ਨੇ ਅਰਦਾਸ ਤੇ ਬੇਨਤੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਮੁਖਵਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਜਿਹੜੀ ਇੱਕ ਬੜੀ ਹਿਰਦੇ ਵੈਦਿਕ ਖਬਰ ਜਿਹੜੀ ਹੈ ਉਹ ਤੁਹਾਨੂੰ ਸਾਨੂੰ ਮਿਲੀ ਹੈ ਜਿਹੜੀ ਕਿ ਵਾਪਰੀ ਹੈ। ਸੋ ਸਿੱਖ ਐਸੋਸੀਏਸ਼ਨ ਵੈਸਟ ਆਸਟ੍ਰੇਲੀਆ ਗੁਰਦੁਆਰਾ ਸਾਹਿਬ ਕੈਨਿੰਗ ਵੇਲ ਦੇ ਸਾਹਮਣੇ ਕਿਸੇ ਪਾਪੀ ਜੀਵ ਨੇ ਗੁਟਕਾ ਸਾਹਿਬ ਦੀ ਜਿਹੜੀ ਬੇਅਦਬੀ ਕੀਤੀ ਹੈ ਤੇ ਫਿਰ ਇਸ ਨੂੰ ਅਣਪਛਾਤੇ ਅਕਾਊਂਟ ਰਾਹੀਂ ਟਿਕਟੋਕ ਤੇ ਜਿਹੜਾ ਝਾੜ ਦਿੱਤਾ ਹੈ। ਸੋ ਇਸ ਅਪਮਾਨਜਨਕ ਜਿਹੜੀ ਵੀਡੀਓ ਦੇ ਸਾਹਮਣੇ ਆਉਂਦਿਆਂ ਹੀ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਫੈਲਿਆ ਹੈ ਔਰ ਫੌਰਨ ਆਸਟ੍ਰੇਲੀਆ ਫੈਡਰਲ ਪੁਲਿਸ ਅਤੇ ਸੰਬੰਧਿਤ ਅਧਿਕਾਰੀਆਂ ਕੋਲ ਜਿਹੜੀ ਹੈ ਇਸ ਨੂੰ ਰਿਪੋਰਟ ਕੀਤਾ ਗਿਆ ਔਰ ਸ਼ਾਮ 6 ਵਜੇ ਕੈਨਿੰਗ ਵੇਲ ਗੁਰਦੁਆਰਾ ਸਾਹਿਬ ਵਿੱਚ ਜਿਹੜੇ ਸਿੱਖ ਸੰਗਤਾਂ ਇਕੱਤਰ ਹੋਈਆਂ ਨੇ ਔਰ ਭਵਿੱਖ ਦੀ ਰਣਨੀਤੀ ਤੈਅ ਕਰਨ ਲਈ ਉਹਨਾਂ ਨੇ ਵਿਚਾਰਾਂ ਕੀਤੀਆਂ ਨੇ। ਸੋ ਇਸ ਸੰਬੰਧੀ ਕੈਨਿੰਗ ਵੇਲ ਗੁਰਦੁਆਰਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਸਿੱਖ ਗੁਰਦੁਆਰਾ ਪਰਥ ਅਤੇ ਸਿੱਖ ਕਾਉਂਸਲ ਆਫ ਵੈਸਟਰਨ ਆਸਟ੍ਰੇਲੀਆ ਵੱਲੋਂ ਪ੍ਰੈਸ ਜਿਹੜੀ ਆ ਰਿਲੀਜ਼ ਜਿਹੜੀਆਂ ਕਰਕੇ ਇਸ ਘਟਨਾ ਦੀ ਜਿਹੜੀ ਨਿਖੇਧੀ ਕੀਤੀ ਗਈ ਹੈ ਔਰ ਅਸੀਂ ਸਮਝਦੇ ਹਾਂ ਕਿ ਇਹ ਕਾਰਾ ਭਾਰਤੀ ਏਜੰਸੀਆਂ ਵੱਲੋਂ ਕਰਵਾਇਆ ਗਿਆ ਔਰ ਜਿਨ੍ਹਾਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੋਂ ਬਾਅਦ ਹੁਣ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਤੇ ਵੀ ਸਿੱਖਾਂ ਤੇ ਜਿਹੜਾ ਉਹਨਾਂ ਨੇ ਸਿੱਧਾ ਜਿਹੜਾ ਉਹ ਹਮਲਾ ਕੀਤਾ ਔਰ ਸਿੱਖ ਸੰਗਤਾਂ ਨੂੰ ਬੜੇ ਸੰਜਮ ਤੋਂ ਕੰਮ ਜਿਹੜਾ ਲੈਂਦੇ ਆ ਇਸ ਹਮਲੇ ਨੂੰ ਪਛਾੜਨ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੁੰਦੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਮੁਖਵਿੰਦਰ ਸਿੰਘ ਜਿਹੜੇ ਐਟਲਾਂਟਾ ਜਾਰਜੀਆ ਦੇ ਹੁਣ ਵਾਸੀ ਨੇ ਬਿਫੋਰ ਇੰਡੀਆਨਾ ਸਨ ਔਰ ਸਰ ਸੰਤੋਖ ਸਿੰਘ ਜਿਹੜੇ ਸਾਡੇ ਬਹੁਤ ਪਿਆਰੇ ਵੀਰ ਨੇ ਲੰਬੇ ਸਮੇਂ ਤੋਂ ਪੰਥਕ ਸੰਘਰਸ਼ ਦੇ ਵਿੱਚ ਵੀ ਨੇ। ਕਿਸੇ ਵੇਲੇ ਮਾਤਾ ਗੁਜਰੀ ਸਹਾਰਾ ਟਰਸਟ ਰਾਹੀਂ ਉਹਨਾਂ ਨੇ ਜੁਝਾਰੂ ਸਿੰਘਾਂ ਦੇ ਬੱਚੇ ਬੱਚੀਆਂ ਦੀ ਪਰਵਰਿਸ਼ ਸਾਂਭ ਸੰਭਾਲ ਦੇ ਉਦਮ ਕੀਤੇ ਸਨ। ਉਹਨਾਂ ਦੇ ਬ੍ਰਦਰ ਇਨ ਲਾਅ ਨੇ ਔਰ ਹੁਣ ਐਟਲਾਂਟਾ 'ਚ ਨਿਵਾਸ ਕਰਦੇ ਨੇ। ਬੜਾ ਪਿਆਰਾ ਪਰਿਵਾਰ ਹੈ ਉਹਨਾਂ ਦਾ ਔਰ ਸਾਡੇ ਐਟਲਾਂਟਾ ਦੌਰੇ ਦੇ ਦੌਰਾਨ ਉਹਨਾਂ ਨੇ ਜਿੱਥੇ ਟੀਵੀ 84 ਨੂੰ ਕੰਟਰੀਬਿਊਟ ਕੀਤਾ ਉੱਥੇ ਉਹ ਦੀਵਾਨਾਂ ਦੇ ਵਿੱਚ ਵੀ ਹਾਜ਼ਰ ਹੈ ਔਰ ਇਸ ਸਮੁੱਚੇ ਪਰਿਵਾਰ ਦੇ ਨਾਲ ਸਾਡਾ ਪਰਿਵਾਰਕ ਸੰਬੰਧ ਹੈ ਔਰ ਅਸੀਂ ਜਦੋਂ ਇੰਡੀਆਨਾ ਵੀ ਜਾਂਦੇ ਹਾਂ ਉਦੋਂ ਭਾਈ ਸੰਤੋਖ ਸਿੰਘ ਹੀ ਸਾਡੇ ਹੋਸਟ ਹੁੰਦੇ ਨੇ ਔਰ ਅਸੀਂ ਵੀਰ ਮੁਖਵਿੰਦਰ ਸਿੰਘ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਸਮੁੱਚੇ ਪਰਿਵਾਰ ਦਾ ਔਰ ਇਹ ਸਾਰੀ ਫੈਮਿਲੀ ਇੱਥੇ ਵੀ ਪਿੱਛੇ ਪੰਜਾਬ 'ਚ ਵੀ ਸੰਘਰਸ਼ ਦੇ ਨਾਲ ਕਮਿਟਡ ਹੈ ਪੂਰੀ ਤਰ੍ਹਾਂ ਔਰ ਹਰ ਪ੍ਰੋਟੈਸਟ ਦੇ ਵਿੱਚ ਹਰ ਥਾਂ
ਭਾਈ ਸੰਤੋਖ ਸਿੰਘ ਮੋਰਲੀਆਂ ਸਫਾਂ ਦੇ ਵਿੱਚ ਹੁੰਦੇ ਨੇ। ਸੋ ਸਮੁੱਚੇ ਪਰਿਵਾਰ ਦਾ ਹੀ ਬਹੁਤ ਬਹੁਤ ਧੰਨਵਾਦ। ਇਹ ਖਬਰ ਤਾਂ ਜਿਉਂ ਹੀ ਕੱਲ ਅਸੀਂ ਸ਼ੋਅ ਖਤਮ ਕਰਕੇ ਅਜੇ ਮੈਂ ਆਫਿਸ ਦੇ ਵਿੱਚ ਹੀ ਸੀ ਤੇ ਆਸਟ੍ਰੇਲੀਆ ਤੋਂ ਇਹ ਖਬਰ ਮਿਲੀ, ਦੁਖਦਾਈ ਖਬਰ, ਠੀਕ ਹਿਰਦੇ ਵੇਦਕ। ਕਿਉਂਕਿ ਜਦੋਂ ਅਸੀਂ ਪਿਛਲੇ ਦਿਨਾਂ 'ਚ ਕਿਸੇ ਨੇ ਲਿਖਿਆ ਸੀ ਕਿ ਦੁਨੀਆ 'ਚ ਹਰ ਇੱਕ ਦਾ ਜਨਮ ਹੁੰਦਾ ਹੈ ਤੇ ਐਂਡ ਹੁੰਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਐਸੇ ਨੇ ਜਿਨ੍ਹਾਂ ਦਾ ਸਿਰਫ ਪ੍ਰਕਾਸ਼ ਦਿਵਸ ਹੀ ਬਣਾਇਆ ਜਾਂਦਾ। ਹੁਣ 1 ਸਤੰਬਰ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਾ ਦਿਨ ਹੈ ਔਰ ਉਸ ਨੂੰ ਸੰਬੰਧਿਤ ਹੀ ਬਹੁਤ ਸਾਰੀਆਂ ਥਾਵਾਂ ਤੇ ਸਮਾਗਮ ਹੁੰਦੇ ਨੇ। ਸੋ ਜਦੋਂ ਅਸੀਂ ਅੰਗਰੇਜ਼ੀ ਦਾ ਲਫ਼ਜ਼ ਐਟਰਨਲ ਕਹਿੰਦੇ ਹਾਂ, ਪ੍ਰਕਾਸ਼ ਨੂਰ ਨੂੰ ਕਹਿੰਦੇ ਨੇ, ਲਾਈਟ ਨੂੰ ਕਹਿੰਦੇ ਨੇ, ਰੋਸ਼ਨੀ ਨੂੰ ਕਹਿੰਦੇ ਨੇ, ਔਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੀ ਹੁੰਦਾ ਜਿਹੜਾ ਪ੍ਰਕਾਸ਼ ਦਿਵਸ ਹੀ ਹੁੰਦਾ, ਕੋਈ ਹੋਰ ਦਿਨ ਨਹੀਂ ਹੁੰਦਾ। ਔਰ ਇਸੇ ਤਰ੍ਹਾਂ ਜਦੋਂ ਈਵਨ ਗੁਰੂ ਗ੍ਰੰਥ ਸਾਹਿਬ ਦਾ ਸਵੇਰੇ ਪ੍ਰਕਾਸ਼ ਹੁੰਦਾ ਹੈ, ਸ਼ਾਮ ਨੂੰ ਪੁਰਾਣਾ ਲਫ਼ਜ਼ ਤੇ ਸੰਤੋਖਣਾ ਕਹਿੰਦੇ ਸੀ, ਹੁਣ ਅਸੀਂ ਸੁਖ ਆਸਨ ਲਫ਼ਜ਼ ਇਸਤੇਮਾਲ ਕਰਦੇ ਤੇ ਇਹ ਜਿਹੜਾ ਐਟਰਨਲ ਹੈ ਹਮੇਸ਼ਾ ਹੀ। ਜਦੋਂ ਸ਼ਬਦ ਗੁਰੂ ਦੀ ਗੱਲ ਹੁੰਦੀ ਹੈ, ਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ 10 ਜਾਮਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਜੋਤ ਜਿਹੜੀ ਹੈ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਪ੍ਰਕਾਸ਼ਮਾਨ ਹੋਈ, ਜਿਸ ਨੂੰ ਭੱਟਾਂ ਨੇ ਆਪਣੀ ਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਰਜ ਬਾਣੀ ਦੇ ਵਿੱਚ ਫਰਮਾਇਆ, ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ। ਕਾਇਆ ਸਰੀਰ ਨੂੰ ਕਹਿੰਦੇ ਨੇ ਕਿ ਸਿਰਫ ਸਰੀਰ ਬਦਲੇ। ਗੁਰੂ ਨਾਨਕ ਸਾਹਿਬ ਤੋਂ ਭਾਈ ਲਹਿਣਾ ਜੀ ਜਿਹੜੇ ਗੁਰੂ ਅੰਗਦ ਬਣੇ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਤੇ ਫਿਰ ਕਲਗੀਧਰ ਪਾਤਸ਼ਾਹ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ। ਜੋਤ ਓਹਾ ਉਹੀ ਜੋਤ ਦੀ ਲਗਾਤਾਰਤਾ ਹੈ। ਜੁਗਤ ਸਾਏ ਜਿਹੜਾ ਵੇ ਆਫ ਲਾਈਫ, ਜਿਹੜੀ ਜੀਵਨ ਜਾਚ ਜਾਂ ਜੋ ਜੀਵਨ ਦਾ ਜਿਹੜਾ ਉਪਦੇਸ਼ ਦਿੱਤਾ ਉਹ ਵੀ ਉਹੀ ਹੈ, ਸਿਰਫ ਵਕਤ ਦੇ ਨਾਲ ਜਿਹੜਾ ਉਹਦੀ ਲਗਾਤਾਰਤਾ ਹੀ ਹੈ। ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ, ਸਿਰਫ ਕਾਇਆ ਬਦਲੀ, ਸਰੀਰ ਬਦਲਿਆ। ਔਰ ਇਹੀ ਗੱਲ ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਮੀਰੀ ਪੀਰੀ ਦੀਆਂ 2 ਤਲਵਾਰਾਂ ਬਾਬਾ ਬੁੱਢਾ ਜੀ ਨੇ ਸਜਾਈਆਂ, ਅਕਾਲ ਤਖਤ ਦੀ ਸਿਰਜਣਾ ਹੁੰਦੀ ਹੈ, ਤੇ ਉਹਦੇ 'ਚ ਵੀ ਜਦੋਂ ਭਾਈ ਗੁਰਦਾਸ ਜਿਹੜੇ ਜਿਨ੍ਹਾਂ ਨੇ ਪਹਿਲਾ ਸਰੂਪ ਜਿਹਨੂੰ ਅਸੀਂ ਆਦਿ ਬੀੜ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਾਂ, ਉਸ ਦੇ ਸਕ੍ਰਾਈਬ ਨੇ, ਲਿਖਾਰੀ ਨੇ, ਤੇ ਉਹਨਾਂ ਦੀ ਕਲਮ ਚੱਲੀ 5 ਪਿਆਲੇ 5 ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਹੁਣ ਇੱਥੇ ਵੀ ਲਫ਼ਜ਼ ਕਾਇਆ ਸਰੀਰ ਹੈ। ਕਿਸੇ ਨੂੰ ਇਹ ਭੁਲੇਖਾ ਨਾ ਹੋਏ ਕਿ ਪਹਿਲੇ 5 ਗੁਰੂ ਸਾਹਿਬਾਨ ਦੀ ਵਿਚਾਰਧਾਰਾ ਦੇ ਵਿੱਚ ਤਖਤ ਜਾਂ 2 ਤਲਵਾਰਾਂ ਜਾਂ ਦੂਸਰਾ ਨਹੀਂ ਸੀ। ਹਾਲਾਂਕਿ ਗੁਰਬਾਣੀ ਤਾਂ ਗੁਰੂ ਨਾਨਕ ਸਾਹਿਬ ਨੇ ਹੀ ਉਸ ਦੀ ਜਿਹੜੀ ਹੈ ਰਾਜਯੋਗ ਦਾ ਕਨਸੈਪਟ ਦਿੱਤਾ ਹੋਇਆ, ਪਰ ਕਿਉਂਕਿ ਵਿਜ਼ੀਬਲੀ ਉਸ ਨੂੰ ਇੰਸਟੀਟਿਊਸ਼ਨਲਾਈਜ਼ ਕਰਨਾ ਅਕਾਲ ਤਖਤ ਦੇ ਰੂਪ 'ਚ, ਮੀਰੀ ਪੀਰੀ ਦੇ ਰੂਪ 'ਚ, ਔਰ ਜਿੱਥੇ ਸੰਗਤ ਕਾਰ ਭੇਟ ਜਾਂ ਦਸਵੰਧ ਭੇਟ ਕਰਦੀ ਸੀ ਉੱਥੇ ਇਹ ਪਹਿਲਾ ਹੁਕਮਨਾਮਾ 6ਵੇਂ ਪਾਤਸ਼ਾਹ ਦਾ ਹੁੰਦਾ ਹੈ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ। ਸੋ ਇਹ ਕਿਸੇ ਨੂੰ ਭੁਲੇਖਾ ਨਾ ਹੋਏ ਕਿ ਪਹਿਲੇ ਗੁਰੂ ਸਾਹਿਬਾਨ ਦਾ ਜਿਹੜਾ ਉਪਦੇਸ਼ ਜਾਂ ਉਹਨਾਂ ਦਾ ਮੈਸੇਜ ਡਿਫਰੈਂਟ ਸੀ ਤੇ ਹੁਣ ਕੋਈ ਮੈਸੇਜ ਬਦਲਿਆ। ਸੋ ਉਹੀ ਜਿਹੜੇ ਨੇ ਰਾਏ ਸੱਤਾ ਤੇ ਬਲਵੰਡ, ਉਹਨਾਂ ਦੀ ਜਿਹੜੀ ਬਾਣੀ ਦੀ ਇਹ ਸੀ ਕਿ ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ, ਕਿ ਭਾਈ ਸਿਰਫ ਸਰੀਰ ਬਦਲਿਆ। ਸੋ ਇੱਥੇ ਵੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ, ਕਿ ਉਹੀ ਗੁਰੂ ਅਰਜਨ ਸਾਹਿਬ ਦੀ ਜੋਤ ਪ੍ਰਕਾਸ਼ਮਾਨ ਹੋਈ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਵਿੱਚ, ਔਰ ਉਹੀ ਕੰਟੀਨਿਊਟੀ ਹੈ। ਸੋ 10ਵੇਂ ਪਾਤਸ਼ਾਹ ਜੋਤੀ ਜੋਤ ਸਮਾਨ ਤੋਂ ਪਹਿਲਾਂ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਸ ਲਈ ਬੇਸ਼ੱਕ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਜਿਵੇਂ ਇੱਕ ਦੁਨਿਆਵੀ ਪਾਤਸ਼ਾਹਾਂ ਦੇ ਕੋਲ ਚਵਰ ਛਤਰ ਤਖਤ ਹੁੰਦਾ, ਅਸੀਂ ਰੂਹਾਨੀਅਤ ਦੀ ਦੁਨੀਆ ਦੇ ਪਾਤਸ਼ਾਹਾਂ ਦੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਉਹ ਚਵਰ ਛਤਰ ਤਖਤ ਦੇ ਮਾਲਕ ਨੇ। ਉਹਨਾਂ ਨੂੰ ਐਡਰੈਸ ਕਰਨ ਲੱਗੇ ਵੀ ਚਵਰ ਛਤਰ ਤਖਤ ਦੇ ਮਾਲਕ ਕਿਹਾ ਜਾਂਦਾ ਹੈ। ਔਰ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਰਮਾਇਆ ਕਿ ਹੁਣ ਤੋਂ ਬਾਅਦ ਕੋਈ ਸਰੀਰਕ
ਰੂਪ ਦੇ ਵਿੱਚ ਗੁਰੂ ਉਹ ਮਿਸ਼ਨ ਜੋ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਉਹ ਮੁਕੰਮਲ ਹੋ ਗਿਆ ਸੀ 1699 ਈਸਵੀ ਦੀ ਵਿਸਾਖੀ ਨੂੰ ਪੰਜ ਪਿਆਰਿਆਂ ਦੇ ਰੂਪ 'ਚ, ਜਿੱਥੇ ਮੀਰੀ ਔਰ ਪੀਰੀ ਟੁਗੈਦਰਨੈਸ ਦੇ ਨਾਲ ਆ ਜਾਂਦੇ ਨੇ, ਅਨਸੈਪਰੇਬਲ ਨੇ। ਬਹੁਤ ਵਾਰ ਮੈਨੂੰ ਇਹ ਲੱਗਦਾ ਹੁੰਦਾ ਸੀ ਜਿਹੜੇ ਪਹਿਲੇ ਸਾਡੇ ਰਬਾਬੀ ਜਿਹੜੇ ਢਾਡੀ ਬਣਦੇ ਨੇ ਭਾਈ ਨੱਥਾ ਤੇ ਅਬਦੁੱਲਾ, ਤੇ ਉਹਨਾਂ ਦੀ ਜਿਹੜੀ ਉਹਨਾਂ ਨੇ ਪਹਿਲੀ ਵਾਰ ਕਹੀ ਅਕਾਲ ਤਖਤ ਤੇ, ਤਾਂ ਉਹਨਾਂ ਕਿਹਾ ਸੀ ਉਸ ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਤੇ ਮੈਨੂੰ ਹਮੇਸ਼ਾ ਇਹ ਲੱਗਦਾ ਸੀ ਕਿ ਤਲਵਾਰਾਂ ਪਹਿਨੀਆਂ ਜਾਂਦੀਆਂ ਨੇ, ਇਹ ਬੱਧਣ ਦਾ ਕੀ ਕੰਮ ਹੈ? ਬੱਧਣਾ ਅਸੀਂ ਬੰਨਣ ਨੂੰ ਕਹਿੰਦੇ ਨੇ, ਬੱਝਣ ਨੂੰ ਕਹਿੰਦੇ ਨੇ। ਹੁਣ ਇਹ ਹੈ ਕਿ ਵੀ ਇਹ ਜਿਹੜੇ ਜਦੋਂ ਤਲਵਾਰਾਂ ਮੀਰੀ ਪੀਰੀ ਦੀਆਂ ਬੰਨਣ ਦੀ ਗੱਲ ਹੈ, ਇਹਦਾ ਮਤਲਬ ਇਹ ਹੈ ਕਿ ਸਿੱਖੀ ਫਲਸਫੇ ਦੇ ਵਿੱਚ, ਸਿੱਖੀ ਕਾਨਸੈਪਟ ਦੇ ਵਿੱਚ, ਸਿੱਖੀ ਸਿਧਾਂਤ ਦੇ ਵਿੱਚ ਮੀਰੀ ਤੇ ਪੀਰੀ ਇਨਸੈਪਰੇਬਲ ਨੇ, ਉਹਨਾਂ ਨੂੰ ਅੱਡ ਨਹੀਂ ਕੀਤਾ, ਇਹ ਬੰਨ ਦਿੱਤੀਆਂ। ਅਦਰਵਾਈਜ਼ ਯੋਧੇ ਉਸ ਤੋਂ ਪਹਿਲਾਂ ਵੀ ਹੋਏ ਨੇ ਉਸ ਸਾਰੇ ਖਿੱਤੇ ਦੇ ਵਿੱਚ, ਰਾਜਪੂਤ ਜਾਂ ਕਸ਼ਤਰੀ, ਉਹ ਆਪਣਾ ਔਰ ਕਿੰਨੇ ਉਹ ਨੇ ਜਿਹੜੀ ਬਹਾਦਰੀ ਦੇ ਨਾਲ ਲੜਨ ਵਾਲੇ ਸੀ, ਜਿਨ੍ਹਾਂ ਦੀਆਂ ਵਾਰਾਂ ਦੀਆਂ ਧੁਨੀਆਂ ਦੇ ਉੱਤੇ ਕਈ ਥਾਂ ਜਿਵੇਂ ਟੁੰਡੇ ਅਸਰਾਜੇ ਕੀ ਧੁਨੀ ਆਸਾ ਦੀ ਵਾਰ ਗਾਉਣ ਦਾ, ਜਾਂ ਦੂਸਰੀਆਂ ਕਿੰਨੀਆਂ ਧੁਨੀਆਂ ਨੇ, 22 ਦੇ ਕਰੀਬ ਧੁਨੀਆਂ ਨੇ, ਲੇਕਿਨ ਉਹ ਇੱਕ ਜਲਵਾ ਹੁੰਦਾ ਸੀ। ਫਿਰ ਉਹੀ ਇੱਥੇ ਫॉर ਐਵਰ ਮੀਰੀ ਤੇ ਪੀਰੀ ਬੰਨ ਦਿੱਤਾ। ਔਰ ਇਹੀ ਜਦੋਂ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ, ਪੰਜ ਕਕਾਰੀ ਰੂਪ 'ਚ ਗੁਰੂ ਨੇ ਖਾਲਸੇ ਨੂੰ ਇਸ ਧਰਤੀ ਦੇ ਉੱਤੇ ਅਕਾਲ ਪੁਰਖ ਕੀ ਫੌਜ ਦੇ ਰੂਪ ਦੇ ਵਿੱਚ ਸਟੈਂਪ ਕੀਤਾ, ਤੇ ਫਿਰ ਹਰ ਸਿੱਖ ਦੇ ਗਾਤਰੇ ਕਿਰਪਾਨ ਕਿਰਪਾ ਤੇ ਆਨ, ਜਿਹੜੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਵਿਆਖਿਆ ਕਰਦੇ ਸਨ, ਉਸ ਦੇ ਨਾਲ ਖਾਲਸਾ ਜਿੱਥੇ ਇਹ ਫਰਮਾਨ ਹੋਇਆ ਕਿ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ, ਕਿ ਇੱਕ ਅਕਾਲ ਪੁਰਖ ਤੋਂ ਬਿਨਾ ਕਿਸੇ ਤੇ ਹੋਰ ਅਮਨਾ ਨਹੀਂ ਲਿਆਣੀ। ਜਿੱਥੇ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਇਹ ਜਿਹੜੀ ਹੈ ਜਾਗਤ ਜੋਤ ਦੇ ਨਾਲ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੇ, ਮਤ ਗੌਰ ਮੜੀ ਮਠ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਨੈਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਣਾ। ਕਿ ਜਾਗਤ ਜੋਤ ਜਪੈ ਨਿਸਬਾਸਰ, ਇੱਕ ਅਕਾਲ ਪੁਰਖ ਨਿਸਬਾਸਰ ਦਿਨ ਰਾਤ, ਕਿ ਖਾਲਸੇ ਨੇ ਸਿਰਫ ਤੇ ਸਿਰਫ ਉਸ ਜਾਗਤ ਜੋਤ ਦੀ ਆਰਾਧਨਾ ਕਰਨੀ ਹੈ, ਉਸ ਦੇ ਨਾਲ ਜੁੜਨਾ ਹੈ। ਕੋਈ ਮੜੀਆਂ, ਕੋਈ ਕਬਰਾਂ, ਕੋਈ ਮੱਠ, ਕੋਈ ਮੰਦਰ, ਕੋਈ ਸ਼ਿਵਾਲੇ, ਕੋਈ ਧਰਮਸ਼ਾਲਾਵਾਂ ਇਹਨਾਂ ਦੀਆਂ, ਠਾਕਰਾਂ ਦੀਆਂ, ਜੋਗੀਆਂ ਦੀਆਂ, ਇਹਦੇ ਅੱਗੇ ਕਦੇ ਸਿਰ ਨਹੀਂ ਝੁਕਾਣਾ ਹੈ। ਔਰ ਇਹੀ ਖਾਲਸੇ ਨੂੰ ਗੁਰੂ ਨੇ ਜਿੱਥੇ ਇੱਕ ਅਕਾਲ ਪੁਰਖ ਨਾਲ ਜੋੜਿਆ, ਔਰ ਪਰਚਾ ਸ਼ਬਦ ਕਾ, ਕਿ ਫਾਈਨਲੀ ਸਾਡੇ ਸਾਰੇ ਜਿੰਨੇ ਸ਼ੰਕੇ ਨੇ ਮਨ ਦੇ ਅੰਦਰ, ਰੂਹਾਨੀਅਤ ਨਾਲ ਜੁੜੇ ਹੋਏ, ਮਾਨਸਿਕਤਾ ਨਾਲ ਜੁੜੇ ਹੋਏ, ਦੁਨੀਆਦਾਰੀ ਨਾਲ ਜੁੜੇ ਹੋਏ, ਉਸ ਦੇ ਲਈ ਜਿਹੜਾ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਹੀ ਅਗਵਾਈ ਲੈਣੀ ਹੈ। ਔਰ ਇਸ ਨੂੰ ਅਸੀਂ ਰਿਪੀਟ ਕਰਦੇ ਹਾਂ ਜਦੋਂ ਵੀ ਅਰਦਾਸ ਮੁੱਕਦੀ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ। ਕਿ ਹਾਂ, ਕਿ ਜਿਸ ਦੇ ਅੰਦਰ ਇਹ ਤਾਂ ਗਏ ਚਾਹਨਾ ਹੈ ਕਿ ਰੱਬ ਨੇ ਕਿਵੇਂ ਮਿਲਣਾ, ਰੱਬ ਦੇ ਨਾਲ ਕਿਵੇਂ ਮੁਲਾਕਾਤ ਹੋਏ, ਰੱਬ ਦੇ ਨਾਲ ਕਿਵੇਂ ਕੁਰਬਤ ਹੋਏ, ਖੋਜ ਸ਼ਬਦ ਮੈਲੇ। ਹੁਣ ਖੋਜ ਹੈ ਸ਼ਬਦ ਦੇ ਨਾਲ ਜੁੜ ਜਾਣਾ, ਸ਼ਬਦ ਦੇ ਵਿੱਚ ਅਭੇਦ ਹੋ ਜਾਣਾ, ਸ਼ਬਦ ਦੇ ਅੰਦਰ ਰਚ ਮਿਚ ਜਾਣਾ, ਸ਼ਬਦ ਤੁਹਾਡਾ ਇਵੇਂ ਬਣ ਜਾਏ ਕਿ ਗੁਰਮੁਖ ਰੋਮ ਰੋਮ ਹਰ ਤੇ ਆਵੇ, ਤੁਹਾਡੇ ਹਰ ਰੋਮ ਚੋਂ, ਹਰ ਤੁਹਾਡੇ ਸਰੀਰ ਦੇ ਵਾਲ ਚੋਂ ਵਾਹਿਗੁਰੂ ਦੀ ਧੁਨੀ ਗੂੰਜੇ। ਔਰ ਇਹ ਹੈ ਪਰ ਨਾਲ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਕੋਏ, ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਹੋਏ। ਇਹ ਪੀਰੀ ਤੇ ਮੀਰੀ, ਜਿਸ ਨੂੰ ਦੋ ਤਲਵਾਰੀ ਬੱਧੀਆਂ ਭਾਈ ਨੱਥੇ ਤੇ ਅਬਦੁੱਲੇ ਨੇ ਕਿਹਾ ਸੀ, ਉਸ ਨੂੰ ਇਸ ਫਾਰਮ ਦੇ ਵਿੱਚ ਪ੍ਰਗਟ ਕੀਤਾ। ਔਰ ਸਾਡਾ ਇਤਿਹਾਸ 1708 ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ। ਅਸੀਂ ਦੇਖਿਆ ਕਿ ਹਰ ਪੀਰੀਅਡ ਦੇ ਵਿੱਚ ਜਦੋਂ ਵੀ, ਕਿਉਂਕਿ ਜਦੋਂ ਦੁਸ਼ਮਣ ਨੇ ਹਮਲਾ ਕੀਤਾ, ਅਟੈਕ ਕੀਤਾ, ਦੋਨਾਂ ਨੂੰ ਉਹਨਾਂ ਨੇ ਟਾਰਗੇਟ ਕੀਤਾ, ਦੋਨਾਂ ਦੇ ਉੱਤੇ ਹਮਲਾਵਰ ਹੋਈ। ਉਹ ਭਾਵੇਂ ਮੁਗਲਿਆ ਹਕੂਮਤ ਸੀ, ਅੰਗਰੇਜ਼ਾਂ ਨੇ ਇੱਕ ਵੱਖਰੇ ਢੰਗ ਦੇ ਨਾਲ ਉਸ ਨੂੰ
ਜਿਹੜਾ ਹੈਂਡਲ ਕੀਤਾ ਹੈ ਜਾਂ ਉਹ ਸਿੱਖਾਂ ਨੂੰ ਸਬਡਿਊ ਕੀਤਾ ਹੈ। ਔਰ ਪਿਛਲੇ 77 ਸਾਲਾਂ ਤੋਂ ਜੇ ਹਿੰਦੂ ਤਵੀ ਬ੍ਰਾਹਮਣਵਾਦੀ ਹਾਕਮਾਂ ਵੱਲ ਦੇਖੀਏ ਤੇ ਇਹਨਾਂ ਨੇ ਪਹਿਲੇ ਦਿਨ ਤੋਂ ਹੀ ਬਿਲਕੁਲ ਕਲੀਅਰਲੀ ਬ੍ਰਾਹਮਣ ਨੂੰ ਬਿਲਕੁਲ ਚੰਗੀ ਤਰ੍ਹਾਂ ਪਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਜਿਹਨੂੰ ਕਦੇ ਇਹਨਾਂ ਨੇ ਆਪਣੇ 'ਚ ਸਿੱਖਾਂ ਨੂੰ ਲੈਣ ਲਈ ਇਹ ਵੀ ਆਫਰ ਕੀਤਾ ਸੀ ਕਿ ਜੀ ਜੇ ਸਿੱਖ ਚਾਹਣ ਤੇ ਅਸੀਂ ਇਸ ਨੂੰ 5ਵੇਂ ਵੇਦ ਦਾ ਦਰਜਾ ਦੇ ਸਕਦੇ ਹਾਂ। ਔਰ ਇਹ ਤੁਸੀਂ ਜਦੋਂ ਪੰਜਾਬੀ ਸੂਬਾ ਮੂਵਮੈਂਟ ਦੇ ਵੇਲੇ ਦੇਖੋ ਇਸ ਕਿਸਮ ਦੇ ਆਫਰ ਸੀ ਕਿ ਜੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ 5ਵਾਂ ਵੇਦ ਮੰਨ ਲੈਨੇ, ਪੰਜਾਬੀ ਨੂੰ ਵੀ ਅਸੀਂ ਆਪਣੀ ਮਾਂ ਬੋਲੀ ਮੰਨ ਲੈਨੇ, ਪਰ ਤੁਸੀਂ ਉਹਨੂੰ ਦੇਵਨਾਗਰੀ ਲਿਪੀ ਦੇ ਵਿੱਚ ਲਿਖਣਾ ਕਬੂਲ ਕਰ ਲਓ। ਸੋ ਮਤਲਬ ਜਜ਼ਬ ਕਰਨ ਦੀ ਲਾਈਨ ਸੀ। ਪਰ ਕਿਉਂਕਿ ਸਿੱਖ ਇਹਨਾਂ ਦੇ ਲਈ ਇੱਕ ਵੱਡਾ ਚੈਲੰਜ ਸਨ ਇਹਨਾਂ ਦੇ ਜ਼ਿਹਨ ਦੇ, ਇਸ ਲਈ ਇਹਨਾਂ ਨੇ ਦੋਨੋਂ ਹੀ ਹਮਲੇ ਜਿਹੜੇ ਨੇ 47 ਤੋਂ ਬਾਅਦ ਸਾਈਮਲਟੇਨੀਅਸਲੀ ਕੀਤੇ। ਕ੍ਰਿਮੀਨਲ ਟ੍ਰਾਈਬਲ ਆਣਨਾ ਸਿੱਖਾਂ ਨੂੰ, ਜ਼ਰਾਇਮ ਪੇਸ਼ਾ ਕਬੀਲਾ ਜਿਹੜਾ 10 ਅਕਤੂਬਰ 1947 ਨੂੰ ਉਹਨਾਂ ਦਾ ਸਰਕੂਲਰ ਹੈ। ਤੇ ਜਦੋਂ ਅਸੀਂ ਇਹ ਨਿਰੰਕਾਰੀ, ਨਾਮਧਾਰੀ, ਕੂਕੇ ਔਰ ਬਾਅਦ ਦੇ ਵਿੱਚ ਸੌਦਾ ਸਾਧ ਜਾਂ ਦੂਜਾ ਦੇਖਦੇ ਹੋ, ਇਹਨਾਂ ਦਾ 1950 ਤੋਂ ਹੀ ਦਿੱਲੀ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ ਨਿਰੰਕਾਰੀ ਕਾਲੋਨੀਆਂ ਜਿਹੜਾ ਇੱਕ ਕੱਢਿਆ ਹੋਇਆ ਸੀ ਅਸਲੀ ਨਿਰੰਕਾਰੀਆਂ ਵੱਲੋਂ, ਅਵਤਾਰ ਸਿੰਘ ਨਾਂ ਦਾ ਸ਼ਰਾਬੀ ਜਿਹੜਾ ਸ਼ਰਾਬ ਪੀ ਕੇ ਉਹਨਾਂ ਦੇ ਚੱਕਰੀ ਬਾਜ਼ਾਰ ਰਾਵਲਪਿੰਡੀ ਦੇ ਵਿੱਚ ਇਹਨਾਂ ਦਾ ਨਿਰੰਕਾਰੀ ਦਰਬਾਰ ਸੀ, ਜਿਹਨੂੰ ਕਦੇ ਬਹੁਤ ਚੰਗੇ ਢੰਗ ਨਾਲ ਬਾਬਾ ਦਰਬਾਰਾ ਸਿੰਘ ਔਰ ਉਹਨਾਂ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਨੰਦ ਕਾਰਜ ਪੋਪੂਲਰ ਕੀਤੇ ਉਹਨਾਂ ਨੂੰ ਸ਼ੁਰੂ ਕੀਤਾ। ਇਸ ਲਈ ਅਸਲੀ ਨਿਰੰਕਾਰੀ ਤੇ ਨਕਲੀ ਨਿਰੰਕਾਰੀ ਇਹ ਦੋ ਲਫ਼ਜ਼ ਵਰਤੇ ਜਾਂਦੇ ਨੇ। ਅਸਲੀ ਨਿਰੰਕਾਰੀ ਤਾਂ ਇਸ ਆਸ਼ੇ ਦੇ ਨਾਲ ਹੀ ਕਿ ਕੋਈ ਬੁੱਤ ਪ੍ਰਸਤੀ ਦੀ ਥਾਂ ਨਹੀਂ ਹੈ, ਔਰ ਉਹ ਜਦੋਂ ਬੈਠਦੇ ਸੀ ਕੀਰਤਨ ਦੇ ਵਿੱਚ ਧੰਨ ਨਿਰੰਕਾਰ, ਤੂੰ ਨਿਰੰਕਾਰ, ਇਹ ਧੁਨ ਜਿਹੜੀ ਹੈ ਉਹ ਲੱਗਦੀ ਸੀ। ਤੇ ਆਮ ਲੋਕ ਕਿਉਂਕਿ ਉਹ ਨਿਰੰਕਾਰ ਦਾ ਮਤਲਬ ਨਿਰਾਕਾਰ ਕਿ ਉਸ ਰੱਬ ਦਾ ਜਿਹੜਾ ਉਹ ਮੂਰਤੀ ਜਾਂ ਬੁੱਤਾਂ ਦੇ ਵਿੱਚ ਉਹ ਨਹੀਂ ਹੈ, ਸੋ ਉਹ ਅਸਲ ਦੇ ਵਿੱਚ ਉਸ ਦੀ ਸ਼ੁਰੂਆਤ ਸੀ 19ਵੀਂ ਸਦੀ ਦੇ ਦੂਸਰੇ ਅੱਧ ਦੇ ਵਿੱਚ। ਉਹਨਾਂ ਨੇ ਇੱਕ ਰਿਫਾਰਮ ਮੂਵਮੈਂਟ ਦੇ ਤੌਰ ਤੇ ਕੰਮ ਕੀਤਾ। ਪਰ ਤੁਸੀਂ ਦੇਖੋਗੇ ਕਿ 1950 ਦੇ ਵਿੱਚ ਇਹਨਾਂ ਨੂੰ ਫਿਰ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ, ਔਰ ਇਹਨਾਂ ਦੇ ਕੋਲ ਡਿਪਲੋਮੈਟਿਕ ਪਾਸਪੋਰਟ ਸੀ, ਫ੍ਰੀ ਥਰੋਵੇ ਪ੍ਰਾਈਸਿਸ ਤੇ ਇਹਨਾਂ ਨੂੰ ਜ਼ਮੀਨਾਂ ਦਿੱਤੀਆਂ ਗਈਆਂ। ਦਿੱਲੀ ਦੇ ਵਿੱਚ ਇਹਨਾਂ ਦਾ ਪਾਰਟ, ਔਰ ਤੁਸੀਂ ਪੰਜਾਬ 'ਚ ਤਾਂ ਸਿੱਖਾਂ ਨੂੰ ਉਦੋਂ ਹੀ ਸਮਝ ਆਇਆ ਜਦੋਂ 13 ਅਪ੍ਰੈਲ 1978 ਨੂੰ ਅੰਮ੍ਰਿਤਸਰ ਦਾ ਸਾਕਾ ਇਹਨਾਂ ਨਰਕਧਾਰੀਆਂ ਨੇ ਵਰਤਾਇਆ। ਔਰ ਉਦੋਂ ਤੱਕ ਅੱਜ ਵੀ ਤੁਸੀਂ ਦੇਖੋਗੇ ਕਿ ਪੰਜਾਬ ਦੇ ਹਰ ਵੱਡੇ ਸ਼ਹਿਰ 'ਚ ਵੱਡੇ ਵੱਡੇ ਨਿਰੰਕਾਰੀ ਭਵਨ ਔਰ ਦੂਜੇ ਖੜੇ ਕੀਤੇ ਗਏ ਜਿਹੜੇ ਕਦੇ ਕਿਸੇ ਨੇ ਨਹੀਂ ਦੇਖਿਆ ਹੋਏਗਾ ਕਿ ਕਿੱਥੋਂ ਇਹ ਪੈਸਾ ਆਇਆ, ਕਿਹਨੇ ਦਿੱਤਾ, ਕਿਹਨੇ ਐਸਟੈਬਲਿਸ਼ ਕੀਤਾ। ਔਰ ਉਹ ਤੁਸੀਂ ਲਗਾਤਾਰਤਾ ਨਾਲ ਜਦੋਂ ਇਹਨਾਂ ਦੇ ਸੋ ਕਾਲਡ ਸਮਾਗਮ ਹੁੰਦੇ ਨੇ, ਕਿਵੇਂ ਗਵਰਨਮੈਂਟ ਪ੍ਰੋਟੈਕਸ਼ਨ ਹੁੰਦੀ ਹੈ, ਕਿਵੇਂ ਦੁਨੀਆ ਭਰ 'ਚ ਇਹਨਾਂ ਨੂੰ ਸਿੱਖਾਂ ਦੇ ਸਿਰ ਦੇ ਉੱਤੇ ਥੋਪਿਆ। ਰਾਧਾ ਸੁਆਮੀ ਬੜੇ ਕੁਆਇਟ ਢੰਗ ਨਾਲ ਲੱਗੇ ਹੋਏ ਨੇ, ਲੱਗਦਾ ਵੀ ਕਨਫਰੰਟੇਸ਼ਨਲਿਸਟ ਨਹੀਂ ਨੇ, ਪਰ ਸਿੱਖੀ ਦੀਆਂ ਜੜ੍ਹਾਂ 'ਚ ਪੂਰਾ ਤੇਲ ਦੇ ਰਹੇ ਨੇ। ਔਰ ਇਹ ਬਿਲਕੁਲ ਉਵੇਂ ਹੀ ਜਿਵੇਂ ਨਿਰੰਕਾਰੀਆਂ ਦਾ ਦਿੱਲੀ, ਫਿਰ ਕਾਨਪੁਰ ਤੇ ਦੂਜਿਆਂ ਦੇ ਵਿੱਚ ਵੱਡੇ ਡੇਰੇ, ਬਾਅਦ 'ਚ ਪੰਜਾਬ 'ਚ ਸਿੱਧੇ ਤੌਰ ਤੇ ਰਾਧਾ ਸੁਆਮੀਆਂ ਨੂੰ ਲਿਆ ਕੇ ਇਹਨਾਂ ਨੇ ਬਿਆਸ ਬਿਠਾਇਆ ਹੋਇਆ ਮਾਝੇ ਦੀ ਧੁੰਨੀ 'ਚ, ਦੁਆਬੇ ਦੇ ਵਿੱਚ ਲਿਆ ਕੇ ਇਹਨਾਂ ਨੇ ਜਿਵੇਂ 1985 ਦੇ ਨੇੜੇ ਤੇੜੇ ਆਸ਼ੂਤੋਸ਼ ਨੂੰ ਲਿਆਂਦਾ, ਭਨਿਆਰਾ ਵੀ ਦੁਆਬੇ ਦੇ ਵਿੱਚ ਖੜਾ ਕੀਤਾ। ਔਰ ਮਾਲਵੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਹੜਾ ਉਹ ਰਾਜਸਥਾਨ ਦਾ ਜੰਮਪਲ, ਪਰ ਉਸ ਦਾ ਜਿਹੜਾ ਦਾਇਰਾਕਾਰ ਹਰਿਆਣੇ ਦੇ ਸਿਰਸੇ ਤੋਂ ਲੈ ਕੇ ਮਾਲਵਾ ਤੇ ਰਾਜਸਥਾਨ ਤੱਕ, ਔਰ ਕਿਵੇਂ ਉਹਨੂੰ ਫਰਲੋ ਔਰ ਪੈਰੋਲ ਜਿਹੜਾ ਇੱਕ ਮਰਡਰ ਔਰ ਰੇਪਿਸਟ ਸੌਦਾ ਸਾਧ ਹੈ ਉਹਨੂੰ ਕਿਵੇਂ ਪ੍ਰਮੋਟ ਕੀਤਾ ਔਰ ਕਿਵੇਂ ਹਕੂਮਤਾਂ ਖੜੀਆਂ ਨੇ। ਇਹ ਮੈਂ ਬੈਕਗਰਾਉਂਡ ਇਸ ਲਈ ਦੇ ਰਿਹਾ ਕਿ ਜਦੋਂ ਕਿਤੇ ਜਿਹੜੀ ਘਟਨਾ ਆਸਟ੍ਰੇਲੀਆ ਦੀ ਜਿਹਦਾ ਤੁਸੀਂ ਜ਼ਿਕਰ ਕੀਤਾ, ਔਰ ਜਿਵੇਂ ਕੱਲ ਸ਼ਾਮ ਇੱਥੋਂ ਸਟੂਡੀਓ 'ਚੋਂ ਆਫਿਸ ਜਾਂਦਿਆਂ ਹੀ ਇਹ ਖਬਰ ਸੀ ਕਿ ਵੈਸਟਰਨ ਆਸਟ੍ਰੇਲੀਆ ਦੇ ਗੁਰਦੁਆਰਾ ਸਾਹਿਬ ਸਿੱਖਸ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ, ਇਹ ਕੈਨਿੰਗਵਿਲ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਔਰ ਉਸ ਦੀ ਹਦੂਦ ਦੇ ਬਿਲਕੁਲ ਨੇੜੇ, ਔਰ ਇਹ ਜਿਹੜੀ ਇੰਟਰਸੈਕਸ਼ਨ ਹੈ ਨਿਕਲਸਨ ਰੋਡ ਤੇ ਸ਼ਰੀਵ ਰੋਡ, ਉਸ ਦੇ ਉੱਤੇ ਜਿਹੜਾ ਕਿਸੇ ਪਾਪੀ ਨੇ ਜਿਹੜਾ ਗੁਰਬਾਣੀ ਦਾ ਗੁਟਕਾ, ਸੁੰਦਰ ਗੁਟਕਾ, ਉਸ ਨੂੰ ਬੇਅਦਬ ਕੀਤਾ। ਔਰ ਬਾਅਦ ਦੇ ਵਿੱਚ ਜਿਹੜੀ ਹੈ ਉਸ ਨੂੰ ਈਵਨ ਟਾਇਲਟ 'ਚ ਜਾ ਕੇ ਕਿਵੇਂ ਅੰਗ ਪਾੜ ਕੇ ਉਸ ਨੂੰ ਫਲਸ਼ ਕੀਤਾ, ਔਰ ਉਸ ਦੀ ਟਿਕਟੌਕ ਬਣਾ ਕੇ ਜਾਲੀ ਅਕਾਊਂਟ ਰਾਹੀਂ ਉਸ ਨੂੰ ਅਪਲੋਡ ਵੀ ਕੀਤਾ। ਇਹ ਖਬਰ ਜਿਉਂ ਹੀ ਫੈਲਦੀ ਹੈ, ਔਰ ਇਸ ਦੀ ਟਾਈਮ ਲਾਈਨ ਵੀ ਸਾਨੂੰ ਵੀਰਾਂ ਨੇ ਐਗਜ਼ੈਕਟਲੀ ਲਿਖ ਕੇ ਭੇਜੀ ਹੈ ਕਿ ਵੀ ਇਹ ਘਟਨਾ ਜਿਹੜੀ ਹੈ, ਇਹ ਵੀਡੀਓ ਇਸ ਅਟੈਕ ਦੀ ਸੋਸ਼ਲ ਮੀਡੀਆ ਤੇ
ਇਹ ਸਵੇਰੇ 6:30 ਵਜੇ ਐਪੀਅਰ ਹੁੰਦੀ ਹੈ। ਜੀ 7:30 ਵਜੇ ਫੌਰਨ ਆਸਟ੍ਰੇਲੀਅਨ ਫੈਡਰਲ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਜਾਂਦਾ ਹੈ ਸਿੱਖ ਜਥੇਬੰਦੀਆਂ ਵੱਲੋਂ। 8:30 ਵਜੇ ਨੈਸ਼ਨਲ ਸਿਕਿਉਰਿਟੀ ਹੌਟਲਾਈਨ ਨੂੰ ਇਨਫੋਰਮ ਕੀਤਾ ਜਾਂਦਾ ਹੈ ਔਰ 9:30 ਵਜੇ ਫਿਰ ਆਸਟ੍ਰੇਲੀਅਨ ਫੈਡਰਲ ਪੁਲਿਸ ਵੈਸਟਰਨ ਕਮਾਂਡ ਉਹਨਾਂ ਤੱਕ ਇਹ ਰਿਪੋਰਟ ਹੁੰਦਾ ਹੈ। 10:30 ਵਜੇ ਗੁਰਦੁਆਰਾ ਸਾਹਿਬ ਜਿਹੜੇ ਨੇ ਉਹ ਸਾਈਬਰ ਬ੍ਰਾਂਚ ਵੈਸਟਰਨ ਆਸਟ੍ਰੇਲੀਆ ਪੁਲਿਸ ਦੀ ਉਹਨੂੰ ਰਿਪੋਰਟ ਕਰਦੇ ਨੇ ਔਰ 11:30 ਵਜੇ ਪ੍ਰੈਸ ਰਿਲੀਜ਼ ਗੁਰਦੁਆਰਾ ਸਾਹਿਬ ਵੱਲੋਂ ਜਾਰੀ ਹੁੰਦੀ ਹੈ ਜਿਹੜੀ ਮੈਂ ਸਾਂਝੀ ਕਰਾਂਗਾ। ਫਿਰ 12 ਵਜੇ ਦੇ ਕਰੀਬ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੂੰ ਰਿਪੋਰਟ ਕੀਤਾ ਜਾਂਦਾ ਹੈ ਔਰ 12:30 ਵਜੇ ਸਟੇਟ ਮਿਨਿਸਟਰ ਆਫ ਪੁਲਿਸ ਨੂੰ ਰਿਪੋਰਟ ਕੀਤਾ ਜਾਂਦਾ ਹੈ। 3:30 ਵਜੇ ਈਮੇਲ ਕਨਫਰਮੇਸ਼ਨ ਜਿਹੜੀ ਹੈ ਡਿਸਟ੍ਰਿਕਟ ਸਾਰਜੈਂਟ ਦੀ ਆਉਂਦੀ ਹੈ ਕਿ ਆਲਰੇਡੀ ਉਹਨਾਂ ਨੇ ਇਸ ਸਾਰੇ ਕੇਸ ਦੀ ਪੜਤਾਲ ਦੇ ਲਈ ਡਿਟੈਕਟਿਵ ਨੂੰ ਅਸਾਈਨ ਕਰ ਦਿੱਤਾ ਹੈ। 6 ਵਜੇ ਸੰਗਤ ਜਿਹੜੀ ਹੈ ਫਿਰ ਵੱਡੀ ਗਿਣਤੀ ਸੈਂਕੜਿਆਂ ਦੀ ਗਿਣਤੀ 'ਚ ਜਿਹੜੀਆਂ ਪਿਕਚਰ ਸਾਡੇ ਦਰਸ਼ਕ ਸਕਰੀਨ ਤੇ ਦੇਖ ਰਹੇ ਨੇ ਕੈਨਿੰਗ ਵੇਲ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠੀਆਂ ਹੁੰਦੀਆਂ ਨੇ ਔਰ ਬਹੁਤ ਜ਼ਿਆਦਾ ਜਜ਼ਬਾਤ ਭੜਕੇ ਹੋਏ ਨੇ ਔਰ ਜ਼ਾਹਰ ਹੈ ਇਹ ਭਾਵੇਂ ਘਟਨਾ ਆਸਟ੍ਰੇਲੀਆ 'ਚ ਵਾਪਰੀ ਹੈ ਦੁਨੀਆ ਭਰ 'ਚ ਸਿੱਖਾਂ ਦੇ ਲਈ ਇਹ ਕਿਉਂਕਿ ਅਸੀਂ ਜਦੋਂ ਦੇਖ ਰਹੇ ਹਾਂ ਇੰਡੀਅਨ ਸਟੇਟ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਕਿਵੇਂ ਟਰਾਂਸਨੈਸ਼ਨਲ ਰਿਪਰੈਸ਼ਨ ਆਲਰੇਡੀ ਇਹਨਾਂ ਜਦੋਂ ਅਸੀਂ 5 ਆਈਜ਼ ਕੰਟਰੀਜ਼ ਦੀ ਗੱਲ ਕਰਦੇ ਹਾਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ UK ਉਹਦੇ 'ਚ ਉਹ ਤਾਂ ਜਿਹੜੇ ਐਕਟਿਵਿਸਟ ਨੇ ਪੰਥਕ ਸੇਵਾ ਕਰਨ ਵਾਲੇ ਉਹ ਤਾਂ ਸਿੱਧੇ ਲਾਈਨ ਦੇ ਉੱਤੇ ਸੀ ਔਰ ਜਿਵੇਂ ਅਸੀਂ ਕਿਹਾ ਵੀ ਜਦੋਂ ਅਸੀਂ ਗੁਰੂ ਗ੍ਰੰਥ ਗੁਰੂ ਪੰਥ ਦੀ ਗੱਲ ਕਰਦੇ ਹਾਂ ਸੋ ਹੁਣ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਲ ਇਹ ਜਿਹੜਾ ਹਮਲਾ ਹੈ ਇਹ ਵੀ ਉਹਨਾਂ ਨੇ ਸਿੱਧਾ ਲਿਆ ਕੇ ਔਰ ਇਹਦੇ ਮਲਟੀਪਲ ਜਿਹੜੇ ਨੇ ਐਂਗਲ ਨੇ ਉਸ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਮੈਂ ਜਿਹੜੀ ਪ੍ਰੈਸ ਰਿਲੀਜ਼ ਇਸ ਦੇ ਉੱਤੇ ਜਿਹੜੀ ਸਿੱਖ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ ਨੇ ਫੌਰਨ ਜਾਰੀ ਕੀਤੀ ਸੀ ਉਸ ਨੂੰ ਸਰਦਾਰ ਹਰਭਜਨ ਸਿੰਘ ਬੈਜਵਨ ਉਹ ਪ੍ਰੈਜ਼ੀਡੈਂਟ ਨੇ ਸਿੱਖ ਐਸੋਸੀਏਸ਼ਨ ਵੈਸਟਰਨ ਆਸਟ੍ਰੇਲੀਆ ਦੇ ਉਹਨਾਂ ਦੇ ਦਸਤਖਤਾਂ ਥੱਲੇ ਔਰ ਉਹਨਾਂ ਨੇ ਕਿਹਾ ਵੀ ਅਸੀਂ ਸਟਰੋਂਗਲੀ ਕੰਡੈਮ ਕਰਦੇ ਹਾਂ ਜਿਹੜੀ ਇਹ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ ਉਹ ਪੂਰਾ ਉਹਨਾਂ ਨੇ ਕਿਹਾ ਔਰ ਇਹ ਜਿਹੜਾ ਬਹੁਤ ਹੀ ਅਪਮਾਨਜਨਕ ਔਰ ਨਫ਼ਰਤ ਭਰਿਆ ਜਿਹੜਾ ਐਕਟ ਹੈ ਇਹਨੇ ਸਿੱਖ ਕਮਿਊਨਿਟੀ ਦੇ ਹਿਰਦਿਆਂ ਨੂੰ ਦੁਨੀਆ ਭਰ ਦੇ ਵਿੱਚ ਵਲੂੰਦ ਰਿਹਾ ਔਰ ਇਹ ਜਿਹੜਾ ਹੈ ਔਰ ਬਾਕੀ ਵੀ ਜਿਹੜੇ ਵੀ ਧਾਰਮਿਕ ਸੁਹਿਰਦਤਾ ਔਰ ਮਾਨਤਾ ਉਸ ਨੂੰ ਤਰਜੀਹ ਦਿੰਦੇ ਨੇ। ਗੁਟਕਾ ਸਾਡੀ ਬਾਣੀ ਦਾ ਇੱਕ ਸੈਕਰਡ ਟੈਕਸਟ ਹੈ ਜਿਹਦੇ ਵਿੱਚ ਜਿਹੜੇ ਸ਼ਬਦ ਹੁੰਦੇ ਨੇ ਪ੍ਰਾਰਥਨਾ ਹੁੰਦੀ ਹੈ ਜਿਹਨੂੰ ਕਿ ਸਿੱਖ ਦੁਨੀਆ ਭਰ ਦੇ ਵਿੱਚ ਬਹੁਤ ਸਤਿਕਾਰਦੇ ਨੇ ਔਰ ਇਸ ਨੂੰ ਪਬਲਿਕਲੀ ਡਿਸਟਰੋਏ ਕਰਨਾ ਇਸ ਢੰਗ ਦੇ ਨਾਲ ਇਹ ਬਹੁਤ ਵੱਡਾ ਸਾਡੇ ਲਈ ਸ਼ੌਕ ਹੈ ਬਹੁਤ ਸਾਡੇ ਲਈ ਡਿਸਟਰਬਿੰਗ ਗੱਲ ਹੈ। ਇਹ ਸਿਰਫ ਸਿੱਖ ਕਮਿਊਨਿਟੀ ਦੇ ਲਈ ਹੀ ਦੁਖਦਾਈ ਨਹੀਂ ਹੈ ਇਹ ਜਿਹੜਾ ਪ੍ਰਿੰਸੀਪਲਸ ਨੇ ਰਿਸਪੈਕਟ ਦੇ ਅੰਡਰਸਟੈਂਡਿੰਗ ਦੇ ਜਿਵੇਂ ਡਾਈਵਰਸ ਸੋਸਾਇਟੀਜ਼ ਦੇ ਵਿੱਚ ਹਰ ਇੱਕ ਦੇ ਜਿਹੜਾ ਧਾਰਮਿਕ ਅਕੀਦਿਆਂ ਦਾ ਸਤਿਕਾਰ ਕੀਤਾ ਜਾਂਦਾ ਉਸ ਦੀ ਵੀ ਤੋਹੀਨ ਹੈ ਕਿ ਵੀ ਇਹ ਹੋਰ ਵੀ ਕੰਸਰਨਿੰਗ ਹੈ ਕਿ ਵੀ ਇਹ ਟਿਕਟੌਕ ਦੇ ਉੱਤੇ ਫੇਕ ਅਕਾਊਂਟ ਇਸਤੇਮਾਲ ਕਰਕੇ ਇਹਨੂੰ ਅਪਲੋਡ ਕੀਤਾ ਗਿਆ ਇਹ ਹੋਰ ਵੀ ਕਮਿਊਨਿਟੀ ਦੇ ਲਈ ਕੰਸਰਨਿੰਗ ਹੈ। ਇਹ ਇੱਕ ਬੁਜ਼ਦਿਲਾਨਾ ਅਟੈਂਪਟ ਹੈ ਨਫ਼ਰਤ ਫੈਲਾਉਣ ਦਾ ਡਿਵਾਈਡ ਕਰਨ ਦਾ ਔਰ ਗੁੰਮਨਾਮ ਤਰੀਕੇ ਦੇ ਨਾਲ ਚੋਰੀ ਇਸ ਕਿਸਮ ਦਾ ਵਾਕਿਆ ਕਰਨਾ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਸੰਬੰਧਿਤ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੈ ਇਸ ਦੇ ਲਈ ਮੈਂ ਆਲਰੇਡੀ ਜ਼ਿਕਰ ਕੀਤਾ ਵੀ ਕੀ ਐਕਸ਼ਨ ਲੈ ਗਏ ਨੇ ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਜਦੋਂ ਇਸ ਕਿਸਮ ਦੇ ਦੁਖਦਾਈ ਵਕਤ ਦੇ ਮੌਕੇ ਸਾਡੇ ਲਈ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਸਾਰੇ ਇਕਜੁੱਟਤਾ ਦੇ ਨਾਲ ਇਸ ਨਫ਼ਰਤ ਦੇ ਖਿਲਾਫ ਖੜੀਏ ਔਰ ਜਵਾਬਦੇਹ ਬਣਾਇਆ ਜਾਏ ਜਿਹੜੇ ਵੀ ਇਸ ਦੇ ਲਈ ਜ਼ਿੰਮੇਵਾਰ ਨੇ ਔਰ ਅਸੀਂ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਵੀ ਇਹ ਕਹਾਂਗੇ ਕਿ ਭਾਈ ਇਸ ਕੰਟੈਂਟ ਨੂੰ ਫਰਦਰ ਜਿਹੜਾ ਸਪਰੈਡ ਤੋਂ ਰੋਕਿਆ ਜਾਏ। ਹਾਲਾਂਕਿ ਸਾਡੇ ਕੋਲ ਵੀ ਉਹ ਵੀਡੀਓ ਹੈ ਪਰ ਅਸੀਂ ਉਹਨੂੰ ਗੁਰਬਾਣੀ ਦੇ ਸਤਿਕਾਰ ਨੂੰ ਮੁੱਖ ਰੱਖਦੇ ਹਾਂ ਔਰ ਇਸ ਕਿਸਮ ਦੀ ਨੈਗੇਟਿਵਿਟੀ ਨੂੰ ਅਸੀਂ ਇਹ ਪਬਲਿਸਿਟੀ ਨਹੀਂ ਦੇਣਾ ਚਾਹੁੰਦੇ। ਅਸੀਂ ਸਿਰਫ ਉਸ ਦੇ ਕੰਟੈਂਟ ਦਾ ਜਿਹੜਾ ਉਹਦਾ ਤਰੀਕਾਕਾਰ ਹੈ ਉਹਦਾ ਹੀ ਜ਼ਿਕਰ ਕੀਤਾ ਨਾ ਪੱਕੇ। ਫਿਰ ਉਹਨਾਂ ਨੇ ਇਹ ਸਾਰੇ ਦੇ ਉੱਤੇ ਇਹਨੂੰ ਕੰਡੈਮ ਕੀਤਾ ਔਰ ਨਾਲ ਦੀ ਨਾਲ ਸਿੱਖ ਗੁਰਦੁਆਰਾ ਪਰਥ ਉਹਨਾਂ ਦੀ ਪ੍ਰੈਸ ਰਿਲੀਜ਼ ਹੈ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਹ ਜਿਹੜਾ ਕੈਨਿੰਗ ਵੇਲ ਗੁਰਦੁਆਰਾ ਸਾਹਿਬ ਦੇ ਬਾਹਰ ਵਾਕਿਆ ਹੋਇਆ ਇਸ ਨੂੰ ਸਟਰੋਂਗਲੀ ਕੰਡੈਮ ਕਰਦੇ ਹਾਂ। ਅਸੀਂ ਮੰਗ ਕਰਦੇ ਹਾਂ ਜਿਹੜੀਆਂ ਸੰਬੰਧਿਤ ਅਥਾਰਟੀਜ਼ ਨੇ ਕਿ ਇਸ ਦੀ
पड़ताल की जाए पूरी तरह। और उन्होंने ये कहा कि बई जी सावा जी साउथ ईस्टर्न जोड़ा गुरुद्वारा साहब है कैनिंग वेल का, वो बाकी अथॉरिटीज़ और गुरुद्वारियां दी मैनेजमेंट कमेटीज़ के नाल इन टच ने, रल के काम कर रहे हैं। और बाकी जोड़ा असी आने वाले दिनों का प्रोग्राम दसांगे। और सिख कौंसल वैसटर्न आस्ट्रेलिया ने इस दे उत्ते काफ़ी डिटेल प्रैस रिलीज़ दी है। उन्होंने कहा भी आस्ट्रेलिया की सिख कम्यूनिटी बहुत डिस्टर्ब है, आउटरेज है, ये जड़ा बेअदबी का कांड किया गया और इस दे जड़ा ये कंडैमनेबल एक्ट है, इनू इहदी वीडियो के उत्ते आया, उन्होंने सर्कुलेट किया गया और ये दसदा है कि सिख गुरुद्वारा बर्थ कनिंगवेल दी बैकग्राउंड वो ये गुरुद्वारा साहब बैकग्राउंड च है, सो ये उत्थे ही जाके एक्ट किया गया। ये ग्रेव इंसल्ट है साडे रिलीजियस बिलीफ नूं। फिर उन्होंने दस्सिया भी गुरु ग्रंथ साहिब की सिखां दे लई की अहमियत है, साडे लई ये लिविंग गुरु ने, एटर्नल गुरु ने। और ये जड़ा हमला है साडी स्क्रिप्चर दे उत्ते, साडे गुरु ग्रंथ साहिब दे उत्ते, ये सिख धर्म दे उत्ते सीधा हमला है और ये दुनिया भर दे सिखां दे लई ना सहन योग है। इस किस्म की घटिया हरकत है और इसनूं असीं जिवें कोल्ड ब्लडेड मैन स्लॉटर हुंदा, जिवें कतल हुंदा है, क्योंकि एटर्नल है, लिविंग गुरु ने, ये घटना का यही साडे ते इंपैक्ट है। और ये जड़े ने सिख स्क्रिप्चर दे उत्ते हमले जड़े टेंशन और अनरेस्ट क्रिएट करन दे लई जड़ा पैटर्न पिछे सैट होया होया उस दे मुताबिक ही ने। और इस दी टाइमिंग भी जड़ी वीडियो दी रिलीज़ दी और जिवें उन्होंने सोशल मीडिया ते जिन्हां अंसरां वल्लों प्रमोट किया गया, ये सिखां नूं भड़काउण और सिख धार्मिक जज्बिਆਂ ਨੂੰ ਵੱਧ ਤੋਂ ਵੱਧ हर्ट करने ਦੇ ਲਈ है। और इस आउटरेज ਦੇ जवाब ਦੇ ਵਿੱਚ ਆਸਟ੍ਰੇਲੀਅਨ सिख कम्यूनिटी ने एकदम इस ਦੇ ਉੱਤੇ एक्ट ਕੀਤਾ। गुरुद्वारिਆਂ ਦੇ ਵਿੱਚ ਇਕੱਠ ਹੋਇਆ 11 घंटे ਦੇ ਵਿੱਚ ਜਦੋਂ ਇਹ ਵੀਡੀਓ ਸਾਹਮਣੇ ਆਈ और एक लीड कमेटी 5 ਸਿੰਘਾਂ ਦੀ अपॉइंट कर दी गई है वैसटर्न आस्ट्रेलिया ਦੇ, ਜਿਹੜੇ इस सारे ਦੇ ਉੱਤੇ ਜਿਹੜੀ है वो अगों कार्रवाई करेगी जस्टिस और अकाउंटेबिलिटी दे लई। और इस वेले ये जरूरी है कि कलैक्टिव एफर्ट संगत का इस दे लई होए और असी इसकी थॉरो इन्वेस्टिगेशन वाल वध रहे हैं। और असी अधिकारियों नूं ये जिहड़ी है कॉल भी दिंदे हैं कि भाई ये एक गंभीर विषय है, इस दे उत्ते कंप्रेहेंसिव इन्वेस्टिगेशन होए और उन्होंने जिहड़ा आइडेंटिफाई किया जाए, जो कल्परेट है उन्होंने प्रोसीक्यूट किया जाए और ये स्विफ्ट एंड डिसाइसिव एक्शन क्विक और फैसला कुन इस दे उत्ते कार्रवाई होए। और इस दे उत्ते सिख कम्यूनिटी की डिमांड है कि इहदी जिहड़ी इन्वेस्टिगेशन की प्रोग्रेस है उस बारे भी डिटेल रिपोर्ट होए कि की जिहड़े ने वो इस दे उत्ते एक्शन लै गए ने। असीं समझदे हां कि जिहड़ियां अथॉरिटीज़ ने वो इस मामले की गंभीरता नूं समझणगियां और इस दे उत्ते पूरा क्विक एक्ट करनगियां ताकि पीस हारमोनी एंड रिस्पैक्ट फॉर ऑल फेथ्स कि अमन सद्भावना और सारे धर्मां दा सत्कार कायम रहे। और असीं आस्ट्रेलीयन सिख कम्यूनिटी नूं भी ये अपील करते हैं कि वो लोकल अथॉरिटीज़ दे नाल फुली कोऑपरेट करन और इस बारे जिहड़ी भी कोई रैलेवेंट डैश कैम फुटेज है, क्योंकि जिहड़ी गुरुद्वारा साहब दी नाल लगदे किया गया उत्थे वो कैमरे च कैप्चर नहीं हुंदा, लेकिन ज़ाहिर है जिहड़ा भी गया उत्थे ड्राइव किया जिहड़े उन्हां दे कारां दे और दूसरे डैश कैम फुटेज हुंदी है जां CCTV फुटेज नेबरहुड दी है, उस तो जिहड़ा उन्हां वाल भी ध्यान दिता जाए ताकि पुलिस की इन्वेस्टिगेशन च हैल्पफुल होए। पर नाल दी नाल उन्होंने हर एक नूं संजम रखण और डिसिपलिन च रहण दी अपील की है और ताकि इनफ टाइम अथॉरिटीज़ नूं दिता जाए कि बई ये वो इसकी पूरी पड़ताल करन। और बाकी असीं आलमोस्ट दस दिता है कि भाई उन्होंने किनू किनू इनफॉर्म किया और इस सारे दे चलदे उन्होंने ये भी कहा कि भाई असीं टुगैदरनैस दे नाल जिहड़ा है वी स्ट्राइव टू बिल्ड ए सोसाइटी वेयर जस्टिस इक्वालिटी एंड ह्यूमन डिग्निटी आर अपहेल्ड फॉर ऑल। ये असी समझते हैं और असी बधाई भी दिंदे हैं आस्ट्रेलिया दियां सिख संगतां नूं वैसटर्न आस्ट्रेलिया दे खास तौर पर गुरुद्वारा कमेटियां नूं। बेशक कुछ मुद्दों ते मतभेद हुंदे ने, टाइम टू टाइम असी जिक्र भी करते हैं, कई बारी गुरुद्वारा कमेटियां च बड़े बंदे एंटी पंथक जिहड़ा इंडियन सिस्टम है काउंसलेटां दा जां उन्हां दे हाई कमिश्नरस दा उन्हां दे नाल भी तावन करदे ने,
ਜਿਵੇਂ 15 ਅਗਸਤ ਦੇ ਮਾਮਲੇ 'ਚ ਜਾਂ 26 ਜਨਵਰੀ ਦੇ ਮਾਮਲੇ 'ਚ, ਪਰ ਅਲਟੀਮੇਟਲੀ ਅਸੀਂ ਸਾਰੇ ਗੁਰੂ ਕੇ ਸਿੱਖ ਹਾਂ। ਗੁਰੂ ਗ੍ਰੰਥ ਸਾਹਿਬ ਅੱਗੇ ਅਸੀਂ ਨਤਮਸਤਕ ਹੁੰਦੇ ਹਾਂ ਔਰ ਇਹ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹਮਲਾ ਗੁਰਬਾਣੀ ਗੁਟਕਾ ਰੂਪ 'ਚ ਹੈ ਜਾਂ ਕਿਸੇ ਹੋਰ ਫਾਰਮ ਕਿਤੇ ਵੀ ਜਦੋਂ ਇਸ ਕਿਸਮ ਦਾ ਅਪਮਾਨ ਹੁੰਦਾ ਤਾਂ ਇਹ ਜਿਹੜਾ ਹੈ ਉਹ ਸਾਡੇ ਲਈ ਹਿਰਦੇ ਵਲੂੰਦਰਨ ਵਾਲੀ ਗੱਲ ਹੁੰਦੀ ਹੈ। ਪਰ ਇਹਦੇ 'ਚ ਅਸੀਂ ਦੋ ਤਿੰਨ ਗੱਲਾਂ, ਕਿਉਂਕਿ ਮੈਂ ਤਾਂ ਜਿਉਂ ਹੀ ਇਸ ਘਟਨਾ ਬਾਰੇ ਹੋਇਆ ਮੇਰਾ ਤਾਂ ਪਹਿਲਾ ਰਿਐਕਸ਼ਨ ਹੀ ਸੀ ਕਿ ਵੀ ਇਹ ਹੁਣ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਤਾਂ ਇਹਨਾਂ ਦਾ ਜਿਹੜਾ ਉਹ ਖੁੱਲ ਗਿਆ ਭੇਤ ਔਰ ਉਹਦੇ 'ਚ ਫੜੇ ਗਏ ਕੈਨੇਡਾ 'ਚ ਵੀ, ਅਮਰੀਕਾ 'ਚ ਵੀ, ਆਸਟ੍ਰੇਲੀਆ 'ਚ ਵੀ, ਜਿਵੇਂ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਔਰ ਦੂਸਰੀਆਂ ਅੱਡ ਉਹਨਾਂ ਦੀਆਂ ਜਿਹੜੀਆਂ ਇਹਦੇ 'ਤੇ ਉਹਨਾਂ ਨੇ ਡਾਕੂਮੈਂਟਰੀਜ਼ ਵੀ ਬਣਾਈਆਂ ਕਿਵੇਂ ਐਕਸਟਰਾ ਮਾਈਲ ਜਾਂਦੇ ਆ। ਇੰਡੀਅਨ ਗਵਰਨਮੈਂਟ ਨੇ ਉਹਨਾਂ ਨੂੰ YouTube ਪਲੇਟਫਾਰਮ ਤੋਂ ਵੀ ਹਟਵਾਇਆ ਔਰ ਉਸ ਦੇ ਵਿੱਚ ਆਇਆ ਵੀ ਈਵਨ, ਕਿਉਂਕਿ ਜਦੋਂ ਅਸੀਂ ਅਮਰੀਕਾ ਜਾਂ ਕੈਨੇਡਾ ਜਾਂ UK ਦੀ ਗੱਲ ਕਰਦੇ ਹਾਂ, ਆਸਟ੍ਰੇਲੀਆ ਵੀ ਇਕੁਅਲੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਮਾਰ ਥੱਲੇ ਹੈ ਇੰਡੀਅਨ ਸਿਸਟਮ ਵੱਲੋਂ। ਔਰ ਉਹਨਾਂ ਨੂੰ ਇਹ ਲੱਗਾ ਕਿ ਵੀ ਇੱਕ ਪਾਸੇ, ਕਿਉਂਕਿ ਇਸ ਗੱਲ ਦਾ ਧਿਆਨ ਰੱਖੀਏ ਕਿ ਜੇ ਸਾਨੂੰ ਲੱਗਦਾ ਹੈ ਕਿ ਵੀ ਜਿਹੜਾ ਡਾਇਸਪੋਰਾ ਸਿੱਖ ਨੇ ਉਹ ਸਟਰੈਂਥ ਨੇ, ਤਾਕਤ ਨੇ, ਤਾਂ ਦੁਸ਼ਮਣ ਤਾਂ 4 ਕਦਮ ਅੱਗੇ ਹੁੰਦਾ। ਸੋ ਉਹਨਾਂ ਨੇ ਜਿੱਥੇ ਇਹ ਇੱਕ ਸਾਡੇ ਲਈ ਨਵਾਂ ਫਰੰਟ ਵੀ ਖੋਲ ਦਿੱਤਾ, ਕਿਉਂਕਿ 2015 ਤੋਂ ਜਦੋਂ ਕਿ ਬੁਰਜ ਜਵਾਹਰ ਸਿੰਘ ਵਾਲਾ ਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗਾਇਬ ਚੋਰੀ ਕੀਤਾ ਜਾਂਦਾ, ਇਸ਼ਤਿਹਾਰ ਲਾਏ ਜਾਂਦੇ ਨੇ, ਤੁਹਾਡਾ ਗੁਰੂ ਅਸੀਂ ਸਾਡੇ ਕੋਲ ਹੈ, ਲੈ ਜਾਓ। ਫਿਰ ਬਰਗਾੜੀ 'ਚ ਅਸੀਂ ਦੇਖਦੇ ਹਾਂ ਉਹਦੇ ਪਵਿੱਤਰ ਰੰਗ ਖਿਲਾਰੇ ਜਾਂਦੇ ਨੇ, ਬਾਈਬਲ ਕਲਾਂ 'ਚ ਕੀ ਹੁੰਦਾ ਹੈ। ਔਰ 3-4 ਹਕੂਮਤਾਂ ਉਸ ਤੋਂ ਬਾਅਦ, ਅਕਾਲੀਆਂ ਦੀ ਹਕੂਮਤ ਉਦੋਂ ਅਸੀਂ, ਫਿਰ ਅਮਰਿੰਦਰ ਆਇਆ, ਫਿਰ ਹੁਣ ਇਹ ਭੰਡ ਆਇਆ, ਲੇਕਿਨ ਇਸ਼ੂ ਉੱਥੇ ਦਾ ਉੱਥੇ ਹੀ ਖੜਾ ਹੈ। ਕੋਈ ਕਿੰਨੀਆਂ ਜਾਂਚ ਕਮੇਟੀਆਂ, ਸਿੱਟ, ਫਲਾਣਾ ਢਿਮਕਾ, ਕੌਣ ਹੈ ਜਿਹੜਾ ਬਲੌਕ ਕਰ ਦਿੰਦਾ। ਸੌਦਾ ਸਾਹਿਬ ਦਾ ਅਸੀਂ ਜ਼ਿਕਰ ਕਰਕੇ ਹਟੇ, ਉਹਨੂੰ ਕਿੰਨੀ ਵਾਰੀ ਫਰਲੋ ਔਰ ਪੈਰੋਲ ਦਿੱਤੀ ਗਈ। ਹੁਣ ਇਸ ਸਾਰੇ ਦੇ ਚੱਲਦੇ ਆ ਇਸ ਵਾਕਿਆ ਦਾ ਆਸਟ੍ਰੇਲੀਆ 'ਚ ਹੋਣਾ ਔਰ ਇਸ ਅੰਦਾਜ਼ ਦੇ ਵਿੱਚ ਹੋਣਾ ਔਰ ਇਵੇਂ ਉਹਨੂੰ ਇਹ ਸਾਰਾ ਇਹਨਾਂ ਦਾ IT ਸੈਕਟਰ ਜਿਹੜਾ ਹਿੰਦੂ ਤਵੀਆਂ ਦਾ, ਇਹ ਐਕਸਪਰਟ ਨੇ ਇਸ ਕੰਮ ਦੇ, ਇਸ ਦੇ ਮਾਹਰ ਨੇ। ਅਸੀਂ ਸਮਝਦੇ ਹਾਂ ਕਿ ਆਸਟ੍ਰੇਲੀਅਨ ਫੈਡਰਲ ਪੁਲਿਸ ਦੇ ਜਿਹੜਾ ਉਹਨਾਂ ਦਾ ਸਾਈਬਰ ਮਹਿਕਮਾ ਹੈ ਉਹ ਇਸ ਦੀ ਤਹਿ ਤੱਕ ਪਹੁੰਚਣਗੇ। ਪਰ ਇਨ ਦਾ ਮੀਨ ਟਾਈਮ ਜਿਹੜੀ ਮੈਂ ਸਮਝਦਾ ਵੀ ਇਸ ਦੇ ਉੱਤੇ ਕਾਰਵਾਈ ਕਰਨ ਦੀ ਲੋੜ ਹੈ ਕਿ ਭਾਈ ਇਸ ਦੇ ਉੱਤੇ ਇੱਕ ਤਾਂ ਜਿਹੜੇ ਬਾਕੀ ਗੁਰਦੁਆਰਾ, ਕਿਉਂਕਿ ਇਹ ਕਾਪੀ ਕੈਟ ਕਰਨ ਵਾਂਗ ਹੋਏਗਾ, ਇਹ ਇੱਕ ਵਾਕਿਆ ਹੋਇਆ, ਇਸ ਗੱਲ ਦਾ ਧਿਆਨ ਰਿਹਾ ਕਿ ਦੁਸ਼ਮਣ ਇਸ ਨੂੰ ਜੇ ਪਰਮਾਨੈਂਟ ਡਾਇਵਰਜਨ ਉਹਨਾਂ ਦਾ ਐਂਗਲ ਹੈ ਤੇ ਘਟਨਾ ਹੋਰ ਵੀ ਵਾਪਰ ਸਕਦੀ ਹੈ। ਅਸੀਂ ਇੱਥੇ ਵੀ ਗੁਰਦੁਆਰਿਆਂ ਨੂੰ ਇਹ ਕਹਿੰਦੇ ਆ ਕਿ ਭਾਈ ਥੋੜਾ ਜਿੱਥੇ ਇੰਨਾ ਖਰਚਾ ਤੁਸੀਂ ਲੰਗਰ ਲਾਉਣ ਤੇ ਦੂਸਰਾ ਕਰਦੇ ਹੋ, ਪੂਰੇ ਫੰਕਸ਼ਨਿੰਗ CCTV ਕੈਮਰੇ ਵੀ ਰੱਖੋ ਔਰ ਇੱਕ ਗਾਰਡ, ਖਾਸ ਤੌਰ ਤੇ ਜਿਹੜੇ ਵੱਡੇ ਗੁਰਦੁਆਰਾ ਸਾਹਿਬ ਨੇ ਜਾਂ ਦੂਸਰੇ ਨੇ ਉਹਨਾਂ ਦੇ ਵਿੱਚ ਰੈਗੂਲਰ ਇਸ ਕਿਸਮ ਦਾ ਹੋਏ। ਔਰ ਇਸ ਦੇ ਨਾਲ ਜਿਹੜਾ ਹੈ ਉਹ ਦੂਸਰਾ ਪਾਰਟ ਮੈਂ ਸਮਝਦਾ ਵੀ ਇਹ ਜ਼ਰੂਰ ਹੁੰਦਾ ਹੈ ਕਿ ਭਾਈ ਇੱਕਦਮ ਜਦੋਂ ਜਜ਼ਬਾਤ ਭੜਕੇ ਹੁੰਦੇ ਨੇ ਕਿ ਜੀ ਕੀ ਕਾਰਵਾਈ ਹੋਏ। ਮੈਂ ਸਮਝਦਾ ਵੀ ਸਾਡਾ ਫੋਕਸ ਬਿਲਕੁਲ ਕਲੀਅਰ ਹੋਣਾ ਚਾਹੀਦਾ, ਆਸਟ੍ਰੇਲੀਅਨ ਏਜੰਸੀਜ਼ ਨੂੰ ਕਲੀਅਰ ਹੋਣਾ ਚਾਹੀਦਾ ਕਿ ਇਹ ਇੰਡੀਅਨ ਸਟੇਟ ਦਾ ਕੰਮ ਹੈ। ਸੋ ਜੇ ਕੋਈ ਕਾਰਵਾਈ ਇਮੀਡੀਏਟ ਕਰਨ ਦੀ ਹੈ, ਜਿੱਥੇ ਸੰਜਮ ਰੱਖਣ ਦੀ ਲੋੜ ਹੈ ਔਰ ਬਿਲਕੁਲ ਠੀਕ ਇਹਨਾਂ ਦੀਆਂ ਪ੍ਰੈਸ ਰਿਲੀਜ਼ 'ਚ ਕਿਹਾ ਗਿਆ, ਕਿਉਂਕਿ ਜੇ ਅਸੀਂ ਕੋਈ ਵੀ ਕੰਮ ਭੜਕਾਟ ਦੇ ਵਿੱਚ ਕਰਦੇ ਹਾਂ, ਕੋਈ ਜਵਾਬੀ ਕਾਰਵਾਈ ਜਿਹੜੀ ਕਿਸੇ ਹੋਰ ਧਰਮ ਦੇ ਖਿਲਾਫ ਜਾਂਦੀ ਹੈ ਜਾਂ ਕਿਸੇ ਨੂੰ ਇਸ ਦੇ ਲਈ ਅਸੀਂ ਜਿਹੜਾ ਜਸਟ ਸ਼ੱਕ ਦੀ ਬਿਨਾਂ ਤੇ ਕੁਝ ਕਰਦੇ ਹਾਂ, ਇਹ ਵੀ ਉਹਨਾਂ ਦੇ ਹੱਕ ਦੇ ਵਿੱਚ ਜਾਂਦਾ। ਸੋ ਇੱਕ ਪਾਰਟ ਮੈਂ ਇਹ ਕਹਾਂਗਾ ਕਿ ਇਹਨਾਂ ਮੁਲਕਾਂ ਦੇ ਵਿੱਚ ਕਿਸੇ ਵੀ ਕਿਸਮ ਦੀ ਵਾਇਲੈਂਸ ਇਹ ਸਾਡੇ ਹੱਕ 'ਚ ਨਹੀਂ ਜਾਂਦੀ। ਇਹੀ ਸਾਡਾ ਦੁਸ਼ਮਣ ਚਾਹੁੰਦਾ ਹੈ, ਉਹਨਾਂ ਦੀ ਰਿਪੀਟਡ ਪ੍ਰੋਵੋਕੇਸ਼ਨ ਹੈ। ਜਿਵੇਂ ਰੈਫਰੈਂਡਮ 2020 ਦੇ ਵੇਲੇ ਆਸਟ੍ਰੇਲੀਆ 'ਚ, ਮੈਲਬਰਨ, ਸਿਡਨੀ ਜਾਂ ਬ੍ਰਿਸਬੇਨ 'ਚ ਕਿਉਂ ਜਿਹੀਆਂ ਕਾਰਵਾਈਆਂ, ਉਹਨਾਂ ਨੇ ਆਪਣੇ ਮੰਦਰਾਂ 'ਚ ਗ੍ਰੈਫਟੀ ਕਰਾ ਕੇ ਸਿੱਖਾਂ ਦੇ ਖਾਤੇ 'ਚ ਪਾਣੀ ਚਾਹੀ, ਉੱਥੇ ਫੜੇ ਗਏ। ਆਸਟ੍ਰੇਲੀਅਨ ਪੁਲਿਸ ਦੀ ਮੁਸਤੈਦੀ, ਉਹਨਾਂ ਨੇ ਕਿਹਾ ਇਹ ਤਾਂ ਇਹਨਾਂ ਦਾ ਆਪਣਾ ਕੰਮ ਹੈ। ਹੁਣ ਇਹ ਸਿੱਖਾਂ ਦੇ ਇਸ ਕਿਸਮ ਦੇ ਗੁਰਦੁਆਰਿਆਂ ਦੇ ਸਾਹਮਣੇ ਆ ਕੇ ਇਸ ਕਿਸਮ ਦੀ ਕਾਰਵਾਈ ਕਰਕੇ ਭੜਕਾਟ ਪੈਦਾ ਕਰਨਾ ਚਾਹੁੰਦੇ ਨੇ। ਸੋ ਅਮਨ ਅਮਾਨ 'ਚ ਰਹਿੰਦੇ ਆ ਜਿਹੜਾ ਹੈ। ਔਰ ਕਿਉਂਕਿ ਆਸਟ੍ਰੇਲੀਅਨ ਪੁਲਿਸ ਜਾਂ ਉਹਨਾਂ ਦੀ ਫੈਡਰਲ ਪੁਲਿਸ ਜਾਂ ਲੋਕਲ ਉਹਨਾਂ ਨੇ ਡਿਟੈਕਟਿਵ ਵੀ ਅਸਾਈਨ ਕੀਤਾ। ਔਰ ਨੈਕਸਟ ਮੈਂ ਸਮਝਦਾ ਵੀ ਇਮੀਡੀਏਟਲੀ ਇੰਡੀਅਨ ਕੌਂਸੂਲੇਟ, ਹਾਈ ਕਮਿਸ਼ਨ ਦੇ ਬਾਹਰ ਜਿੱਥੇ ਜਿੱਥੇ ਵੀ ਉੱਥੇ ਆਸਟ੍ਰੇਲੀਆ 'ਚ ਪੋਸੀਬਲ ਹੈ ਜ਼ੋਰਦਾਰ ਪ੍ਰੋਟੈਸਟ ਹੋਣੇ ਚਾਹੀਦੇ ਨੇ ਔਰ ਉਹਨਾਂ ਨੂੰ ਵਾਰਨ ਕਰਨਾ ਚਾਹੀਦਾ ਕਿ ਭਾਈ ਇਹ ਜਿਹੜਾ ਤੁਸੀਂ
ਟ੍ਰਾਂਸਨੈਸ਼ਨਲ ਰਿਪਰੈਸ਼ਨ ਤੋਂ ਬਾਅਦ ਇਹ ਦੂਸਰਾ ਕੰਮ ਸ਼ੁਰੂ ਕੀਤਾ ਹੈ। ਇਹ ਜਿਹੜਾ ਅਸੀਂ ਆਪਣੇ ਤੇ ਹਮਲਾ ਤਾਂ ਹਾਰ ਸਕਦੇ ਹਾਂ, ਅਸੀਂ ਤਾਂ ਗੁਰੂ ਦੇ ਲਈ ਜਾਨਾਂ ਦੇਣ ਵਾਲੇ ਹਾਂ, ਪਰ ਇਹ ਗੁਰਬਾਣੀ ਦਾ ਅਪਮਾਨ ਜਾਂ ਗੁਰੂ ਗ੍ਰੰਥ ਸਾਹਿਬ ਔਰ ਗੁਰਬਾਣੀ ਦਾ ਨਿਰਾਦਰ ਇਹ ਜਿਹੜਾ ਐਕਸੈਪਟੇਬਲ ਨਹੀਂ ਹੈ। ਸੋ ਇਹ ਇੱਕ ਬੜਾ ਜ਼ਰੂਰੀ ਹੈ ਮੈਸੇਜ ਆਣਾ, ਤਾਂ ਕਿ ਇੰਡੀਅਨ ਸਟੇਟ ਨੂੰ ਵੀ ਇਹ ਸਮਝ ਆ ਜਾਏ ਕਿ ਸਿੱਖ ਕੀ ਸਮਝਦੇ ਨੇ ਔਰ ਲੌਂਗ ਟਰਮ ਇਹ ਸਾਡੇ ਸ਼ਾਰਟ ਟਰਮ ਮੇਸ਼ਰਸ ਨੇ। ਲੌਂਗ ਟਰਮ ਮੈਂ ਸਮਝਦਾ ਹਾਂ ਵੀ ਬਾਕੀ ਕਮਿਊਨਿਟੀਜ਼ ਦੇ ਨਾਲ ਉਹ ਇਸਲਾਮ ਹੈ, ਕ੍ਰਿਸਚੀਅਨਿਟੀ ਹੈ ਜਾਂ ਬਾਈਬਲ ਨੂੰ ਮੰਨਣ ਵਾਲੇ, ਕੁਰਾਨੇ ਮਜੀਦ, ਇਸ ਕਿਸਮ ਦਾ ਕੋਈ ਕਾਨੂੰਨ ਆਸਟ੍ਰੇਲੀਆ 'ਚ ਫੈਡਰਲ ਲੈਵਲ ਦਾ, ਕਿਉਂਕਿ ਮੈਨੂੰ ਨਹੀਂ ਲੱਗਦਾ ਜਿਵੇਂ ਸਾਡੇ ਅਮਰੀਕਾ ਜਾਂ ਕੈਨੇਡਾ 'ਚ ਕੋਈ ਰਿਲੀਜੀਅਸ ਸਕ੍ਰਿਪਚਰ ਜਿਹੜਾ ਸੈਕਰੀਲੇਜ ਐਕਟ ਨਹੀਂ ਹੈ, ਇਸ ਦੇ ਉੱਤੇ ਲੌਂਗ ਟਰਮ ਜਿਹੜਾ ਕੋਈ ਨਾ ਕੋਈ ਕੰਮ ਕੀਤਾ ਜਾ ਸਕਦਾ। ਪਰ ਇਸ ਵੇਲੇ ਇਮੀਡੀਏਟਲੀ ਸਾਨੂੰ ਬਚਣ ਦੀ ਲੋੜ ਹੈ ਕਿਸੇ ਵੀ ਕਿਸਮ ਦੀ ਭੜਕਾਟ ਤੋਂ, ਔਰ ਜ਼ੋਰਦਾਰ ਪ੍ਰੋਟੈਸਟ ਹੋਣੇ ਚਾਹੀਦੇ ਨੇ। ਔਰ ਆਸਟ੍ਰੇਲੀਅਨ ਪੁਲਿਸ ਦੇ ਨਾਲ ਜਿਵੇਂ ਤਾਲਮੇਲ ਕਾਇਮ ਕੀਤਾ ਜਥੇਬੰਦੀਆਂ ਨੇ, ਉਹਨਾਂ ਦੇ ਨਾਲ ਪ੍ਰੋਪਰ ਉਹਨਾਂ ਦੇ ਉੱਤੇ ਵੀ ਜਿਹੜਾ ਇੱਕ ਪ੍ਰੈਸ਼ਰ ਰਹਿਣਾ ਚਾਹੀਦਾ। ਅਸੀਂ ਇਸ ਘਟਨਾ ਦੇ ਜਿਹੜੀ ਹੈ ਕੰਡੈਮਨੇਸ਼ਨ ਦਾ ਲਫ਼ਜ਼ ਹੀ ਜਿਹੜਾ ਕੋਈ ਮਾਨੇ ਨਹੀਂ ਰੱਖਦਾ, ਇਸ ਨੇ ਸਾਨੂੰ ਬਹੁਤ ਦੁੱਖ ਦਿੱਤਾ ਹੈ। ਔਰ ਇਹ ਵੀ ਕਈ ਵਾਰ ਜਿਹੜਾ ਹੈ ਦੁਸ਼ਮਣ ਕਿਸ ਹੱਦ ਤੱਕ, ਜਦੋਂ ਅਸੀਂ ਕਮੀਨਗੀ ਦੀ ਗੱਲ ਕਰਦੇ ਹਾਂ ਹਿੰਦੂ ਤਵੀਆਂ ਦੀ, ਤਾਂ ਅਸੀਂ ਕਹਿੰਦੇ ਹਾਂ ਕਿ ਭਾਈ ਇਹ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ। ਇਹ ਹੁਣ ਕਮੀਨਗੀ ਦੀ ਸਿਖਰ ਵੱਲ ਵੱਧ ਰਹੇ ਨੇ। ਡਾਇਸਪੋਰਾ ਸਿੱਖਾਂ ਦੇ ਖਿਲਾਫ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਲ ਨਾਲ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਜਿਹੜਾ ਆਪਣੀਆਂ ਗਨ ਸ਼ਾਟਸ ਦੇ ਥੱਲੇ ਲੈ ਆਂਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਤਨਾ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 6 ਸਤੰਬਰ 2024 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗ੍ਰੀਨਵੁੱਡ ਇੰਡੀਆਨਾ ਵਿਖੇ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹਿੰਮਤ ਸਿੰਘ ਨਿਊਯਾਰਕ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਐਤਵਾਰ ਦੇ ਮੁੱਖ ਦੀਵਾਨ ਵਿੱਚ ਵੀ ਪੰਥਕ ਵਿਚਾਰਾਂ ਹੋਣਗੀਆਂ ਅਤੇ ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ, ਭਾਈ ਪਰਮਪਾਲ ਸਿੰਘ ਤੇ ਭਾਈ ਦਵਿੰਦਰ ਸਿੰਘ ਸ਼ਾਂਤ ਹਾਜ਼ਰੀ ਲਵਾਉਣਗੇ। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਗੁਰੂ ਘਰ ਵਿਖੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਾਈ ਜਾਵੇਗੀ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਟਰਾਈ ਸਟੇਟ ਦੇ ਕੇਂਦਰੀ ਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੇ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ, ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਜੋ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ, ਇਸ ਸਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ 1 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਇਹ 14ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਪ੍ਰਸਤੀ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਇਸ ਨਗਰ ਕੀਰਤਨ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸਮੇਂ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਕੈਲੀਫੋਰਨੀਆ ਅਸੈਂਬਲੀ ਵਿੱਚ ਜਸਮੀਤ ਕੌਰ ਬੈਂਸ ਅਸੈਂਬਲੀ ਵੂਮਨ ਵੱਲੋਂ ਬਿੱਲ 3027 ਪੇਸ਼ ਕੀਤਾ ਗਿਆ ਸੀ, ਜਿਸ ਦਾ ਸਬੰਧ ਭਾਰਤ ਸਰਕਾਰ ਵੱਲੋਂ ਸਿੱਖਾਂ ਨੂੰ ਨਿਸ਼ਾਨੇ ਤੇ ਲੈਂਦਿਆਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਨੂੰ ਰੋਕਣਾ ਸੀ। ਅਸੈਂਬਲੀ ਵੱਲੋਂ ਪਾਸ ਹੋਣ ਤੋਂ ਬਾਅਦ ਇਹ ਬਿੱਲ ਸੈਨੇਟ ਵਿੱਚ ਪਹੁੰਚਿਆ। ਹਿੰਦੂ ਤਮੀਆਂ ਨੇ ਆਪਣੀ ਸੰਸਥਾ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਰਾਹੀਂ ਭੰਡੀ ਪ੍ਰਚਾਰ ਕਰਕੇ ਇਸ ਬਿੱਲ ਨੂੰ ਸੈਨੇਟ ਵਿੱਚ ਰੋਕ ਦਿੱਤਾ। ਸੋ ਅਮਰੀਕਾ ਦੇ ਸਿੱਖਾਂ ਨੂੰ ਵੀ ਪੂਰੀ ਤਰ੍ਹਾਂ ਜਾਗਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਦੋਂ ਇਹ ਦੇਖ ਰਹੇ ਹਾਂ ਕਿ ਕਿਵੇਂ ਇੰਡੀਅਨ ਸਟੇਟ ਔਰ ਉਹਨਾਂ ਦੇ ਇੱਥੇ ਬੈਠੇ ਦੁਮਛੱਲੇ ਕਰੋਨੀਜ਼ ਜਿਨ੍ਹਾਂ ਨੂੰ ਹੈਵੀ ਫੰਡਿੰਗ ਜਿਹੜੀ ਹੈ ਉਹ ਐਮਬੈਸੀਆਂ ਔਰ ਉਹਨਾਂ ਦੇ ਹਾਈ ਕਮਿਸ਼ਨਰ ਕੌਂਸਲੇਟਾਂ ਤੋਂ ਮਿਲਦੀ ਹੈ ਜੀ, ਉਹਨਾਂ ਨੇ ਕਿਵੇਂ ਹੁਣ ਫੁੱਲ ਸਕੇਲ ਕਾਊਂਟਰ ਅਟੈਕ ਸ਼ੁਰੂ ਕੀਤਾ ਹੋਇਆ ਹੈ। ਬੇਸ਼ੱਕ ਐਕਟਿਵ ਤਾਂ ਪਹਿਲਾਂ ਤੋਂ ਹੀ ਸਨ, ਪਰ ਜਿੱਥੇ ਜਿੱਥੇ ਜਿਨ੍ਹਾਂ ਪਾਕਟਸ ਦੇ ਵਿੱਚ ਥੋੜ੍ਹੀ ਬਹੁਤ ਸਿੱਖ ਲੌਬੀ ਰਾਹੀਂ ਜਾਂ ਸਿੱਖਾਂ ਦੇ ਐਫਰਟ ਰਾਹੀਂ ਸਾਨੂੰ ਸਕਸੈਸ ਮਿਲਣੀ ਸ਼ੁਰੂ ਹੋਈ, ਇਹਨਾਂ ਨੇ ਉਹਨਾਂ ਨੂੰ ਆਧਾਰ ਬਣਾ ਕੇ ਉੱਥੇ ਕਾਊਂਟਰ ਸ਼ੁਰੂ ਕੀਤਾ। ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਗੱਲ ਕਰਕੇ ਹਟੇ ਹਾਂ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਅਮਰੀਕਾ 'ਚ ਫੜੇ ਗਏ ਔਰ ਨਿਖਿਲ ਗੁਪਤਾ ਆ ਗਿਆ, ਉਹ ਟਰਾਇਲ 'ਚ ਜਾਣਾ 13 ਸਤੰਬਰ ਤੋਂ। ਕੈਨੇਡਾ 'ਚ ਵੀ ਉੱਥੇ ਜਸਟਿਨ ਟਰੂਡੋ ਨੇ ਸਿੱਧੇ ਇਹਨਾਂ ਨੂੰ ਬਲੇਮ ਕੀਤਾ। ਪਿਛਲੇ ਕੱਲ੍ਹ ਹੀ ਜੈਕ ਸਾਲੀਵਾਨ ਜਦੋਂ ਕਿ ਕੈਨੇਡਾ ਦੇ ਵਿੱਚ ਸਨ, ਉਹਨਾਂ ਨੇ ਕੈਨੇਡੀਅਨ ਸੋਇਲ ਤੇ ਖਲੋ ਕੇ ਕਿਹਾ ਕਿ ਅਸੈਸੀਨੇਸ਼ਨ ਸੀ ਹਰਦੀਪ ਸਿੰਘ ਨਿੱਜਰ ਦੀ, ਔਰ ਅਮਰੀਕਾ 'ਚ ਵੀ, ਔਰ ਅਸੀਂ ਇਸ 'ਚ ਟੂਗੈਦਰਨੈਸ ਨਾਲ ਕੰਮ ਕਰ ਰਹੇ ਹਾਂ। ਔਰ ਇਸ ਸਾਰੇ ਦੇ ਚੱਲਦੇ ਹਾਂ ਆਲਰੇਡੀ ਬੇਸ਼ੱਕ ਫੈਡਰਲ ਲੈਵਲ ਦੇ ਉੱਤੇ ਯੂਐਸ ਕਾਂਗਰਸ ਔਰ ਯੂਐਸ ਸੈਨੇਟ ਦੇ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਜਿਹੜੇ ਬਿੱਲ ਨੇ ਜਿਨ੍ਹਾਂ ਦੀਆਂ ਇਨੀਸ਼ੀਅਲ ਸਟੇਜਸ 'ਚੋਂ ਗੁਜ਼ਰ ਰਹੇ ਨੇ, ਅਜੇ ਫੁੱਲ ਸਕੇਲ ਜਿਹੜੀ ਹੈ ਸਬਜੈਕਟ ਟੂ ਵੋਟ ਜਾਂ ਉਸ ਦੇ ਉੱਤੇ ਫੋਕਸ ਆਉਣ ਵਾਲੇ ਸ਼ਾਇਦ ਨਵੰਬਰ 'ਚ, ਕਿਉਂਕਿ ਇੱਕ ਵੱਡਾ ਨੰਬਰ ਕਾਂਗਰਸਮੈਨਾਂ ਦਾ ਉਹ ਵੀ ਇਲੈਕਸ਼ਨ 'ਚ ਜਾਂਦਾ ਹੈ, ਇਕੱਲਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨਹੀਂ ਹੁੰਦੀ, 2 ਸਾਲ ਟਰਮ ਹੈ ਕਾਂਗਰਸਮੈਨ ਦੀ। ਸੋ ਅਸੀਂ ਐਕਸਪੈਕਟ ਕਰਦੇ ਹਾਂ ਕਿ ਜਿਹੜਾ ਇਹ ਨਵੀਂ ਕਾਂਗਰਸ ਆਏਗੀ ਜਿਹਦੇ 'ਚ ਬਹੁਤ ਸਾਰੇ ਕੰਟੀਨਿਊ ਹੁੰਦੇ ਨੇ ਕਾਂਗਰਸਮੈਨ, ਕੁਝ ਥਾਵਾਂ ਦੇ ਉੱਤੇ ਨਵੇਂ ਵੀ ਆ ਜਾਂਦੇ ਨੇ। ਔਰ ਇਹਦੇ 'ਚ ਇੱਕ ਜਿਹੜੀ ਐਡੀਸ਼ਨਲ ਸਾਡੇ ਲਈ ਸੈਲੀਬ੍ਰੇਸ਼ਨ ਦੀ ਗੱਲ ਸੀ ਕਿ ਕੈਲੀਫੋਰਨੀਆ ਦੀ ਅਸੈਂਬਲੀ 'ਚ ਬੀਬੀ ਜਸਮੀਤ ਕੌਰ ਬੈਂਸ, ਡਾਕਟਰ ਜਸਮੀਤ ਕੌਰ ਬੈਂਸ ਜਿਹੜੇ ਬੇਕਰਸਫੀਲਡ ਨੂੰ ਰਿਪਰੈਜ਼ੈਂਟ ਕਰਦੇ ਨੇ, ਉਹਨਾਂ ਨੇ ਪਿਛਲੇ ਪੀਰੀਅਡ 'ਚ ਕਾਫੀ ਜਿਹੜੀ ਹੈ ਉਹ ਪ੍ਰੋਐਕਟਿਵ ਲਾਈਨ ਲਈ ਨਵੰਬਰ 84 ਨੂੰ ਜਿਹੜਾ ਰੈਕਗਨਾਈਜ਼ ਕਰਨਾ ਐਜ਼ ਏ ਜਿਹੜਾ ਜੈਨੋਸਾਈਡ। ਫਿਰ ਅਸੀਂ ਦੇਖਦੇ ਹਾਂ ਸਾਕਾ ਨਕੋਦਰ 4 ਫਰਵਰੀ ਦਾ ਦਿਨ ਵੀ ਜਿਹੜਾ ਰੈਕਗਨਾਈਜ਼ ਕੀਤਾ ਗਿਆ, ਔਰ ਵਿਸਾਖੀ ਔਰ ਦੂਸਰੇ ਤਾਂ ਹੈ ਹੀ ਹੈ, ਲੇਕਿਨ ਉਹਨਾਂ ਦੀ ਵੱਡੀ ਸਕਸੈਸ ਸੀ ਜਿਹਦੇ 'ਚ ਉਹਨਾਂ ਨੇ ਪਿਛਲੇ ਸੈਸ਼ਨ ਦੌਰਾਨ ਉਹਨਾਂ ਦੇ ਕੈਲੀਫੋਰਨੀਆ ਅਸੈਂਬਲੀ ਦੇ ਬਿੱਲ ਨੰਬਰ 3027 ਜਿਹੜਾ ਹੈ ਉਹ ਐਡਮਿਟ ਹੀ ਨਹੀਂ ਕੀਤਾ, ਉਸ ਦੇ ਉੱਤੇ ਡਿਬੇਟ ਹੋਈ ਔਰ ਅਸੈਂਬਲੀ ਨੇ ਪਾਸ ਵੀ ਕੀਤਾ, ਜਿਹਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਜਿਹੜਾ ਬਿੱਲ AB 3027 ਸੀ। ਔਰ ਉਹ ਜਦੋਂ ਪਾਸ ਵੀ ਹੋਇਆ ਅਸੈਂਬਲੀ 'ਚ ਅਸੀਂ ਉਸ ਦੇ ਆਡਡ ਕਲੌਜ਼ਸ ਤੇ ਗੱਲ ਕੀਤੀ ਸੀ, ਪਰ ਜਿਹੜੇ ਸਾਡੇ ਨਵੇਂ ਵਿਊਅਰਸ ਜੁੜਦੇ ਨੇ ਉਹਨਾਂ ਦੇ ਜਿਹੜਾ ਗਿਆਨ ਲਈ ਅਸੀਂ ਦੱਸਦੇ ਹੀ ਹੈ ਕਿ ਭਾਈ ਇਸ ਦੀ ਜਿਹੜੀ ਸਪਿਰਿਟ ਸੀ ਇਹ ਸਾਰੇ ਦੀ, ਹਾਲਾਂ ਕਿਉਂਕਿ ਮੁਲਕਾਂ ਦੀ ਫੋਰਨ ਪਾਲਿਸੀ ਨਾਲ ਡੀਲ ਕਰਨਾ, ਇਸ ਲਈ ਜਿਹੜਾ ਇਹ ਇੱਕ ਮੁਲਕ ਤੋਂ ਦੂਜੇ 'ਚ ਜਾ ਕੇ ਮਾਰਨਾ ਹੈ ਕਿਸੇ ਨੂੰ, ਸੋਵਰਨਿਟੀ ਨੂੰ ਵਾਇਲੇਟ ਕਰਨਾ ਹੈ, ਇੰਟਰਨੈਸ਼ਨਲ ਲਾਅ ਨੂੰ ਕਰਨਾ ਹੈ, ਇਹ ਸਟੇਟ ਦਾ ਸਬਜੈਕਟ ਨਹੀਂ ਹੈ, ਇਹ ਫੈਡਰਲ ਹੈ। ਇਸ ਲਈ ਅਲਟੀਮੇਟਲੀ ਲਾਅ ਤਾਂ ਫੈਡਰਲ ਹੀ ਬਣੇਗਾ। ਲੇਕਿਨ ਇਹ ਦੇਖਦਿਆਂ ਹੋਇਆ ਕਿ ਸਿੱਖਾਂ ਦੀ ਇੱਕ ਵੱਡੀ ਪਾਪੂਲੇਸ਼ਨ ਕੈਲੀਫੋਰਨੀਆ 'ਚ ਰਹਿੰਦੀ ਹੈ, ਜਿੰਨੇ ਸਿੱਖ ਅਮਰੀਕਾ 'ਚ ਨੇ 1 ਮਿਲੀਅਨ ਦੇ ਲਗਭਗ, ਉਹਦੇ 'ਚੋਂ ਆਲਮੋਸਟ ਕਲੋਜ਼ ਟੂ ਹਾਫ ਜਿਹੜੇ ਨੇ ਉਹ ਕੈਲੀਫੋਰਨੀਆ 'ਚ ਨੇ। ਔਰ ਕਿਉਂਕਿ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀਆਂ ਥ੍ਰੈਟਸ ਨਿਊਯਾਰਕ 'ਚ ਗੁਰਪਤਵੰਤ ਪੰਨੂ ਮਰਡਰ ਪਲਾਟ ਜਿਹਨੂੰ ਫਾਈਲ ਕੀਤਾ, ਉਸ ਤੋਂ ਬਾਅਦ ਕੈਲੀਫੋਰਨੀਆ 'ਚ ਵੀ ਉਹ ਅੱਡ ਨਾਂ ਵੀ ਸਾਹਮਣੇ ਆਏ ਔਰ FBI ਵੀ ਇਨਵੋਲਵ ਹੋਈ। ਹੁਣ ਵੀ 11 ਅਗਸਤ ਨੂੰ ਜਿਹੜਾ ਅਟੈਕ ਬੇ ਏਰੀਆ ਦੇ ਵਿੱਚ ਹੁੰਦਾ ਹੈ, ਸਤਿੰਦਰਪਾਲ ਸਿੰਘ ਰਾਜੂ, ਉਹ ਵੀ ਕੈਲੀਫੋਰਨੀਆ 'ਚ ਹੈ। ਸੋ ਕੈਲੀਫੋਰਨੀਆ ਦੇ ਸਿਕਿਉਰਿਟੀ ਨਾਲ ਸੰਬੰਧਿਤ ਲੋਕਾਂ ਨੂੰ ਜਿਹੜੇ ਨਾਰਮਲ ਕ੍ਰਾਈਮ ਤਾਂ ਡਿਟੈਕਟ ਕਰਦੇ ਨੇ, ਪਰ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਲੋਕਾਂ ਦੇ ਲਈ ਉਹਨਾਂ ਦੀ ਬੈਕਗਰਾਊਂਡ ਨੂੰ ਸਮਝਣਾ, ਉਹਨਾਂ ਦੇ ਲਈ ਜਿਹੜੇ ਹਾਇਰ ਕੀਤੇ ਜਾਣ, ਉਹ ਇੱਕ
ਵੱਖਰਾ ਸਬਜੈਕਟ ਬਣ ਜਾਂਦਾ। ਸੋ ਇਸ ਬਿੱਲ ਦੇ ਵਿੱਚ ਇੱਕ ਤਾਂ ਇਹ ਸੀ ਕਿ ਵੀ ਜਿੱਥੇ ਰਸ਼ੀਆ ਜਾਂ ਚਾਈਨਾ ਜਾਂ ਈਰਾਨ ਦੇ ਨਾਲ ਭਾਰਤ ਨੂੰ ਵੀ ਸ਼ਾਮਲ ਕੀਤਾ ਗਿਆ ਕਿ ਭਾਈ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਹੈ, ਇੱਕ ਦਾ ਇਹ ਪੱਖ ਸੀ। ਦੂਸਰਾ ਜਿਹੜੇ ਸਿਕਿਉਰਿਟੀ ਵਾਲੇ ਜਾਂ ਦੂਸਰੇ ਨੇ ਉਹਨਾਂ ਦੀ ਟ੍ਰੇਨਿੰਗ ਦੇ ਲਈ ਫੰਡਿੰਗ ਰੱਖੀ ਜਾਏ ਕਿ ਉਹਨਾਂ ਨੂੰ ਇਸ ਲਈ ਟ੍ਰੇਨਡ ਕੀਤਾ ਜਾਣਾ। ਔਰ ਥਰਡਲੀ ਇਹ ਸੀ ਕਿ ਵੀ ਕੈਲੀਫੋਰਨੀਆ ਦੀ ਅਸੈਂਬਲੀ ਔਰ ਕੈਲੀਫੋਰਨੀਆ ਸਟੇਟ ਰੈਕਗਨਾਈਜ਼ ਕਰੇ ਕਿ ਭਾਈ ਕਿਵੇਂ ਇੰਡੀਆ ਵੀ ਉਹਨਾਂ ਮੁਲਕਾਂ ਦਾ ਹਿੱਸਾ ਹੈ ਜਿਹੜੇ ਕਿ ਇਸ ਮੁਲਕ ਦੀ ਸੋਵਰਨਿਟੀ ਨੂੰ ਵਾਇਲੇਟ ਕਰ ਰਹੇ ਨੇ ਔਰ ਇੰਟਰਨੈਸ਼ਨਲ ਲਾਅ ਨੂੰ ਵਾਇਲੇਟ ਕਰ ਰਹੇ ਨੇ। ਸੋ ਇਹ ਉਹਦਾ ਰੂਏ ਰਵਾਂ ਸੀ ਔਰ ਉਹਦੇ ਵਿੱਚ ਸੀ ਕਿ ਬਈ ਇਹ ਜਿਹੜਾ ਇਹ ਬਿੱਲ ਜਿਹੜਾ ਦਿਸ ਬਿੱਲ ਵੁੱਡ ਰਿਕੁਆਇਰ ਦਾ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਥਰੂ ਕੈਲੀਫੋਰਨੀਆ ਸਪੈਸ਼ਲਾਈਜ਼ਡ ਟ੍ਰੇਨਿੰਗ ਇੰਸਟੀਚਿਊਟ and cooperation with the Commission on Peace Office Standards and Training on or before July 1st, 2026 to develop a transnational repression recognition and response training that would include how to identify different tactics of transnational repression and best practices for appropriate local and state law enforcement prevention, reporting and response tactics among others. ਹਾਲਾਂ ਇਸ ਦੇ ਉੱਤੇ FBI ਦੀ ਜਿਹੜੀ ਆ ਹੌਟਲਾਈਨ ਵੀ ਹੈ ਆਲਰੇਡੀ ਫੈਡਰਲ ਲੈਵਲ ਦੇ ਉੱਤੇ ਹੈ। ਹੁਣ ਇਹ ਅਸੈਂਬਲੀ 'ਚ ਪਾਸ ਹੋ ਗਿਆ। ਹਾਲਾਂ ਮੈਨੂੰ ਇਹ ਫੀਅਰ ਸੀ ਕਿ ਜਿਵੇਂ ਕਾਸਟ ਡਿਸਕ੍ਰਿਮੀਨੇਸ਼ਨ ਬਿੱਲ ਨੂੰ ਹਿੰਦੂ ਲੌਬੀ ਨੇ, ਹਿੰਦੂਤਵੀ ਲੌਬੀ ਔਰ ਜਿਨ੍ਹਾਂ ਦੀ ਆਰਗੇਨਾਈਜੇਸ਼ਨਸ ਵੀ ਉਹਨਾਂ ਨੇ ਕੋਈ ਵਰਡ ਮਿੰਸ ਨਹੀਂ ਕੀਤੇ ਹੋਏ, ਕੋਹਾਨਾ ਉਹਨਾਂ ਨੇ ਸੰਸਥਾ ਦਾ ਨਾਂ ਐਬਰੀਵੇਸ਼ਨ ਹੈ, ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ। ਸੋ ਅਸੀਂ ਜੇ ਹਿੰਦੂ ਤੋਂ ਵੀ ਨਾ ਕਿਹਾ ਕਿ ਹਿੰਦੂ ਵੀ ਕਹੀਏ ਤੇ ਉਹ ਫਿੱਟ ਹੁੰਦਾ ਹੈ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਕਿਹਾ ਹੀ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ। ਸੋ ਇਹਨਾਂ ਨੇ ਜਿਹੜੀ ਕਾਸਟ ਡਿਸਕ੍ਰਿਮੀਨੇਸ਼ਨ ਹੈ ਕਿ ਭਾਈ ਦਲਿਤਸ ਨੂੰ ਵੀ ਉਵੇਂ ਹੀ ਜਿਹੜਾ ਰੇਸਿਜ਼ਮ ਦਾ ਸ਼ਿਕਾਰ ਹਾਈ ਕਾਸਟ ਹਿੰਦੂਆਂ ਵੱਲੋਂ ਬਣਾਇਆ ਜਾਂਦਾ ਜਿਵੇਂ ਕਿਸੇ ਜ਼ਮਾਨੇ 'ਚ ਅਫਰੀਕਨ ਅਮਰੀਕਨਸ ਨੂੰ ਜਿਹੜਾ ਟ੍ਰੀਟ ਕੀਤਾ ਜਾਂਦਾ ਸੀ। ਔਰ ਉਹ ਅਸੈਂਬਲੀ 'ਚ ਵੀ ਪਾਸ ਹੋ ਗਿਆ ਕੈਲੀਫੋਰਨੀਆ ਦੀ, ਉਹ ਸੈਨੇਟ 'ਚ ਵੀ ਪਾਸ ਹੋ ਗਿਆ। ਪਰ ਇਹਨਾਂ ਨੇ ਇਸ ਹਿੰਦੂ ਤਵੀਆਂ ਨੇ ਉਸ ਨੂੰ ਗਵਰਨਰ ਤੋਂ ਵੀਟੋ ਕਰਾ ਦਿੱਤਾ। ਸੋ ਮੈਨੂੰ ਲੱਗਦਾ ਸੀ ਵੀ ਇਹ ਵੀ ਅਲਟੀਮੇਟਲੀ ਵੀਟੋ ਤਾਂ ਹੋਏਗਾ, ਪਰ ਜਿਵੇਂ ਪਹਿਲਾ ਕਾਸਟ ਵਾਲਾ ਸੈਨੇਟ 'ਚ ਪਾਸ ਹੋ ਗਿਆ ਸੀ, ਹੁਣ ਇਸ ਵਾਰ ਇਹਨਾਂ ਨੇ ਹਿੰਦੂਆਂ ਨੇ ਇੱਕ ਸਟੈਪ ਅੱਗੇ ਜਾਂਦਿਆਂ ਜਿਹੜੀ ਲੌਬੀ ਕੀਤੀ ਉਹਦੇ 'ਚ ਉਹਨਾਂ ਨੇ ਇਸ ਨੂੰ ਸੈਨੇਟ ਦੇ ਵਿੱਚ ਕਿਲ ਕਰ ਦਿੱਤਾ ਹੈ। ਔਰ ਉਹਦੇ 'ਚ ਇਹ ਸਾਨੂੰ ਇਨਸਾਈਡ ਸਟੋਰੀ ਦਾ ਪਤਾ ਹੈ ਵੀ ਗਵਰਨਰ ਦੇ ਆਫਿਸ ਨੂੰ ਇਨਫਲੂਐਂਸ ਕੀਤਾ ਗਿਆ, ਉਹਦੇ ਰਾਹੀਂ ਸੈਨੇਟ ਦੀ ਹੁੰਦਾ ਇਹ ਹੈ ਕਿ ਵੀ ਤੁਸੀਂ ਐਪਰੋਪ੍ਰੀਏਸ਼ਨ ਕਮੇਟੀ ਦੇ ਸਾਹਮਣੇ ਭੇਜ ਦਿਓ, ਇਹਦਾ ਮਤਲਬ ਹੁੰਦਾ ਵੀ ਬਿੱਲ ਡੈਡ ਹੋਇਆ। ਪਰ ਜਿਹੜੀ ਇਸ ਸਾਰੇ ਦੇ ਲਈ ਇਹਨਾਂ ਨੇ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਨੇ ਲੌਬੀ ਕੀਤੀ, ਜਿਹੜਾ ਇਹਨਾਂ ਨੇ ਇੱਕ ਲੈਟਰ ਜਾਰੀ ਕੀਤਾ ਜਿਸ ਦੇ ਉੱਤੇ ਸੁਧਾ ਜਗਨਨਾਥਨ ਇਹ ਜਿਹੜੀ ਹੈ ਮੈਂਬਰ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ, ਉਹਦੇ 'ਚ ਉਹਨਾਂ ਨੇ ਸਿੱਖਾਂ ਦੇ ਖਿਲਾਫ ਪੂਰੀ ਨਫ਼ਰਤ ਦਾ ਇਜ਼ਹਾਰ ਕੀਤਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਦੇਖੋ ਭਾਰਤ ਜਿਹੜਾ ਹੈ ਇਹ ਸਾਡੇ ਨਾਲ ਇਹ ਜਿਹੜਾ ਜਸਮੀਤ ਬੈਂਸ ਨੇ ਬਿੱਲ ਲਿਆਂਦਾ ਇਹ ਫੈਡਰਲ ਲਾਅ ਨੂੰ ਜਿਹੜਾ ਕਿ ਟਰਾਂਸਨੈਸ਼ਨਲ ਐਗਰੈਸ਼ਨ ਹੈ ਚਾਈਨਾ, ਈਰਾਨ ਔਰ ਰਸ਼ੀਆ ਕਰਦੇ ਨੇ ਉਹਦੇ 'ਚ ਭਾਰਤ ਨੂੰ ਵੀ ਸ਼ਾਮਲ ਕਰਨਾ ਹੈ। ਭਾਰਤ ਨੂੰ ਖਾਮਖਾ ਇਸ ਕੈਟਾਗਰੀ 'ਚ ਘੜੀਸਣਾ ਸੀ। ਭਾਰਤ ਇੱਕ ਜਮਹੂਰੀ ਮੁਲਕ ਹੈ ਔਰ ਅਮਰੀਕਾ ਦਾ ਬਹੁਤ ਜਿਹੜਾ ਉਹ ਇਤਬਾਰਯੋਗ ਸਾਥੀ ਹੈ ਇੰਡੋ ਪੈਸੀਫਿਕ ਰੀਜਨ ਦੇ ਵਿੱਚ। ਇਹ ਜਿਹੜਾ ਬਿੱਲ ਹੈ ਇੰਡੀਆ ਦੇ ਰੋਲ ਨੂੰ ਗਲੋਬਲ ਸਟੇਜ ਦੇ ਉੱਤੇ ਗਲਤ ਬਿਆਨਦਾ ਹੈ ਔਰ ਜਿਹੜੀ ਅਮਰੀਕਾ ਦੀ ਸਟ੍ਰੈਟੇਜਿਕ ਫੋਰਨ ਪਾਲਿਸੀ ਆਬਜੈਕਟਿਵ ਹੈ ਉਹਨੂੰ ਵੀ ਹਾਰਮ ਕਰਦਾ ਹੈ ਕਿਉਂਕਿ ਇਹ ਇੰਡੀਆ ਦੇ ਨਾਲ ਜਿਹੜੀ ਕਲੋਜ਼ਨੈਸ ਹੈ ਉਹਨੂੰ ਹਾਰਮ ਕਰਦਾ ਹੈ। ਔਰ ਇੰਡੀਆ ਨੂੰ ਅਲੋਂਗਸਾਈਡ ਆਟੋਕ੍ਰੈਟਿਕ ਰਜੀਮਸ ਲਾਈਕ ਚਾਈਨਾ, ਈਰਾਨ ਐਂਡ ਰਸ਼ੀਆ ਇਸ ਬਿੱਲ ਰਾਹੀਂ ਲਿਆਉਣਾ ਇਹ ਬੜਾ ਡੈਮੇਜਿੰਗ ਮੈਸੇਜ ਹੈ ਜਿਹੜਾ ਕਿ ਫੈਡਰਲ ਗਵਰਨਮੈਂਟ ਦੇ ਐਫਰਟ ਕਿ ਉਹ ਭਾਰਤ ਦੇ ਨਾਲ ਬਹੁਤ ਚੰਗੇ ਸੰਬੰਧ ਚਾਹੁੰਦੇ ਨੇ ਉਹਨਾਂ ਦਾ ਬੇੜਾ ਗਰਕ ਕਰਦਾ। ਫਿਰ ਉਹਨਾਂ ਨੇ ਕਿਹਾ ਜੀ ਹਿੰਦੂ ਕੈਲੀਫੋਰਨੀਅਨਸ ਆਲਸੋ ਸੀ AB 3027 ਐਜ਼ another hidden way to drive hate against Hindus by misusing and co-opting the language of human rights ਕਿ ਇਹ ਤਾਂ ਹਿੰਦੂਆਂ ਦੇ ਖਿਲਾਫ ਨਫ਼ਰਤ ਫੈਲਾਉਣ ਦੀ ਲਾਈਨ ਹੈ ਔਰ ਇਸ ਨੂੰ ਸਪਾਂਸਰ ਕਰਨ ਵਾਲੇ ਉਹੀ ਲੋਕ ਨੇ ਜਿਨ੍ਹਾਂ ਨੇ ਕਾਸਟ ਬਿੱਲ ਵੀ ਜਿਹੜਾ ਇੰਟਰੋਡਿਊਸ ਕੀਤਾ ਸੀ ਜਿਸ ਨੂੰ ਗਵਰਨਰ ਨਿਊਸਮ ਨੇ ਬਾਅਦ ਦੇ ਵਿੱਚ ਵੀਟੋ ਕੀਤਾ। ਹੁਣ ਇਹ ਕਹਿ ਕੇ ਫਿਰ ਉਹਨਾਂ ਨੇ ਜਿਹੜੀਆਂ ਨੇ 7 ਹੈਡਲਾਈਨਸ ਦੇ ਥੱਲੇ ਇਸ ਕਿਸਮ ਦਾ ਗਲਤ ਜਿਹੜਾ ਪ੍ਰੋਪੇਗੈਂਡਾ ਕੀਤਾ। ਪਹਿਲਾ ਉਹਨਾਂ ਨੇ ਕਿਹਾ ਐਂਟੀ ਇੰਡੀਆ ਹੇਟ ਯੂਜ਼ਡ ਐਜ਼ ਕਵਰ
ਫਾਰ ਐਂਟੀ ਹਿੰਦੂ ਹੇਟ ਕਿ ਇਹ ਇਨਫੈਕਟ ਐਂਟੀ ਇੰਡੀਆ ਨਹੀਂ ਹੈ ਬਿੱਲ, ਇਹ ਤਾਂ ਐਂਟੀ ਹਿੰਦੂ ਹੈ। ਇਹ ਤਾਂ ਇਹਦੇ ਚੋਂ ਹਿੰਦੂਆਂ ਦੇ ਖਿਲਾਫ ਇਹ ਬੜਾ ਵਰੀਸਮ ਟ੍ਰੈਂਡ ਹੈ। ਕੈਲੀਫੋਰਨੀਆ 'ਚ ਬੜਾ ਹਿੰਦੂ ਫੋਬੀਆ ਹੋ ਗਿਆ ਹੈ ਔਰ ਇਹ ਸਾਡੇ ਮੰਦਰਾਂ ਤੇ ਹਮਲੇ ਹੋਏ, ਹਿੰਦੂਆਂ ਦੇ ਉੱਤੇ ਹਮਲੇ ਹੋ ਰਹੇ ਨੇ ਔਰ ਇਹ ਸ਼ੋਅ ਕਰਦਾ ਵੀ ਜਿਹੜੀ ਐਂਟੀ ਇੰਡੀਆ ਪੋਲੀਟੀਕਲ ਸਪੀਚ ਹੈ ਜਾਂ ਕਾਨੂੰਨ ਨੇ ਇਹ ਤਾਂ ਇਨਫੈਕਟ ਡਾਇਸਪੋਰਾ ਹਿੰਦੂਆਂ ਨੂੰ ਟਾਰਗੇਟ ਕਰਨ ਦਾ ਔਰ ਇਹ ਇਸ ਤੋਂ ਸਾਨੂੰ ਇਹ ਨਜ਼ਰ ਆਉਂਦਾ ਹੈ ਕਿ ਕਿਵੇਂ ਜਿਹੜਾ ਹਿੰਦੂਆਂ ਨੂੰ ਉਹਨਾਂ ਨੇ ਹਮਲਿਆਂ ਦਾ ਸ਼ਿਕਾਰ ਬਣਾਇਆ ਹੋਇਆ ਐਂਟੀ ਇੰਡੀਆ ਹਵਾਲੇ ਨਾਲ। Many of these attacks are perpetrated by a group of extremists known as Khalistanis. ਹੁਣ ਇੱਕ ਵੀ ਕਨਵਿਕਸ਼ਨ ਨਹੀਂ ਹੈ, ਇੱਕ ਵੀ ਕੇਸ ਐਸਾ ਨਹੀਂ ਹੈ ਜਿਹਦੇ 'ਚ ਪ੍ਰੂਵ ਹੋਏ ਕਿ ਕਿਸੇ ਸਿੱਖ ਨੇ ਕੀਤਾ, ਪਰ ਇਹ ਖੁੱਲ੍ਹੇਆਮ ਅਸੀਂ ਤਾਂ ਹਿੰਦੂ ਲਫ਼ਜ਼ ਕਹਿਣ ਤੋਂ ਵੀ ਜੱਕਦੇ ਹਾਂ ਕਿ ਬਈ ਇਹ ਨਾ ਲੱਗੇ ਵੀ ਹਿੰਦੂਆਂ ਦੇ ਖਿਲਾਫ ਹੈ, ਇਸ ਤਾਂ ਹਿੰਦੂ ਤਵੀ ਕਹਿਣ। ਉਹ ਤਾਂ ਤੁਹਾਨੂੰ ਸਾਰਿਆਂ ਨੂੰ ਖਾਲਿਸਤਾਨੀ ਬ੍ਰਾਂਡ ਕਰਕੇ ਜਿਹੜਾ ਉਹ ਨਫ਼ਰਤ ਫੈਲਾ ਰਹੇ ਨੇ। ਉਹਨਾਂ ਨੇ ਕਿਹਾ ਜੀ ਇਹ ਜਿਹੜੀਆਂ ਬਹੁਤ ਗੰਭੀਰ ਘਟਨਾਵਾਂ ਨੇ ਖਾਲਿਸਤਾਨੀ ਐਕਸਟ੍ਰੀਮਿਸਟ ਨੇ ਕੀਤੀਆਂ, ਪਰ ਇਹਨਾਂ ਨੂੰ ਜਿਹੜੀਆਂ ਅਮਰੀਕਾ ਦੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਨੇ ਕਦੇ ਪਨਿਸ਼ ਨਹੀਂ ਕੀਤਾ। ਇਹ ਉਹਨਾਂ ਦਾ ਪਹਿਲਾ ਜਿਹੜਾ ਉਹਨਾਂ ਨੇ ਟਾਈਟਲ ਦੇ ਕੇ ਇਹਦੀ ਵਿਆਖਿਆ। ਦੂਸਰਾ ਹੇਟ ਕ੍ਰਾਈਮ ਸਟੈਟਿਸਟਿਕਸ, ਉਹ ਜਾਲੀ ਜੇ ਕਿ ਜੀ ਹਿੰਦੂਆਂ ਦੇ ਖਿਲਾਫ ਇੰਨੇ ਕ੍ਰਾਈਮ ਹੋ ਗਏ, ਇੰਨੇ ਹੋ ਰਹੇ ਨੇ ਔਰ ਇਸ ਨੂੰ ਜਿਹੜੇ ਨੇ ਹਿੰਦੂਆਂ ਨੂੰ ਫਿਰ ਵੀ ਟਾਰਗੇਟ ਬਣਾਇਆ ਜਾ ਰਿਹਾ। ਫਿਰ ਇਹ ਹੈ ਜੀ ਕਿ ਲੈਕ ਆਫ ਐਕਸ਼ਨ ਕਿ ਅਗਸਤ 2022 ਚ ਹਿੰਦੂ ਬੰਦੇ ਨੂੰ ਫਰੀਮੌਂਟ ਟਾਕੋ ਬੈਲ ਦੇ ਉੱਤੇ ਇੱਕ ਹੋਰ ਬੰਦੇ ਨੇ ਜਿਹੜਾ ਖਾਲਿਸਤਾਨੀ ਆਈਡੀਓਲੋਜੀ ਤੋਂ ਇਨਸਪਾਇਰ ਸੀ ਉਹਦੇ ਤੇ ਹਮਲਾ ਕੀਤਾ ਸੀ। ਇਸ ਕੇਸ ਦੀ ਬੜੀ ਚਰਚਾ ਹੋਈ ਲੋਕਲ ਔਰ ਦੂਜੇ 'ਚ, ਪਰ ਇਸ ਦੇ ਬਾਵਜੂਦ ਕੋਈ ਵੀ ਜਿਹੜਾ ਇਹ ਕਾਰਵਾਈ ਕਰਨ ਵਾਲਾ ਖਾਲਿਸਤਾਨੀ ਸੀ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹ ਆਪਣੇ ਆਪ 'ਚ ਇਕੱਲੀ ਘਟਨਾ ਨਹੀਂ ਹੈ ਔਰ 2023 ਦੇ ਵਿੱਚ ਖਾਲਿਸਤਾਨੀਆਂ ਨੇ 2 ਵਾਰ ਇੰਡੀਅਨ ਕੌਂਸੂਲੇਟ ਨੂੰ ਸੈਨ ਫਰਾਂਸਿਸਕੋ 'ਚ ਅਟੈਕ ਕੀਤਾ, ਈਵਨ ਉਹਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਦੇ ਖਿਲਾਫ ਵੀ ਕੋਈ ਕਾਰਵਾਈ ਨਹੀਂ ਹੋਈ। ਔਰ ਇਹ ਜਿਹੜੇ ਹਿੰਦੂ ਇਹ ਸਮਝਦੇ ਨੇ, ਹਿੰਦੂਜ਼ ਕੁਆਇਟ ਰਾਈਟਲੀ ਫੀਅਰ that in future those attempting to secure justice for such acts will also be targeted and silenced by bills like AB 3072 ਕਿ ਜੀ ਜੇ ਬਿੱਲ ਪਾਸ ਹੋ ਗਿਆ ਤੇ ਇਹ ਜਿਹੜੇ ਇਹਨਾਂ ਘਟਨਾਵਾਂ ਦੀ ਸ਼ਿਕਾਇਤ ਕਰਦੇ ਨੇ ਉਹਨਾਂ ਤੇ ਵੀ ਹਮਲੇ ਹੋਣਗੇ। ਫਿਰ ਉਹ ਕਹਿੰਦੇ ਨੇ ਜੀ ਅਸੀਂ ਇਹ ਤੁਹਾਨੂੰ ਕਹਿਣਾ ਚਾਹੁੰਦੇ ਹਾਂ, ਚੌਥਾ ਨੁਕਤਾ ਸਟ੍ਰੈਟੇਜਿਕ ਪਾਰਟਨਰਸ਼ਿਪ ਵਿਦ ਇੰਡੀਆ ਕਿ ਅਮਰੀਕਾ ਤਾਂ ਬਹੁਤ ਡੂੰਘੀ ਪਾਰਟਨਰਸ਼ਿਪ ਕਰ ਰਿਹਾ ਇੰਡੀਆ ਨਾਲ, ਇੰਡੀਆ ਪੈਸੀਫਿਕ ਦੇ ਵਿੱਚ, ਔਰ ਇਹ ਜਿਹੜਾ ਕਾਨੂੰਨ ਬਿੱਲ ਲਿਆਂਦਾ ਗਿਆ ਹੈ ਇਹ ਤਾਂ ਉਹਨਾਂ ਸਾਰੇ ਯਤਨਾਂ ਨੂੰ ਜਿਹੜਾ ਬਹੁਤ ਵੱਡੀ ਸੱਟ ਮਾਰੇਗਾ ਔਰ ਇਹ ਅਮਰੀਕਾ ਦਾ ਨੁਕਸਾਨ ਹੋਏਗਾ। ਫਿਰ ਪੰਜਵਾਂ ਇਕਨੋਮਿਕ ਐਂਡ ਸਿਕਿਉਰਿਟੀ ਇੰਟਰਸਟ ਕਿ ਵੀ ਭਾਰਤ ਦੇ ਨਾਲ ਸੰਬੰਧ ਬਣਾਉਣੇ ਅਮਰੀਕਾ ਦੇ ਬੈਸਟ ਇੰਟਰਸਟ ਨੇ, ਇਕਨੋਮਿਕਲੀ ਵੀ, ਆਰਥਿਕ ਤੌਰ ਤੇ ਔਰ ਸਟ੍ਰੈਟੇਜਿਕਲੀ ਵਿਉਂਤਬੰਦਕ ਤੌਰ ਤੇ ਵੀ। This bill could jeopardize ongoing and future collaborations, investments and partnerships that are vital for the prosperity and security of both nations. कि जी ये तो बहुत बड़े आर्थिक और विਉਂਤਬੰਦਕ हार्म भी करेगा। फिर है कि जी मिस रिप्रेजेंटेशन ऑफ फैक्ट, देखो भारत बारे कितना गलत है किया गया कि भारत ट्रांसनैशनल एग्रेशन कर रहा है। इंडिया का ट्रैक रैकड जिहड़ा इंटरनेशनल लैवल के उत्ते ਉਹ ਬਹੁਤ ਵਧੀਆ ਹੈ, ਇਹਨੂੰ ਭਾਰਤ ਨੂੰ ਚੀਨ, ਈਰਾਨ, ਰਸ਼ੀਆ ਨਾਲ ਨਹੀਂ ਕੰਪੇਅਰ ਕੀਤਾ ਜਾ ਸਕਦਾ। ਇਹ ਜਿਹੜਾ ਇੱਕੋ ਬਰਸ਼ ਦੇ ਨਾਲ ਤੁਸੀਂ ਸਾਰੇ ਮੁਲਕਾਂ ਨੂੰ ਪੇਂਟ ਨਹੀਂ ਕਰ ਸਕਦੇ। ਫਿਰ ਪਾਲਿਸੀ ਇਨਕਨਸਿਸਟੈਂਸੀ ਕਿ ਵੀ ਇਹ ਜਿਹੜਾ ਬਿੱਲ ਹੈ 3027 appears to be an attempt to circumvent established federal law and foreign policy ਕਿ ਜੀ ਜਿਹੜਾ ਫੈਡਰਲ ਲਾਅ ਦੇ ਵਿੱਚ ਇਹ ਜਿਹੜੀ ਹੈ ਦਖਲ ਅੰਦਾਜ਼ੀ ਹੈ ਕਿਉਂਕਿ ਇਹ ਤਾਂ ਸਟੇਟ ਦਾ ਸਬਜੈਕਟ ਹੀ ਨਹੀਂ ਹੈ ਔਰ ਇਸ ਦੇ ਪਿੱਛੇ ਜਿਹੜੀ ਇੰਟੈਂਟ ਹੈ ਉਹ ਬਹੁਤ ਮਾੜੀ ਹੈ। ਫਿਰ ਇਹਨੇ ਕਨਕਲੂਡ ਕੀਤਾ ਹਿੰਦੂਜ਼ ਇਨ ਕੈਲੀਫੋਰਨੀਆ ਆਰ ਐਕਸਟ੍ਰੀਮਲੀ ਕੰਸਰਨਡ that AB 3027 couched in the language of US fundamental rights is really an attempt to silence anyone speaking out on Khalistani violence and threats in the state of। ਉਹਨੇ ਕਿਹਾ ਜੀ ਇਹ ਬਿੱਲ ਦਾ ਮਕਸਦ ਹੀ ਇਹ ਹੈ ਕਿ ਜਿਹੜਾ ਹਿੰਦੂ ਖਾਲਿਸਤਾਨ ਦੇ ਖਿਲਾਫ ਬੋਲੇ ਉਹਦਾ ਮੂੰਹ ਬੰਦ ਕਰ ਦਿਓ। ਜੇ ਬਿੱਲ ਪਾਸ ਹੋ ਗਿਆ, if passed, this bill will silence the victims while enabling the perpetrators of hate crimes in California। ਔਰ ਅਸੀਂ ਇਹ ਮੰਗ ਕਰਦੇ ਹਾਂ ਕਿ ਵੀ ਇਹ ਇਸ ਬਿੱਲ ਨੂੰ ਰਿਜੈਕਟ ਕੀਤਾ ਜਾਏ ਔਰ ਇਸ 'ਚ ਇਹ ਉਹਨਾਂ ਦੀ ਇਸ ਤੇ ਬੇਸਡ ਉਹਨਾਂ ਨੇ ਸਟਰੋਂਗ ਲੌਬੀ ਕੀਤੀ। ਗਵਰਨਰ ਨੂੰ ਕਿਵੇਂ ਜਿਹੜਾ ਪ੍ਰਭਾਵਿਤ ਕੀਤਾ ਉਹ ਅਸੀਂ ਹੁਣ ਕਹਿਣਾ ਨਹੀਂ ਚਾਹੁੰਦੇ ਵੀ ਇਹ ਜਿਹੜਾ ਖੁੱਲ੍ਹ ਕੇ ਉਹਨਾਂ ਦਾ ਔਰ ਇਸ ਦੇ ਉੱਤੇ
ਸਾਡੇ ਇੱਕ ਨੌਜਵਾਨ ਵੀਰ ਨੇ ਸਾਨੂੰ ਕੁਝ ਸੇਲੈਂਟ ਪੁਆਇੰਟ ਵੀ ਭੇਜੇ ਸੀ। ਮੈਂ ਵਕਤ ਕਰਕੇ ਸਾਰੇ ਤਾਂ ਨਹੀਂ ਡਿਸਕਸ ਕਰ ਸਕਦਾ, ਪਰ ਉਹਨਾਂ ਨੇ ਇਹ ਕਿਹਾ ਕਿ ਵੀ ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਵੀ ਹੁਣ ਭਾਰਤ ਦਾ ਆਪਣੇ ਇਸ ਕਿਸਮ ਦੇ ਟਾਊਟਸ ਰਾਹੀਂ ਜਾਂ ਹਿੰਦੂ ਤਵੀਆਂ ਰਾਹੀਂ ਕਿੰਨਾ ਇਨਫਲੂਐਂਸ ਹੈ ਕਿ ਉਹ US ਦੇ ਕਾਨੂੰਨ ਨੂੰ ਵੀ ਪ੍ਰਭਾਵਿਤ ਕਰਦੇ ਨੇ। ਔਰ ਇਸ ਵੇਲੇ ਜਿਹੜੇ ਹਾਈ ਪ੍ਰੋਫਾਈਲ ਸਿੱਖ ਐਕਟਿਵਿਸਟ ਨੇ ਉਹ ਅੰਡਰ ਥ੍ਰੈਟ ਨੇ। ਪ੍ਰੋਕਸੀ ਗਰੁੱਪ ਜਿਹੜੇ ਨੇ ਉਹ ਬਲੌਕ ਕਰ ਰਹੇ ਨੇ US ਸਿਵਲ ਰਾਈਟਸ ਪ੍ਰੋਟੈਕਸ਼ਨ ਜਿਹੜੀ ਇਸ ਬਿੱਲ ਦੇ ਥੱਲੇ ਸਾਨੂੰ ਮਿਲਣੀ ਸੀ। ਔਰ ਇਹ ਜਿਹੜੇ ਇਨਫਲੂਐਂਸ਼ੀਅਲ ਇੰਡੀਅਨ ਅਮਰੀਕਨ ਡੋਨਰ ਨੇ, ਪ੍ਰੋਮੀਨੈਂਟ ਡੋਨਰਸ ਜਿਹੜੇ ਫੰਡ ਕਰਦੇ ਨੇ ਕਾਂਗਰਸਮੈਨਾਂ ਔਰ ਦੂਸਰਿਆਂ ਨੂੰ, ਅਜੇ ਜੈਨ ਪਟੋਰੀਆ, ਰਮੇਸ਼ ਕਪੂਰ, ਉਹਨਾਂ ਨੇ ਆਪਣਾ ਇਨਫਲੂਐਂਸ ਯੂਜ਼ ਕੀਤਾ ਹੈ US ਪੋਲੀਟੀਸ਼ੀਅਨਸ ਦੇ ਉੱਤੇ, ਗਵਰਨਰਸ ਦੇ ਉੱਤੇ ਇਸ ਬਿੱਲ ਨੂੰ ਜਿਹੜਾ ਹੈ ਉਹ ਰੁਕਵਾਉਣ ਦੇ ਲਈ। ਇਸੇ ਤਰ੍ਹਾਂ ਜਿਹੜਾ ਉਹਨਾਂ ਨੇ ਇਹ ਅਸੈਂਬਲੀ ਬਿੱਲ ਨੂੰ ਸਟਾਲ ਕਰਵਾ ਦਿੱਤਾ ਹੈ, ਜਿਹਦੇ ਥੱਲੇ ਸਾਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਚੋਂ ਥੋੜ੍ਹੀ ਬਹੁਤ ਰਾਹਤ ਜਾਂ ਇਸ ਬਿੱਲ ਨੇ ਸੇਫਗਾਰਡ ਕਰਨਾ ਸੀ ਅਮਰੀਕਨਾਂ ਨੂੰ ਹਰਾਸਮੈਂਟ ਔਰ ਇੰਟੀਮੀਡੇਸ਼ਨ ਤੋਂ। ਔਰ ਇਹਦਾ ਵਾਈਡਰ ਇੰਪੈਕਟ ਸਿਵਲ ਲਿਬਰਟੀਜ਼ ਦੇ ਉੱਤੇ US ਦੇ ਵਿੱਚ ਇਹ ਹੈ ਕਿ ਇੰਡੀਅਨ ਇਨਫਲੂਐਂਸ ਇਜ਼ ਨਾਟ ਜਸਟ ਅਬਾਊਟ ਸਿੱਖ ਐਕਟਿਵਿਸਟ, ਇਟ ਇਜ਼ ਅਬਾਊਟ ਪ੍ਰੋਟੈਕਟਿੰਗ ਆਲ ਅਮਰੀਕਨ ਰਾਈਟਸ ਫਰੋਮ ਫੋਰਨ ਇੰਟਰਫੇਰੈਂਸਿਸ। ਲੇਕਿਨ ਇੰਡੀਅਨ ਇਨਫਲੂਐਂਸ ਜਿਹੜਾ ਹੈ ਇਸ ਨੂੰ ਨੈਗੇਟ ਕਰ ਰਿਹਾ ਹੈ ਔਰ ਇਸ ਵੇਲੇ ਬੜਾ ਜ਼ਰੂਰੀ ਹੈ। ਉਹਨਾਂ ਨੇ ਇਹ ਕਿਹਾ ਕਿ ਭਾਈ ਅਸੀਂ ਸਿੱਖ ਸੁੱਤੇ ਨਾ ਰਹੀਏ। ਕਾਲ ਟੂ ਐਕਸ਼ਨ ਫॉर ਸਿੱਖ ਐਂਡ ਅਦਰ ਮਾਈਨੋਰਿਟੀ ਕਮਿਊਨਿਟੀਜ਼। Sikh and minority communities must raise awareness and push lawmakers to pass necessary protections। ਇਸ ਦੇ ਉੱਤੇ ਕੰਮ ਹੋਣਾ ਚਾਹੀਦਾ ਹੈ। ਇਹ ਇਕੱਲਾ ਇਹ ਨਹੀਂ ਹੈ ਵੀ US ਇੰਡੀਆ ਰਿਲੇਸ਼ਨਸ਼ਿਪ ਨਾਲ ਜੁੜੀ ਹੋਈ ਗੱਲ ਹੈ, ਪਰ ਇਹ ਸਾਰੇ ਅਮਰੀਕਨ ਸ਼ਹਿਰੀਆਂ ਲਈ ਸਿਵਲ ਲਿਬਰਟੀਜ਼ ਔਰ ਡੈਮੋਕ੍ਰੈਟਿਕ ਫਰੀडम्स ਦੀ ਵੀ ਗੱਲ ਹੈ ਔਰ ਇਹ ਸਾਨੂੰ ਪ੍ਰੋਐਕਟਿਵ ਲੌਬੀ ਕਰਨ ਦੀ ਲੋੜ ਹੈ। ਸੋ ਇਹ ਨਜ਼ਰ ਆ ਰਿਹਾ ਕਿ ਭਾਈ ਪੈਸਾ ਕਿੰਨਾ ਵੱਡਾ ਰੋਲ ਪਲੇ ਕਰਦਾ ਹੈ ਔਰ ਦੁਸ਼ਮਣ ਸਾਡਾ ਕਿਸ ਹੱਦ ਤੱਕ ਜਾ ਕੇ ਈਵਨ ਇਹਨਾਂ ਮੁਲਕਾਂ ਦੇ ਵਿੱਚ ਵੀ ਜਿਹੜੇ ਸਾਡੀਆਂ ਸਿਵਲ ਲਿਬਰਟੀਜ਼ ਨੇ ਜਾਂ ਫੰਡਾਮੈਂਟਲ ਰਾਈਟਸ ਨੇ ਉਹਨਾਂ ਦੇ ਉੱਤੇ ਜਿਹੜਾ ਹੈ ਉਹ ਅਟੈਕ ਕਰ ਰਿਹਾ ਹੈ ਔਰ ਇਹ ਸਾਨੂੰ ਵੀ ਜਾਗਣ ਦੀ ਲੋੜ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲ ਐਂਡ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੇ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ, ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਜੋ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ, ਇਸ ਸਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ 1 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਇਹ 14ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਪ੍ਰਸਤੀ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਇਸ ਨਗਰ ਕੀਰਤਨ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ।
ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਦੇ ਹੁੰਦਿਆਂ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਰਹੇ ਲੈਫਟੀਨੈਂਟ ਜਨਰਲ HR ਮੈਕਮਸਟਰ ਦੀ ਇੱਕ ਕਿਤਾਬ ਮਾਰਕੀਟ ਵਿੱਚ ਆ ਰਹੀ ਹੈ। ਇਸ ਦੇ ਕੁਝ ਅੰਸ਼ ਮੀਡੀਆ ਵਿੱਚ ਆਏ ਨੇ। ਸੋ ਜਨਰਲ ਮੈਕਮਸਟਰ ਅਨੁਸਾਰ 2017 ਵਿੱਚ ਚੀਨ ਵੱਲੋਂ ਡੋਕਲਾਮ ਤੇ ਕੀਤੇ ਹਮਲੇ ਤੋਂ ਬਾਅਦ ਘਬਰਾਏ ਹੋਏ ਭਾਰਤ ਨੇ ਅਮਰੀਕਾ ਨਾਲ ਜਾਰੀ ਪਾਉਣ ਦਾ ਫੈਸਲਾ ਕੀਤਾ ਹੈ। ਸੋ ਹਕੀਕਤ ਵਿੱਚ ਭਾਰਤ ਅਮਰੀਕਾ ਦੋਸਤੀ ਤੋਂ ਘਬਰਾਉਂਦਾ ਵੀ ਹੈ, ਪਰ ਉਸ ਕੋਲ ਹੋਰ ਕੋਈ ਦੂਸਰੀ ਚੁਆਇਸ ਵੀ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ ਜਿਹੜਾ ਸਾਡਾ ਸੈਗਮੈਂਟ ਸੀ, ਖਾਸ ਤੌਰ ਤੇ ਲੀਡ ਸੈਗਮੈਂਟ, ਕਿ ਕਿਵੇਂ 3 ਮੁਲਕਾਂ ਦੇ 5 ਵੱਡੇ ਡਿਸਟਿੰਗੁਇਸ਼ਡ ਲੋਕਾਂ ਨੇ, ਜਿਨ੍ਹਾਂ ਦੇ ਵਿੱਚ ਬੰਗਲਾਦੇਸ਼ ਔਰ ਨੇਪਾਲ ਦੀ ਖਾਸ ਅਹਿਮੀਅਤ ਸੀ ਕਿ ਵੀ ਉਹਨਾਂ ਨੇ, ਬੰਗਲਾਦੇਸ਼ ਨੇ ਵੀ ਔਰ ਨੇਪਾਲ ਨੇ ਵੀ, ਉਹਨਾਂ ਨੇ ਕਿਵੇਂ ਇੰਡੀਆ ਨੇ ਬਲੌਕੇਡ ਕੀਤਾ 2015 'ਚ ਨੇਪਾਲ ਨੂੰ ਸਬਕ ਸਿਖਾਉਣ ਦੇ ਲਈ, ਬੰਗਲਾਦੇਸ਼ ਨੇ ਕਿ ਕਿਵੇਂ ਉਹਨਾਂ ਨੇ ਉਹਨਾਂ ਦੀ ਟੈਰੀਟਰੀ ਤੇ ਕੰਟਰੋਲ ਕਰਕੇ ਆਪਣੀਆਂ 7 ਨਾਰਥ ਈਸਟ ਦੀਆਂ ਸਟੇਟਾਂ, ਉਹਨਾਂ ਦੇ ਵਿੱਚ ਉਹਨਾਂ ਨੇ ਕਿਵੇਂ ਆਪਣਾ ਬਣਾਇਆ ਹੋਇਆ। ਫਿਰ ਜਿਹੜਾ ਪਾਣੀ ਨੂੰ ਕਿਵੇਂ ਐਜ਼ ਏ ਵੈਪਨ ਯੂਜ਼ ਕਰਦੇ ਨੇ, ਔਰ ਦੂਸਰਾ ਔਰ ਸ੍ਰੀਲੰਕਾ, ਜਿਸ ਨੇ ਪਾਸਟ ਔਰ ਪ੍ਰੈਜ਼ੈਂਟ ਦੀ ਗੱਲ ਵੀ ਕੀਤੀ। ਸੋ ਤਿੰਨੋਂ ਹੀ, ਬੰਗਲਾਦੇਸ਼, ਸ੍ਰੀਲੰਕਾ ਔਰ ਨੇਪਾਲ, ਉਹਨਾਂ ਦੇ ਐਕਸਪਰਟਸ ਨੇ ਇੰਡੀਆ ਨੂੰ ਵਾਰਨ ਕੀਤਾ ਸੀ ਕਿ ਵੀ ਹੁਣ ਵਕਤ ਤੁਹਾਡਾ ਹੋ ਗਿਆ, ਜੋ ਤੁਸੀਂ ਇੰਟਰਫੇਅਰ ਕਰਦੇ ਰਹੇ ਹੋ, ਹੁਣ ਤੁਸੀਂ ਡਿਜ਼ਿਸਟ ਕਰੋ। ਜੀ। ਔਰ ਅਸੀਂ ਇਹ ਜ਼ਿਕਰ ਕੀਤਾ ਸੀ ਕਿ ਭਾਰਤ ਕਿਵੇਂ ਆਪਣੇ ਆਪ ਨੂੰ, ਜਦੋਂ ਕਿ G20 ਮੀਟ ਤੱਕ ਪਹੁੰਚਦੇ ਆ, ਮੋਦੀ ਭਾਰਤ ਨੂੰ ਵਿਸ਼ਵ ਗੁਰੂ ਦੱਸ ਰਿਹਾ ਸੀ ਤੇ ਆਪਣੇ ਆਪ ਨੂੰ ਵਿਸ਼ਵ ਨੇਤਾ ਜਾਂ ਐਜ਼ ਏ ਸਟੇਟਸਮੈਨ, ਸੋ ਵਿਸ਼ਵ ਗੁਰੂ ਤੋਂ ਵਿਸ਼ਵ ਮਿੱਤਰ ਤੱਕ ਪਹੁੰਚ ਗਏ। ਹੁਣ ਟਰਮ ਵਿਸ਼ਵ ਮਿੱਤਰ ਹੈ, ਔਰ ਹੁਣ ਤਾਂ ਇਹਨਾਂ ਦਾ ਜਿਹੜਾ ਉਹ ਪੂਰਾ ਜਲੂਸ ਨਿਕਲਿਆ ਹੋਇਆ। ਹੁਣ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਵੀ ਆਪਣੇ ਆਪ ਨੂੰ ਕਿਵੇਂ ਕਰਨ, ਕਿਉਂਕਿ ਬੰਗਲਾਦੇਸ਼ ਦੀਆਂ ਡਿਵੈਲਪਮੈਂਟਸ ਵੀ, ਔਰ ਇਸ ਦੇ ਨਾਲ ਨਾਲ ਈਵਨ ਜੋ ਕੁਝ ਸਾਹਮਣੇ ਆ ਰਿਹਾ ਇਹਨਾਂ ਦੀ ਹਕੀਕਤ, ਇਕਨੋਮੀ ਵੀ ਡੁੱਬ ਰਹੀ ਹੈ ਔਰ ਬੁਰਾ ਹਾਲ ਬੌਂਕੇ ਦਿਹਾੜੇ ਨੇ। ਔਰ ਚੀਨ ਦੇ ਸਾਹਮਣੇ ਇਹਨਾਂ ਦੀ ਕਿਵੇਂ ਬਾਰ-ਬਾਰ ਚਾਈਨਾ, ਇੱਕ ਹੁੰਦਾ ਬੇਇੱਜ਼ਤ ਕਰਨਾ, ਇੱਕ ਹੁੰਦਾ ਬੇਇੱਜ਼ਤੀ ਰੱਬ ਕਰਨਾ, ਜਿਹਨੂੰ ਕਹਿੰਦੇ ਨੇ ਕਿ ਵੀ। ਔਰ ਉਹਦੇ 'ਚ ਮੈਂ ਪਹਿਲੀ ਖਬਰ ਤਾਂ ਜਿਹੜੀ ਅੱਜ ਇਹਨਾਂ ਦੇ ਹੀ ਸਾਰੇ ਮੀਡੀਆ 'ਚ ਹੈ, ਇੰਡੀਆ ਚਾਈਨਾ ਹੋਲਡ 31st ਬਾਰਡਰ ਅਫੇਅਰਸ ਮੀਟਿੰਗ to resolve standoff at LAC, line of actual control. India China agrees to intensified contact to narrow down their differences and find early resolution to outstanding issues. ਹੁਣ ਮੈਂ ਇਹਨਾਂ ਦੇ ਹਿੰਦੂ ਤੋਂ ਵੀ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਨੂੰ ਕੋਟ ਕਰਦਾ। ਉਹ 4060 ਕਿਲੋਮੀਟਰ ਜਿਹੜੀ ਹੈ ਲਾਈਨ ਕਹਿੰਦਾ ਕਿ ਭਾਈ ਇਹ ਚੀਨ ਨੇ ਸਾਡੀ ਡੱਫ ਲਈ ਹੈ। ਉਹਦੇ 'ਚ ਗਲਵਾਨ ਵੀ, ਪੈਂਗੋਂਗ ਸੋ ਲੇਕ ਵੀ, ਡੈਪਚੋਂਗ ਵੀ, ਡੈਪਸੋਂਗ ਵੀ, ਇਸ ਏਰੀਏ 'ਚ। ਔਰ ਕਹਿੰਦਾ ਕਿ ਵੀ ਇਹ ਮੋਦੀ ਬੋਲਦਾ ਕਿਉਂ ਨਹੀਂ ਹੈ, ਇਹਨਾਂ ਇਧਰ ਮੂੰਹ ਕਰਕੇ ਰਾਜੀ ਨਹੀਂ, ਐਸਾ ਕੀ ਹੈ ਕਿ ਇਹ ਇੰਨੀ ਸਾਡੀ ਜ਼ਮੀਨ ਜਿਹੜੀ ਹੈ ਉਹਨੇ ਹੜੱਪੀ ਹੈ। ਹੁਣ 31 ਮੀਟਿੰਗਸ, ਇਹ ਜਿਹੜੀ 31ਵੀਂ ਅੱਜ ਹੋਈ ਹੈ, ਔਰ ਇਹ ਪੂਰੀ ਖਬਰ ਹੈ ਕਿ ਵੀ ਬੜੀ ਫਰੈਂਕ, ਕੰਸਟਰਕਟਿਵ, ਫਾਰਵਰਡ ਲੁਕਿੰਗ ਐਕਸਚੇਂਜ ਆਫ ਵਿਊਜ਼ ਹੋਈ ਲਾਈਨ ਆਫ ਐਕਚੁਅਲ ਕੰਟਰੋਲ ਦੇ ਮਾਮਲੇ ਤੇ। ਔਰ ਇਹ ਜਿਹੜੀ ਹੈ ਇਸ ਤੋਂ ਬਾਅਦ ਵੀ ਹੋਇਆ ਇਹੀ ਕਿ ਵੀ ਅਸੀਂ ਉਸੇ ਤਨਖਾਹ ਤੇ ਹੀ ਕੰਮ ਕਰਦੇ ਰਹਾਂਗੇ। ਹੁਣ 31 ਮੀਟਿੰਗਾਂ ਹੋਣ ਕਿਸੇ ਮੁਲਕ ਦੇ ਨਾਲ, ਕਿਉਂਕਿ ਚਾਈਨਾ ਤਾਂ ਇਹਨਾਂ ਨੂੰ ਬਾਰ-ਬਾਰ ਕਹਿ ਰਿਹਾ, ਔਰ ਹਰ ਮੀਟਿੰਗ 'ਚੋਂ ਕੰਨ 'ਚ ਇਹਨਾਂ ਨੂੰ ਕਹਿ ਦਿੰਦੇ ਹੋਣੇ ਨਾ ਕਿ ਵੀ ਅਜੇ ਅਸੀਂ ਸਾਊਥ ਤਿੱਬਤ ਵੀ ਲੈਣਾ, ਜਿਹੜਾ ਅਰੁਣਾਚਲ ਪ੍ਰਦੇਸ਼ ਆ। ਉਹ ਤਾਂ ਜਦੋਂ ਉਹਨਾਂ ਦੇ ਫੋਰਨ ਮਿਨਿਸਟਰੀ ਨੂੰ ਜਾਂ ਡਿਫੈਂਸ ਵਾਲਿਆਂ ਨੂੰ ਹੁੰਦਾ ਹੈ। ਹੁਣ ਇਹ ਜਿਹੜਾ ਇੰਨਾ ਖੌਫ ਜਾਂ ਫੀਅਰ ਹੈ, ਜਦੋਂ ਅਸੀਂ ਇਹ ਦੇਖਿਆ ਕਿ ਵੀ ਇੱਕ ਪਾਸੇ ਇੰਡੀਆ ਮੋਦੀ ਦੇ ਥੱਲੇ 2014 ਤੋਂ ਕਿਸ ਲੈਵਲ ਦੇ ਉੱਤੇ ਚੀਨ ਦੇ ਨਾਲ, ਚੀਨ ਦਾ ਸ਼ੀ ਜਿਨਪਿੰਗ ਆਇਆ, ਉਹਨੂੰ ਗੁਜਰਾਤ ਲੈ ਗਿਆ ਆਪਣਾ, ਉੱਥੇ ਜਿੱਥੇ ਇੱਕ ਚਾਈਨੀਜ਼ ਟਰੈਵਲਰ 8ਵੀਂ 9ਵੀਂ ਸਦੀ 'ਚ ਆਇਆ ਜੀ, ਉਹਦਾ ਪਿੰਡ ਗੁਜਰਾਤ ਦੇ, ਜਦੋਂ ਇਹ ਮੋਦੀ ਗਿਆ ਉੱਥੇ ਪਤਾ ਨਹੀਂ ਇਹਨੇ 8 ਫੇਰੇ ਲਾਏ ਹੋਏ ਸੀ ਚਾਈਨਾ ਦੇ। ਚੀਫ ਮਿਨਿਸਟਰ ਗੁਜਰਾਤ ਦਾ ਹੁੰਦਿਆਂ ਵੀ ਗਿਆ, ਔਰ ਉਸ ਦੇ ਪਿੰਡ ਵੀ ਗਿਆ, ਉਹਨੂੰ ਇਹ ਵੀ ਦਿਖਾਇਆ ਕਿ ਉਹ ਗੁਜਰਾਤ 'ਚ ਕਿੱਥੇ ਆਇਆ, ਉਹਨੂੰ ਪੀਂਗ ਚਲਾਈ ਸ਼ੀ ਜਿਨਪਿੰਗ ਨੂੰ। ਔਰ ਫਿਰ ਆਲ ਆਫ ਏ ਸਡਨ ਇਹ ਸਾਰਾ ਸਾਹਮਣੇ ਆਇਆ ਕਿ ਭਾਈ ਗਲਵਾਨ ਵੈਲੀ ਤੋਂ ਸ਼ੁਰੂ ਹੋਇਆ, ਇਹਨਾਂ ਦੇ ਸੋਲਜਰ ਵੀ ਮਾਰੇ ਗਏ, ਕਿੰਨੇ ਉਹਨਾਂ ਨੇ ਟੌਪ ਜਿਹੜੇ ਇਹਨਾਂ ਦੇ ਕਮਿਸ਼ਨਡ ਆਫੀਸਰ ਸੀ, ਕਰਨਲ ਔਰ
ਮੇਜਰ ਸਮੇਤ ਉਹਨਾਂ ਨੂੰ ਪ੍ਰਿਜ਼ਨਰ ਵੀ ਬਣਾਇਆ, ਹੌਸਟੇਜ ਬਾਅਦ 3 ਦਿਨ ਬਾਅਦ ਉਹਨਾਂ ਨੂੰ ਛੱਡਿਆ। ਅੱਛਾ। ਸੋ ਇਸ ਸਾਰੇ ਦੇ ਚੱਲਦਿਆਂ ਇਹ ਸੀ ਕਿ ਵੀ ਇੱਕ ਪਾਸੇ ਇੰਡੀਆ ਜਿਹੜਾ ਨਾਨ ਅਲਾਈਨ ਔਰ ਦੂਜਾ ਸੀ ਇੱਕਦਮ ਅਮਰੀਕਾ ਦੇ ਖੈਮੇ 'ਚ ਕਿਵੇਂ ਆ ਗਿਆ। ਹੁਣ ਜਦੋਂ ਅਸੀਂ ਦੇਖਦੇ ਹਾਂ ਵੀ ਉਧਰੋਂ ਬੁੜ ਕੇ ਨੇ ਤੇ ਇੱਕਦਮ ਰਸ਼ੀਆ ਦੇ ਖੈਮੇ 'ਚ, ਯੂਕਰੇਨ ਦੇ ਮੁੱਦੇ ਤੇ ਫਿਰ ਅਮਰੀਕਾ ਨੇ ਬਾਂਹ ਮਰੋੜੀ, ਹੁਣ ਯੂਕਰੇਨ ਵੀ ਜਾ ਕੇ ਆਇਆ। ਹੁਣ ਅਮਰੀਕਾ ਦਾ ਕਿਉਂਕਿ ਇਹ ਜਿਹੜਾ ਚਾਈਨੀਜ਼ ਅਟੈਕ ਹੋਇਆ 2017 ਦੇ ਮੌਕੇ ਦੇ ਉੱਤੇ ਵੀ, ਜਦੋਂ ਡੋਕਲਾਮ ਦੇ ਵਿੱਚ, ਉੱਥੇ ਵੀ ਕਿੰਨੀ ਦੇਰ ਦਾ ਸਟੈਂਡ ਆਫ ਸੀ ਇੰਡੀਅਨ ਆਰਮੀ ਦਾ। ਹਾਲਾਂਕਿ ਡੋਕਲਾਮ 'ਚ ਬਾਰਡਰ 'ਚ ਇੰਡੀਆ ਚਾਈਨਾ ਦਾ ਨਹੀਂ ਲੱਗਦਾ, ਭੂਟਾਨ ਦਾ ਲੱਗਦਾ, ਪਰ ਇਹਨਾਂ ਨੇ ਬਦੋ-ਬਦੀ ਭੂਟਾਨ ਨੂੰ ਵੀ ਬਲਦੀ ਦੇ ਬੂਥੇ 'ਚ ਧੱਕਿਆ ਔਰ ਇਹ ਬੜਾ ਕਲੇਮ ਕੀਤਾ ਜੀ ਡੋਕਲਾਮ 'ਚ ਸਾਡੀਆਂ ਫੌਜਾਂ ਨੇ ਉਹਨਾਂ ਦੀ ਐਡਵਾਂਸ ਰੋਕਤੀ। ਦੂਜਾ ਹੋਇਆ ਬਾਅਦ ਸਾਹਮਣੇ ਆਇਆ ਸੈਟੇਲਾਈਟ ਇਮੇजेस ਰਾਹੀਂ ਕਿ ਉਹਨਾਂ ਨੇ ਉੱਥੇ ਪਰਮਾਨੈਂਟ ਛਾਉਣੀ ਚੀਨੀਆਂ ਨੇ ਬਣਾ ਲਈ ਹੈ ਔਰ ਭੂਟਾਨ ਨੇ ਵੀ ਇੰਡੀਆ ਦਾ ਹਾਲ ਦੇਖ ਕੇ ਆਲਰੇਡੀ ਚਾਈਨਾ ਦੇ ਨਾਲ ਆਪਣੇ ਜਿਹੜੀਆਂ ਨੇ ਨੈਗੋਸ਼ੀਏਸ਼ਨਸ ਓਪਨ ਕੀਤੀਆਂ ਹੋਈਆਂ ਉਹਨਾਂ ਦੇ ਹਾਲਾਂ। ਭੂਟਾਨ ਦੀ ਜਿਹੜੀ ਫੋਰਨ ਪਾਲਿਸੀ ਦਾ ਕੰਟਰੋਲ ਹੈ ਉਹ ਦਿੱਲੀ 'ਚ, ਜਿਹਨੇ ਭੂਟਾਨ ਦਾ ਵੀਜ਼ਾ ਲੈਣਾ ਉਹਨੂੰ ਦਿੱਲੀ ਜਾਣਾ ਪੈਂਦਾ। ਪਿਛਲੇ ਦਿਨਾਂ 'ਚ ਇੱਕ ਊਬਰ ਟ੍ਰਿਪ ਦੇ ਵੇਲੇ ਮੇਰਾ ਡਰਾਈਵਰ ਜਿਹੜਾ ਸੀ ਊਬਰ ਦਾ ਉਹ ਭੂਟਾਨੀ ਸੀ ਔਰ ਪੜ੍ਹਿਆ ਲਿਖਿਆ ਸੀ। ਉਹ ਦੱਸ ਰਿਹਾ ਸੀ ਇਹ ਸਾਰੇ ਨੂੰ, ਮੈਨੂੰ ਪਤਾ ਵੀ ਸੀ, ਪਰ ਕਿ ਭਾਈ ਸਾਨੂੰ ਤਾਂ ਉੱਥੇ ਜਾਣਾ ਪੈਂਦਾ ਹੈ ਕਿਉਂਕਿ ਭੂਟਾਨ ਮੈਂਬਰ ਹੈ ਯੂਨਾਈਟਿਡ ਨੇਸ਼ਨਸ ਦਾ, ਇੰਡੀਪੈਂਡੈਂਟ ਮੁਲਕ ਹੈ, ਸਾਰਕ ਦਾ ਵੀ ਮੈਂਬਰ ਹੈ, ਪਰ ਇੰਡੀਆ ਨੇ ਪੂਰਾ ਕੰਟਰੋਲ ਰੱਖਿਆ ਹੋਇਆ ਸੀ ਕਿ ਉਹ ਤਾਂ ਆਪਣੀ ਫੋਰਨ ਪਾਲਿਸੀ ਇੰਡੀਪੈਂਡੈਂਟ ਬਣਾ ਹੀ ਨਹੀਂ ਸਕਦਾ ਕਿਉਂਕਿ ਲੈਂਡ ਲੌਕਡ ਹੋਣ ਕਰਕੇ ਭਾਰਤ ਹੀ ਡਿਪੈਂਡੈਂਟ। ਪਰ ਉਹਨੇ ਵੀ ਚਾਈਨਾ ਦੇ ਨਾਲ ਖੋਲ੍ਹ ਲਈ ਹੈ ਆਪਣੀ ਕਮਿਊਨੀਕੇਸ਼ਨ ਡੋਕਲਾਮ ਤੋਂ ਬਾਅਦ। ਹੁਣ ਇਹ ਜਿਹੜਾ ਮੈਂ ਜ਼ਿਕਰ ਕਰ ਰਿਹਾ ਇਹ ਅਮਰੀਕਾ ਦੇ ਵਿੱਚ ਜਾਂ ਪੱਛਮੀ ਮੁਲਕਾਂ 'ਚ ਰਿਵਾਜ ਹੈ, ਜਿਹੜੇ ਲੋਕ ਹਾਈ ਪੋਜੀਸ਼ਨਸ ਤੇ ਰਹੇ ਹੁੰਦੇ ਨੇ, ਜਦੋਂ ਰਿਟਾਇਰਮੈਂਟ ਹੁੰਦੀ ਹੈ ਜਾਂ ਉਹਨਾਂ ਨੂੰ ਡਿਸਮਿਸ ਕੀਤਾ ਜਾਂਦਾ ਜਾਂ ਕੱਢਿਆ ਜਾਂਦਾ ਹੈ, ਉਹ ਫਿਰ ਕਿਸੇ ਚੰਗੇ ਪਬਲਿਸ਼ਰ ਨਾਲ ਡੀਲ ਬਣਾਉਂਦੇ ਨੇ ਕਿ ਜੀ ਕੁਛ ਕਹਾਣੀਆਂ ਦੀ ਇਨਸਾਈਡ ਅਸੀਂ ਦਿਆਂਗੇ ਔਰ ਉਹ ਆਪਣੀ ਕੋਈ ਨਾ ਕੋਈ ਕਿਤਾਬ ਪ੍ਰਕਾਸ਼ਿਤ ਕਰਦੇ ਨੇ ਔਰ ਉਹ ਜਦੋਂ ਤੱਕ ਬੁੱਕ ਸ਼ੈਲਫਸ ਦੇ ਉੱਤੇ ਜਾਂ ਆਂਦੀ ਹੈ ਮਾਰਕੀਟ ਦੇ ਵਿੱਚ ਜਾਂ ਬੁੱਕ ਸ਼ੈਲਫਸ ਤੱਕ ਪਹੁੰਚਦੀ ਹੈ, ਉਸ ਤੋਂ ਪਹਿਲਾਂ ਉਹਦੇ ਕੁਛ ਐਕਸਰਪਟ ਜਿਹੜੇ ਨੇ ਉਹ ਰਿਲੀਜ਼ ਕੀਤੇ ਜਾਂਦੇ ਨੇ। ਪਬਲਿਸ਼ਰ ਔਰ ਉਹਨਾਂ ਦੀ ਮਾਰਕੀਟਿੰਗ ਇਹਨੂੰ ਕਹਿੰਦੇ ਨੇ। ਹੁਣ ਜਦੋਂ ਪ੍ਰੈਜ਼ੀਡੈਂਟ ਟਰੰਪ ਦੀ ਟਰਮ ਸੀ 2017 ਦੇ ਵਿੱਚ, ਜ਼ਾਹਰ ਹੈ ਕਿ ਪ੍ਰੈਜ਼ੀਡੈਂਟ ਟਰੰਪ ਹੀ ਸਨ 2020 ਦੇ ਵਿੱਚ, ਉਹ 2016 ਤੋਂ 2020 ਤੱਕ 4 ਸਾਲ ਪ੍ਰੈਜ਼ੀਡੈਂਟ ਟਰੰਪ ਪ੍ਰੈਜ਼ੀਡੈਂਟ ਸਨ। ਉਸ ਵੇਲੇ ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸੀ ਲੈਫਟੀਨੈਂਟ ਜਨਰਲ HR ਮੈਕਮੈਸਟਰ। ਹੁਣ HR ਮੈਕਮੈਸਟਰ ਨੇ ਇੱਕ ਕਿਤਾਬ ਲਿਖੀ ਹੈ ਐਟ ਵਾਰ ਵਿਦ ਆਵਰ ਸੈਲਵਸ, ਮਾਈ ਟੂਰ ਆਫ ਡਿਊਟੀ ਇਨ ਦਾ ਟਰੰਪ ਵਾਈਟ ਹਾਊਸ। ਇਹ ਬੁੱਕ ਸਟੋਰਸ ਨੂੰ ਹਿੱਟ ਕਰਨ ਵਾਲੀ ਹੈ। ਪਰ ਇਸ ਕਿਤਾਬ ਦੇ ਐਕਸਰਪਟ ਜਿਹੜੇ ਨੇ ਉਹ ਕੁਛ ਆਏ ਨੇ ਸਾਹਮਣੇ, ਕੁਛ ਇੰਡੀਆ ਨਾਲ ਸੰਬੰਧਿਤ ਨੇ ਕਿਉਂਕਿ 2017 ਜਦੋਂ ਡੋਕਲਾਮ ਕ੍ਰਾਈਸਿਸ ਹੋਇਆ ਉਦੋਂ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਇਹੀ ਸੀ ਮਿਸਟਰ HR ਮੈਕਮੈਸਟਰ। ਜਿਵੇਂ ਹੁਣ ਜੇਕ ਸਲੀਵਾਨ ਨੇ ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ ਵੀ ਕੈਨੇਡਾ ਦੀ ਧਰਤੀ ਤੇ ਖਲੋ ਕੇ ਉਹਨਾਂ ਨੇ ਕਿਹਾ ਵੀ ਅਸੈਸੀਨੇਸ਼ਨ ਕੀਤੀ ਹੈ ਹਰਦੀਪ ਸਿੰਘ ਨਿੱਜਰ ਦੀ। ਸੋ ਜ਼ਾਹਰ ਹੈ ਔਰ ਅਸੀਂ ਕੈਨੇਡਾ ਨਾਲ ਟੁਗੈਦਰ ਕਰ ਰਹੇ ਹਾਂ। ਸੋ 2017 ਦੇ ਡੋਕਲਾਮ ਕ੍ਰਾਈਸਿਸ ਦੇ ਵੇਲੇ HR ਮੈਕਮੈਸਟਰ ਜਿਹੜੇ ਨੇ ਇਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸੀ ਔਰ ਇਸ ਕਿਤਾਬ ਦੇ ਨਾਲ ਸੰਬੰਧਿਤ ਜਿਹੜੇ ਕੁਛ ਐਕਸਰਪਟ ਸਾਹਮਣੇ ਆਏ ਉਹਦੇ 'ਚ ਉਹਨਾਂ ਨੇ ਆਪਣੀਆਂ ਅਜੀਤ ਡੋਵਾਲ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰਸ ਨਾਲ ਮੀਟਿੰਗ ਜਾਂ S ਜੈ ਸ਼ੰਕਰ ਫੋਰਨ ਮਿਨਿਸਟਰ ਆਫ ਇੰਡੀਆ ਦੇ ਨਾਲ ਉਸ ਦਾ ਜ਼ਿਕਰ ਕੀਤਾ ਔਰ ਫਿਰ ਜਿਹੜੀ ਈਵਨ ਅਜੀਤ ਡੋਵਾਲ ਦੇ ਨਾਲ ਅਮਰੀਕਾ ਦੇ ਵਿੱਚ ਕਿਉਂਕਿ ਬਾਅਦ ਵਿੱਚ ਇਹਨੇ ਟਰੰਪ ਨੇ ਕੱਢ ਦਿੱਤਾ ਸੀ ਇਹਨੂੰ ਜਨਰਲ ਨੂੰ ਔਰ ਇਹ ਕੱਢਣ ਤੋਂ 2 ਦਿਨ ਪਹਿਲਾਂ ਹੀ ਅਜੀਤ ਡੋਵਾਲ ਜਿਹੜਾ ਇਹ ਉਹਨੇ ਵਾਸ਼ਿੰਗਟਨ ਆਇਆ ਹੋਇਆ ਸੀ ਔਰ ਉਹਦੇ ਨਾਲ ਐਨਾਕੋਸਟੀਆ ਤੇ ਪੋਟਾਮਕ ਰਿਵਰ ਦੇ ਕੰਢੇ US ਕੈਪੀਟਲ ਦੇ ਵਿੱਚ ਮੀਟਿੰਗ ਹੋਈ। ਉਹਦਾ ਵੀ ਜ਼ਿਕਰ ਹੈ ਪਰ ਉਹ ਕੋਈ ਬਹੁਤਾ ਰੈਲੇਵੈਂਟ ਨਹੀਂ ਹੈ। ਜਦੋਂ ਕਿਤਾਬ ਫੁੱਲੀ ਆਏਗੀ ਹੋ ਸਕਦਾ ਇਹਦੇ 'ਚ ਹੋਰ ਵੀ ਰਿਵੀਲਿੰਗ ਡਿਟੇਲਸ ਹੋਣ। ਪਰ ਜਿਹੜਾ ਚਾਈਨਾ ਫੈਕਟਰ ਹੈ ਕਿ ਭਾਰਤ ਨੇ ਕਿਉਂ ਅਮਰੀਕਾ ਦੇ ਪੈਰ ਫੜੇ ਔਰ ਫਾਈਨਲੀ ਜਿਹੜਾ ਉਹ ਸੀ ਚਾਈਨਾ ਦਾ ਫੀਅਰ। ਔਰ ਇਹ ਮੈਂ ਨਹੀਂ ਕਹਿ ਰਿਹਾ, ਇਹ ਟਰੰਪ ਈਰਾ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਲੈਫਟੀਨੈਂਟ ਜਨਰਲ HR ਮੈਕਮੈਸਟਰ ਕਹਿ ਰਿਹਾ ਔਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਜਦੋਂ ਇਹ 2017 ਦਾ ਡੋਕਲਾਮ ਦਾ ਹੋਇਆ ਔਰ ਮੈਂ ਮਿਲਣ ਗਿਆ ਔਰ ਅਸੀਂ ਉਦੋਂ ਗੱਲਬਾਤ ਕੀਤੀ ਅਫਗਾਨਿਸਤਾਨ ਦੀ ਜੰਗ ਬਾਰੇ ਵੀ ਔਰ ਪਾਕਿਸਤਾਨ ਤੋਂ ਜਿਹੜੀ ਇੰਡੀਆ ਨੂੰ ਥ੍ਰੈਟ ਹੈ ਉਹਦੇ ਬਾਰੇ ਵੀ, ਬਟ
Jaishankar and Doval spoke mainly about an increasing aggressive China McMaster rights. ਉਹਨੇ ਕਿਹਾ ਜੀ ਮੈਂ ਅਫਗਾਨਿਸਤਾਨ ਦੀ ਗੱਲ ਕਰ ਰਿਹਾ ਸੀ ਜਾਂ ਪਾਕਿਸਤਾਨ ਦੀ, ਪਰ ਉਹ ਤਾਂ ਚੀਨ ਤੋਂ ਹੀ ਡਰੇ ਹੋਏ ਜਿਹੜੇ ਨੇ ਸਿਰਫ ਚੀਨ ਬਾਰੇ ਹੀ ਗੱਲ ਕਰ ਰਹੇ ਸੀ। The two men were open to unprecedented cooperation thanks to Chinese President Xi Jinping's aggression. ਉਹ ਕਹਿੰਦੇ ਜੀ ਅਸੀਂ ਜੋ ਮੰਗ ਵੀ ਨਹੀਂ ਸੀ ਰਹੇ ਉਹ ਵੀ ਸਾਨੂੰ ਦੋਵੇਂ ਹੀ ਦੇਣ ਨੂੰ ਤਿਆਰ ਸੀ। ਸ਼ੁਕਰੀਆ ਕਹਿੰਦਾ ਹੈ ਸ਼ੀ ਜਿਨਪਿੰਗ ਦਾ ਹਮਲਾ ਜਿਹੜਾ ਹੈ ਉਸ ਦਾ ਸ਼ੁਕਰੀਆ ਕਿ ਅਜੀਤ ਡੋਵਾਲ ਔਰ ਐਸ ਜੈਸ਼ੰਕਰ ਜਿਹੜੇ ਨੇ ਉਹ ਬਿਲਕੁਲ ਲੰਮੇ ਪਏ ਹੋਏ ਸੀ ਕਿ ਜੋ ਮਰਜ਼ੀ ਤੁਸੀਂ ਸਾਡੇ ਤੋਂ ਕਰਵਾ ਲਓ। ਔਰ ਇਹ ਜਿਹੜਾ apparently referring to military standoff between India and China in Doklam in 2017, ਇਹ 2017 ਦੀ ਗੱਲ ਕਰ ਰਹੇ। The deepening partnership between the world's largest and world's oldest democracies seemed logical, but India is fearful both of entrapment into competition from which it would prefer to abstain and abandonment based on the short American attention span and ambivalence over South Asia. ਉਹਨੇ ਕਿਹਾ ਹੁਣ ਭਾਰਤ ਦਾ ਹਾਲ ਇਹ ਹੈ ਕਿ ਵੀ ਇਹ ਕੇਕ ਵੀ ਚਾਹੁੰਦਾ ਤੇ ਮੌਕੇ ਤੇ ਹੀ ਖਾਣਾ ਚਾਹੁੰਦਾ, ਚਾਈਨਾ ਤੋਂ ਡਰਿਆ ਹੋਇਆ, ਅਮਰੀਕਾ ਦੀ ਸ਼ੈਲਟਰ ਚਾਹੁੰਦਾ, ਪਰ ਇਹ ਡਰਦਾ ਵੀ ਹੈ ਕਿ ਵੀ ਉਹ ਅਮਰੀਕਨ ਬਲੌਕ 'ਚ ਨਾ ਆ ਜਾਏ ਔਰ ਉਹਨੂੰ ਫਿਰ ਬਾਅਦ ਦੇ ਵਿੱਚ ਉਹਦੀ ਸਜ਼ਾ ਨਾ ਮਿਲੇ। ਤੇ ਇਹ ਵੀ ਡਰਦਾ ਵੀ ਜੇ ਅਮਰੀਕਾ ਨੇ ਆਪਣੇ ਖੰਭਾਂ ਥੱਲੇ ਲੈ ਵੀ ਲਿਆ ਤੇ ਫਿਰ ਅਮਰੀਕਾ ਕਿਤੇ ਛੱਡ ਨਾ ਜਾਏ। ਵੀ ਇਹ ਹੈ ਵਿਸ਼ਵ ਗੁਰੂ ਦਾ ਹਾਲ, ਇਹ ਜਿਹੜਾ ਉਹਨਾਂ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ। ਔਰ ਫਿਰ ਉਹਨੇ ਮੈਡੀਕਲ ਟਰਮ ਇੱਕ ਯੂਜ਼ ਕੀਤੀ ਸਾਈਕੋਲੋਜੀਕਲ, ਕਿ ਜਿਹੜੇ ਲੋਕ ਸਕਿਜ਼ੋਫਰੀਨਿਕ, those schizophrenic anxieties and legacy of India's leadership of the non-aligned movement during the Cold War had led to hedging behavior, especially with Russia, an important source of arms and oil for India. ਉਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਇਹਨਾਂ ਦੀਆਂ ਸਕਿਜ਼ੋਫਰੇਨਿਕ ਐਂਗਜ਼ਾਇਟੀ ਸੀ, ਉਹ ਡਬਲ ਪਰਸਨੈਲਿਟੀਜ਼ ਬਣੀਆਂ ਹੁੰਦੀਆਂ ਵੀ ਇੱਧਰ ਵੀ ਹੈ ਉੱਧਰ ਵੀ, ਉਹਨਾਂ ਨੂੰ ਕੋਈ ਪਤਾ ਨਹੀਂ ਕੀ ਕਰ। ਸਕਿਜ਼ੋਫਰੇਨਿਕ ਐਂਗਜ਼ਾਇਟੀਜ਼ ਤੇ ਜਿਹੜੀ ਉਹਨਾਂ ਨੇ ਨਾਨ ਅਲਾਈਨਮੈਂਟ ਨੀਤੀ ਰੱਖੀ ਸੀ ਉਹਦੇ 'ਚ ਇੱਕਦਮ ਜਿਹੜਾ ਬਦਲਾਅ ਹੈ, ਫਿਰ ਉਹਨਾਂ ਨੂੰ ਇਹ ਲੱਗਦਾ ਸੀ ਵੀ ਰਸ਼ੀਆ ਦੇ ਉੱਤੇ ਅਸੀਂ ਡਿਪੈਂਡ ਕਰਦੇ ਹਾਂ ਆਰਮਾਮੈਂਟਸ ਲਈ ਵੀ, ਆਇਲ ਲਈ ਵੀ, ਇਹ ਕਿਵੇਂ ਪ੍ਰਭਾਵਿਤ ਕਰੇਗਾ। ਫਿਰ ਉਹ ਕਹਿੰਦਾ ਕਿ ਭਾਈ ਇਹ ਸਾਰੇ ਦੇ ਚੱਲਦੇ ਆ। ਮੈਂ ਇਹਨਾਂ ਦੋਨਾਂ ਨੂੰ ਮਿਲਣ ਤੋਂ ਬਾਅਦ ਫਿਰ ਮੋਦੀ ਨੂੰ ਵੀ ਮਿਲਿਆ, ਮੋਦੀ ਮੈਨੂੰ ਚੰਬੜ ਗਿਆ, ਉਹਨੇ ਜੱਫੀ ਪਾਈ। ਔਰ ਦੂਜਾ ਔਰ ਕਹਿੰਦਾ ਵੀ ਮੈਂ ਆ ਕੇ ਜਦੋਂ ਟਰੰਪ ਨਾਲ ਮੋਦੀ ਦੀ ਪਹਿਲੀ ਮੁਲਾਕਾਤ ਵੀ ਹੋਣੀ ਸੀ ਤੇ ਉਦੋਂ ਕਹਿੰਦਾ ਵੀ ਟਰੰਪ ਨੂੰ ਤਾਂ ਪਸੰਦ ਹੀ ਨਹੀਂ ਹੈ ਕਿਸੇ ਨੂੰ ਜੱਫੀ ਪਾਉਣਾ, ਸਿਰਫ ਅਮਰੀਕਨ ਫਲੈਗ ਦੇ ਨਾਲ ਖਲੋਂਦਾ। ਪਰ ਕਹਿੰਦਾ ਮੈਂ ਉਹਨੂੰ ਕੰਨ 'ਚ ਕਿਹਾ ਟਰੰਪ ਨੂੰ ਕਿ ਜਦੋਂ ਤੂੰ ਮੋਦੀ ਨੂੰ ਮਿਲਣਾ ਇਹ ਬਿਗ ਹਗਰ ਹੈ, ਇਹਨੇ ਚੰਬੜ ਜਾਣਾ ਜਿਵੇਂ ਭਾਲੂ ਚੰਬੜਦਾ ਹੈ, ਤੇ ਇਹਦੇ ਲਈ ਤੂੰ ਤਿਆਰ ਨਹੀਂ। ਕਹਿੰਦਾ ਉਹਦਾ ਫਾਇਦਾ ਇਹ ਹੋਇਆ ਵੀ ਟਰੰਪ ਨੇ ਉਹਨੂੰ ਛਿੜਕ ਕੇ ਨਹੀਂ ਮਾਰਿਆ ਕਿਉਂਕਿ ਆਲਰੇਡੀ ਉਹਨੂੰ ਮੈਂ ਬਰੀਫ ਕੀਤਾ ਹੋਇਆ ਸੀ। ਸੋ ਇਹ ਉਹਦੇ ਬਿਹੇਵੀਅਰ ਨੂੰ ਵੀ ਕਿਹਾ। ਵੈਸੇ ਇੱਥੇ ਜਿਹੜੇ ਹਗਰ ਹੁੰਦੇ ਨੇ ਉਹਨਾਂ ਲਈ ਕੋਈ ਹੋਰ ਟਰਮ ਵੀ ਹੁੰਦੀ ਹੈ, ਮੈਂ ਉਹ ਨਹੀਂ ਕਹਿਣਾ ਚਾਹੁੰਦਾ ਕਿ ਵੀ ਇਹ ਜਿਹੜਾ ਬੰਦੇ ਨੂੰ ਚੰਬੜਦਾ ਇਹਦੇ 'ਚ ਕੀ ਕਲਾਸ ਹੁੰਦੀ ਹੈ। ਉਹ ਮਨੋਹਰ ਲਾਲ ਖੱਟੜ ਦੱਸ ਸਕਦਾ ਵੀ ਮੋਦੀ ਨਾਲ ਉਹਦਾ ਕੀ ਰਿਸ਼ਤਾ ਹੈ। ਪਰ ਇਹ ਜਦੋਂ ਕਿਤਾਬ ਇਨ ਡੀਟੇਲ 'ਚ ਆਏਗੀ ਫਿਰ ਅਸੀਂ ਇਹਨੂੰ ਹੋਰ ਵੀ ਡਿਸਕਸ ਕਰਾਂਗੇ। ਪਰ ਇਸ 'ਚੋਂ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਉਹਨੇ ਇਹਨੂੰ ਸਕਿਜ਼ੋਫਰੀਨਿਕ ਫੀਅਰ, ਉਹਨਾਂ ਨੇ ਕਿਹਾ ਜੀ ਮੈਂ ਉਹਨਾਂ ਨਾਲ ਅਫਗਾਨਿਸਤਾਨ ਪਾਕਿਸਤਾਨ ਡਿਸਕਸ ਕਰ ਰਿਹਾ ਸੀ, ਉਹ 2017 'ਚ ਇੰਨੇ ਡਰੇ ਹੋਏ ਸੀ ਚੀਨ ਤੋਂ ਕਿ ਉਹਨਾਂ ਨੂੰ ਉਹਦੇ ਬਿਨਾਂ ਕੋਈ ਨਹੀਂ ਸੀ ਸੁੱਝਦਾ। ਤੇ ਇਹ ਵੀ ਡਰਦੇ ਸੀ ਕਿ ਸਾਡੇ ਨਾਲ ਲੱਗ ਕੇ ਉਹ ਨਾਨ ਅਲਾਈਨਮੈਂਟ 'ਚੋਂ ਵੀ ਨਿਕਲਦੇ ਨੇ ਪਰ ਦੂਜੇ ਨੇ। ਪਰ ਇਹ ਦੋਨੋਂ ਬੰਦੇ ਉਹ ਵੀ ਦੇਣ ਨੂੰ ਤਿਆਰ ਸੀ ਜਿਹੜੇ ਅਸੀਂ ਮੰਗ ਨਹੀਂ ਸੀ ਰਹੇ। ਸੋ ਇਸ ਤੋਂ ਅੰਦਾਜ਼ਾ ਲਾ ਲਓ ਵੀ ਇਹ ਕਿੱਡੀ ਇੱਕ ਵਿਸ਼ਵ ਗੁਰੂ ਤੇ ਵਿਸ਼ਵ ਮਿੱਤਰ ਵੀ ਨਹੀਂ ਨੇ, ਇਹ ਤਾਂ ਵਿਸ਼ਵ ਛੱਤਰ ਖਾਣ ਵਾਲੇ ਹੀ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੇ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ, ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਜੋ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ, ਇਸ ਸਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ 1 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ
ਗੁਰਦੁਆਰਾ ਸਾਹਿਬ ਤੋਂ ਇਹ 14ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਪ੍ਰਸਤੀ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਇਸ ਨਗਰ ਕੀਰਤਨ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। दर्शकों, ब्रेक के बाद थोड़ा सा आपका भरपूर स्वागत है। सो व्यूअर्स, गलबात करने जा रहे हैं और व्यूअर्स यूं जापता है कि पार्टी एजेंसियां मैंबर पार्लीमेंट भाई अमृतपाल सिंह ਨੂੰ ਜੇਲ੍ਹ ਚੋਂ ਬਾਹਰ ਨਹੀਂ ਆਉਣ ਦੇਣਾ ਚਾਹੁੰਦੀਆਂ। ਇਸ ਸੰਬੰਧੀ ਭਾਈ ਅਮਰਿਤਪਾਲ ਸਿੰਘ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਕੀਤੀ ਪਟੀਸ਼ਨ ਦੇ ਜਵਾਬ ਵਿੱਚ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਕੋਲ ਕੌਨਫੀਡੈਂਸ਼ੀਅਲ ਜਾਣਕਾਰੀ ਹੈ ਕਿ ਭਾਈ ਅਮਰਿਤਪਾਲ ਸਿੰਘ ਦੇਸ਼ ਵਿਰੋਧੀ ਕਾਰਵਾਈਆਂ ਵਿੱਚ ਮੁਲਵਸ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਭਾਰਤ ਜਮਹੂਰੀਅਤ ਦੇ ਨਾਂ ਤੇ ਕਲੰਕ ਹੈ ਡੈਮੋਕ੍ਰੇਸੀ ਦੇ, ਪਰ ਫਿਰ ਵੀ ਉਹ ਲੋਕ ਜਿਨ੍ਹਾਂ ਨੂੰ ਅਜੇ ਵੀ ਕਈ ਵਾਰ ਇਹ ਲੱਗਦਾ ਹੁੰਦਾ ਹੈ ਕਿ ਉੱਥੋਂ ਦੇ ਸਿਸਟਮ 'ਚ ਰਹਿੰਦੇ ਆ ਵੀ ਜਿਹੜਾ ਉਹ ਕੋਈ ਇਨਸਾਫ ਲਿਆ ਜਾ ਸਕਦਾ ਹੈ, ਉਹਨਾਂ ਦੇ ਗਿਆਤ ਹਿੱਤੀ ਅਸੀਂ ਕਈ ਵਾਰ ਇਸ ਕਿਸਮ ਦਾ ਵਿਸ਼ਾ ਵੀ ਪਿਕ ਕਰ ਲੈਂਦੇ ਕਿ ਬਈ ਇਹ ਕਿਸ ਕਿਸਮ ਦੀ ਜਮਹੂਰੀਅਤ ਹੈ। ਜਮਹੂਰੀਅਤ, ਹਾਲਾਂਕਿ ਭਾਰਤ ਦੇ ਵਿੱਚ ਜਮਹੂਰੀਅਤ ਦਾ ਮਤਲਬ ਤਾਂ ਵੋਟਾਂ ਦੇ ਨਾਲ ਕਿਸੇ ਦਾ ਜਿਤਨਾ ਹੀ ਇਹਨੂੰ ਹੀ ਜਮਹੂਰੀਅਤ ਕਹਿੰਦੇ ਨੇ, ਬਾਕੀ ਤਾਂ ਸਾਰੇ ਉਹਨਾਂ ਦੇ ਤਾਨਾਸ਼ਾਹੀ ਦੇ ਲੱਛਣ ਨੇ। ਬਿਲਕੁਲ। ਔਰ ਜੇ ਈਵਨ ਉਹਨਾਂ ਦਾ ਉਹ ਕ੍ਰਾਈਟੇਰੀਆ ਵੀ ਮੰਨ ਲਈਏ, ਜਿਸ ਉਮੀਦਵਾਰ ਨੂੰ ਇੱਕ ਹਲਕੇ ਦੇ 2 ਲੱਖ ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਲੋਕਾਂ ਨੇ ਜਿਤਾਇਆ ਹੋਏ, ਜਿਹੜਾ ਇਹਨਾਂ ਦਾ ਬਣਿਆ ਪ੍ਰਧਾਨ ਮੰਤਰੀ ਹੈ, ਉਹਦੇ ਨਾਲੋਂ ਵੀ ਵੱਡੇ ਮਾਰਜਨ ਦੇ ਨਾਲ ਜਿਹੜਾ ਬੰਦਾ ਜਿੱਤਿਆ ਹੋਏ, ਔਰ ਉਹਨੂੰ ਇਸ ਇਲਜ਼ਾਮ ਦੇ ਨਾਲ ਕਿ ਇਹ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਜਾਂ ਉਹਨਾਂ ਦੇ ਲਈ ਜਿਹੜਾ ਕੋਈ ਕ੍ਰਿਮੀਨਲ ਚਾਰਜ ਨਹੀਂ ਹੈ, ਜਿਹੜੇ ਕੇਸ ਨੇ ਕ੍ਰਿਮੀਨਲ, ਜਾਂ ਤਾਂ ਕ੍ਰਿਮੀਨਲ ਕੇਸਿਸ ਨੂੰ ਪਰਸਿਊ ਕਰੇ ਹਕੂਮਤ। ਹੁਣ ਪਹਿਲਾਂ NSA ਲਾਇਆ, 1 ਸਾਲ ਦੇ ਵਿੱਚ ਜਿਹੜਾ ਉਹਨੂੰ NSA ਦੇ ਥੱਲੇ, NSA ਦਾ ਮਤਲਬ ਹੀ ਨੈਸ਼ਨਲ ਸਿਕਿਉਰਿਟੀ ਐਕਟ, ਸਿਆਸੀ ਕੈਦ ਹੁੰਦਾ ਹੈ, ਕੋਈ ਕ੍ਰਿਮੀਨਲ ਨਹੀਂ ਹੈ। ਇੱਕ ਕ੍ਰਿਮੀਨਲ ਡਿਟੈਂਸ਼ਨ ਹੈ, ਇੱਕ ਪੋਲੀਟੀਕਲ ਡਿਟੈਂਸ਼ਨ। ਹੁਣ ਉਸ 1 ਸਾਲ ਦੇ ਪੀਰੀਅਡ 'ਚ ਉਸ ਨੇ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਜੇਲ੍ਹ 'ਚੋਂ ਫਾਈਲ ਕੀਤਾ। ਜ਼ਾਹਰ ਹੈ ਤੁਸੀਂ ਸੰਵਿਧਾਨ ਦੀ ਸਹੁੰ ਖਾ ਕੇ ਹੀ ਫਾਰਮ ਭਰਦੇ ਹੋ, ਫਿਰ ਉਹਨੂੰ ਸਹੁੰ ਚੁਕਾਈ ਜਾਏਗੀ ਕਿ ਨਹੀਂ ਚੁਕਾਈ ਜਾਏਗੀ, ਉਹ ਚੁੱਕੇਗਾ ਕਿ ਉਹ ਵੀ ਜਿਹੜਾ ਸ਼ੰਕਾ ਸੀ ਖਤਮ ਹੋਇਆ, ਉਹਨੂੰ ਲਿਆਂਦਾ ਗਿਆ ਜੇਲ੍ਹ 'ਚੋਂ ਔਰ ਪ੍ਰਾਈਵੇਟਲੀ ਜਿਹੜਾ ਉਹ ਸਹੁੰ ਚੁਕਾ ਕੇ ਸਪੀਕਰ ਦੇ ਚੈਂਬਰ 'ਚੋਂ ਵਾਪਸ ਭੇਜ ਦਿੱਤਾ ਗਿਆ। ਇਹਦਾ ਮਤਲਬ ਇਹ ਹੈ ਕਿ ਉਸ ਨੇ ਦੂਸਰੀ ਵਾਰ ਵੀ ਜਿਹੜਾ ਸੰਵਿਧਾਨ ਦੀ ਸਹੁੰ ਦੇ ਥੱਲੇ ਹੀ ਤੁਸੀਂ ਇਹੀ ਹੋਰ ਸਹੁੰ ਚੁੱਕਣਾ ਕੀ ਹੁੰਦਾ, ਸਟਿਲ ਉਹਨੂੰ ਜੇ ਬਿਹਾਈਂਡ ਬਾਰ ਜਾਂ ਡਿਟੈਂਸ਼ਨ 'ਚ ਰੱਖਿਆ ਹੋਇਆ ਹੈ। ਔਰ ਜ਼ਾਹਰ ਹੈ ਕਿ ਵੀ ਇਹ ਲੋਕਾਂ ਦੇ ਨਾਲ, ਜੇ ਜਮਹੂਰੀਅਤ ਨੂੰ ਤੁਸੀਂ ਕਹਿੰਦੇ ਹੋ, ਉਹਨਾਂ ਲੱਖਾਂ ਲੋਕਾਂ ਦੇ ਨਾਲ ਜਿਨ੍ਹਾਂ ਦੇ ਮਸਲੇ ਹੱਲ ਕਰਵਾਉਣ ਦੇ ਲਈ MP ਜਾਂ MLA ਚੁਣੇ ਜਾਂਦੇ ਨੇ, ਉਹਨਾਂ ਦੇ ਨਾਲ ਤਾਂ ਧੱਕਾ ਹੈ ਹੀ ਹੈ। ਹੁਣ ਅਮਰਿਤਪਾਲ ਸਿੰਘ ਹੋਰਾਂ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਦੇ ਉੱਤੇ ਪਟੀਸ਼ਨ ਕੀਤੀ ਗਈ ਕਿ ਭਾਈ ਇਹ ਜਿਹੜਾ ਮੈਨੂੰ ਇਸ ਲਈ ਇਹ ਪਨਿਸ਼ ਕਰ ਰਹੇ ਨੇ, ਔਰ ਇਹ ਪਟੀਸ਼ਨ ਇਸ ਵੇਲੇ ਡਿਵੀਜ਼ਨ ਬੈਂਚ ਹੈ ਚੀਫ ਜਸਟਿਸ ਸ਼ੀਲ ਨਾਗੂ ਤੇ ਜਸਟਿਸ ਅਨਿਲ ਕਸ਼ੇਤਰਪਾਲ ਦਾ, ਕਿ ਬਈ ਇਹ ਜਿਹੜੀ ਮੇਰੀ ਡਿਟੈਂਸ਼ਨ ਹੈ NSA ਦੇ ਥੱਲੇ ਉਹ ਗੈਰ ਕਾਨੂੰਨੀ ਹੈ ਔਰ ਇਹਨੂੰ ਪਾਸੇ ਰੱਖਿਆ ਜਾਏ, ਮੈਨੂੰ ਰਿਲੀਜ਼ ਕੀਤਾ ਜਾਏ, ਮੇਰੀ ਆਜ਼ਾਦੀ ਖੋਈ ਗਈ ਹੈ ਔਰ ਬੜੇ ਕਰੂਅਲ ਮੈਨਰ ਦੇ ਨਾਲ, ਇਹਦੇ ਬਾਵਜੂਦ ਕਿ ਮੈਂ ਜਿਹੜਾ ਇਹ 2 ਵਾਰ ਜਿਹੜਾ ਉਹ
ਸੰਵਿਧਾਨ ਦੇ ਥੱਲੇ ਹੀ ਫਾਰਮ ਵੀ ਭਰੇ ਔਰ ਸਹੁੰ ਵੀ ਚੁੱਕੀ। ਔਰ ਇਹਦਾ ਮਕਸਦ ਸਿਰਫ ਮੈਨੂੰ ਪਨਿਸ਼ ਕਰਨਾ ਹੈ ਪੋਲੀਟੀਕਲ ਰੀਜ਼ਨਸ ਕਰਕੇ, ਜਿਹੜਾ ਮੇਰੇ ਡੈਮੋਕ੍ਰੈਟਿਕ ਰਾਈਟਸ ਨੂੰ ਜਿਹੜੇ ਕਿ ਇਸ ਮੁਲਕ ਦੇ ਹਰ ਸਿਟੀਜ਼ਨ ਨੂੰ ਹਾਸਲ ਨੇ ਉਹਨਾਂ ਨੂੰ ਖੋਹਣਾ। ਹੁਣ ਇਹ ਆਧਾਰ ਹੈ ਉਹਨਾਂ ਦੀ ਪਟੀਸ਼ਨ ਦਾ, ਜਿਹਦੇ ਥੱਲੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋ ਰਹੀ ਹੈ। ਹੁਣ ਪੰਜਾਬ ਸਰਕਾਰ ਨੇ, ਜ਼ਾਹਰ ਹੈ ਪੰਜਾਬ ਸਰਕਾਰ ਤਾਂ ਇੱਕ ਜਿਹੜੀ ਹੈ ਉਹ ਜਿਹਨੂੰ ਤੁਸੀਂ ਕਹੋ ਕਿ ਟਿਟੂਲਰ ਹੈਡ ਵਾਂਗ ਹੀ ਰੱਖਿਆ, ਇਹਨੂੰ ਰਨ ਤਾਂ ਸੈਂਟਰਲ ਏਜੰਸੀਆਂ ਕਰ ਰਹੀਆਂ ਨੇ। NSA ਦੇ ਦਫ਼ਤਰ ਪੰਜਾਬ ਦੇ ਸਾਰੇ 22-23 ਜ਼ਿਲ੍ਹਿਆਂ ਦੇ ਹੈੱਡਕੁਆਟਰ ਤੇ ਨੇ, ਔਰ ਭਗਵੰਤ ਮਾਨ ਤਾਂ ਜਿਹੜਾ ਹੈ ਉਹ ਬਿਲਕੁਲ ਅਮਿਤ ਸ਼ਾਹ ਦਾ ਫੀਲਾ ਬਣ ਕੇ ਕੰਮ ਕਰ ਰਿਹਾ, ਜਿਵੇਂ ਕੈਪਟਨ ਅਮਰਿੰਦਰ ਕਰਦਾ ਸੀ। ਹੁਣ ਇਹਦੇ ਜਵਾਬ 'ਚ ਜਦੋਂ ਕਿ ਸੁਣਵਾਈ ਚੱਲ ਰਹੀ ਹੈ, ਅੰਮ੍ਰਿਤਸਰ ਜ਼ਿਲ੍ਹੇ ਦੇ IPS ਆਫੀਸਰ ਜਿਹੜਾ ਰੂਰਲ ਸੁਪਰਡੈਂਟ ਆਫ ਪੁਲਿਸ ਚਰਨਜੀਤ ਸਿੰਘ ਰਾਹੀਂ ਐਫੀਡੇਵਿਟ ਫਾਈਲ ਕਰਾਇਆ ਗਿਆ ਕਿ ਵੀ ਇਹ ਜਿਹੜਾ ਡਿਸੀਜਨ ਹੈ ਇਹਨੂੰ ਪਟੀਸ਼ਨਰ ਨੂੰ ਜਾਂ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ 'ਚ ਰੱਖਣ ਦਾ 2600 ਕਿਲੋਮੀਟਰ ਦੂਰ, ਇਹ ਇਸ ਲਈ ਲਿਆ ਗਿਆ ਕਿ ਵਾਜ਼ ਟੇਕਨ ਔਨ ਦਾ ਬੇਸਿਸ ਆਫ ਸੈਂਸਿਟਿਵਿਟੀ ਆਫ ਦਾ ਕੇਸ, ਕਿ ਤੁਸੀਂ ਇਸ ਕੇਸ ਦੀ ਗੰਭੀਰਤਾ ਦੇਖੋ। ਕਿਹੜਾ ਕੇਸ ਹੈ ਜੀ ਉਹਦੇ ਖਿਲਾਫ ਕਿ ਜੀ ਇਹ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੈ। ਜੇ ਸੁਰੱਖਿਆ ਨੂੰ ਖਤਰਾ ਹੈ ਤੇ ਲੱਖਾਂ ਵੋਟਰਾਂ ਨੇ ਜੇ ਤਾਂ ਇੰਨਾ ਹੀ ਸੁਰੱਖਿਆ ਨੂੰ ਖਤਰਾ ਸੀ ਤਾਂ ਉਹਦੀ ਤੁਸੀਂ ਪੇਪਰ ਕਿਉਂ ਐਕਸੈਪਟ ਕੀਤੇ? ਜੇ ਪੇਪਰ ਐਕਸੈਪਟ ਕੀਤੇ ਬਣ ਗਿਆ ਫਿਰ ਉਹਨੂੰ ਸਹੁੰ ਕਿਉਂ ਚੁਕਾਈ? ਆਮ ਸਵਾਲ ਨੇ। ਹਾਲਾਂਕਿ ਸਾਨੂੰ ਕੋਈ ਉਹਦੇ ਤੇ ਭੁਲੇਖਾ ਨਹੀਂ ਹੈ ਵੀ ਕੀ ਹੈ, ਪਰ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੂੰ ਜਿਹੜੇ ਅੰਨੇ ਹੋ ਜਾਂਦੇ ਨੇ ਕਿ ਭਾਈ ਉਹਨਾਂ ਨੂੰ ਧੱਕਾ ਨਜ਼ਰ ਨਹੀਂ ਆਉਂਦਾ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਹ ਕਹਿਣਾ ਉਹਦਾ ਪਟੀਸ਼ਨਰ ਦਾ ਕਿ ਭਾਈ ਮੈਂ ਤਾਂ ਐਫੀਡੇਵਿਟ ਜਿਹੜਾ ਸਹੁੰ ਚੁੱਕੇ ਨੇ, ਉਹ ਕਹਿੰਦਾ ਨਹੀਂ, ਇਨ ਫੈਕਟ ਦੇਅਰ ਇਜ਼ ਮਟੀਰੀਅਲ ਔਨ ਰੈਕਰਡ which proves that the petitioner has been deeply involved in activities which are prejudicial to the security of the state and public order। ਕਿ ਭਾਈ ਤੁਸੀਂ ਉਹਨੂੰ 2900 ਕਿਲੋਮੀਟਰ ਦੂਰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈ, ਕਿਸੇ ਨਾਲ ਕੋਈ ਵਿਚਾਰਾ ਟੱਬਰ ਵੀ ਜਿਹੜਾ ਉਹ ਜੇ ਕੋਈ ਫਲਾਈ ਕਰਕੇ ਜਾਂ ਦੂਜਾ ਜਾਂਦਾ ਹੈ ਜਾਂ 5 ਦਿਨ ਉਹ ਬਾਈ ਰੋਡ ਪਹੁੰਚੇਗਾ, ਜੇਲ੍ਹ 'ਚ ਬੈਠੇ ਆ, ਉਹ ਕਿਹੜੀਆਂ ਐਕਟੀਵਿਟੀਜ਼ ਕਰ ਰਹੇ? ਉਹ ਕਹਿੰਦੇ ਜੀ ਸਾਡੇ ਕੋਲ ਬਹੁਤ ਸੀਕ੍ਰੇਟ ਜਾਣਕਾਰੀ ਹੈ ਕਿ ਵੀ ਅਸੀਂ ਜਿਹੜਾ ਉਹ ਦੇਸ਼ ਦੀ ਸੁਰੱਖਿਆ ਦੇ ਲਈ ਵੱਡਾ ਖਤਰਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਇੰਟੈਲੀਜੈਂਸ ਇਨਪੁਟ ਸ਼ੋਇੰਗ ਦਾ ਐਂਟੀ ਸਟੇਟ ਐਕਟੀਵਿਟੀਜ਼ ਐਂਡ ਦਾ ਪੈਟੀਸ਼ਨਰਸ ਇਨਵੋਲਵਮੈਂਟ ਵਿਦ ਫੋਰਨ ਏਜੰਸੀਜ਼ ਵਾਜ਼ ਇਨ ਇਟਸੈਲਫ ਏ ਥ੍ਰੈਟ ਟੂ ਦਾ ਸਟੇਟ ਸਿਕਿਉਰਿਟੀ ਐਂਡ ਪਬਲਿਕ, ਕਿ ਉਹ ਤਾਂ ਬਾਹਰਲੇ ਮੁਲਕਾਂ ਦੀਆਂ ਏਜੰਸੀਆਂ ਦੇ ਨਾਲ ਗੁਫ਼ਤਗੂ ਕਰ ਰਿਹਾ ਔਰ ਇਹ ਬਹੁਤ ਵੱਡਾ ਖਤਰਾ ਹੈ। ਹੁਣ ਇਹ ਇੱਕ ਕਾਮਨ ਪਾਰਟ ਹੈ। ਜਦੋਂ ਇੰਦਰਾ ਗਾਂਧੀ ਨੂੰ ਸੋਧਿਆ ਗਿਆ ਸੀ ਜੀ CIA ਨੇ ਕਰਤਾ, ਜੋ ਪੰਜਾਬ ਚੱਲਦਾ ਜੀ ISI ਨੇ ਕਰਤਾ। ਹੁਣ ਜੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਸਿੱਧੇ ਫੜੇ ਗਏ ਨੇ, ਨਹੀਂ ਜੀ ਇਹ ਤਾਂ ਗੈਂਗਸਟਰ ਦਾ ਕੰਮ ਹੈ। ਹੁਣ ਖੁਦ ਇਹ ਜੋ ਬਲੋਚਿਸਤਾਨ ਦੇ ਵਿੱਚ ਪਾਕਿਸਤਾਨ 'ਚ ਕਰ ਰਹੇ ਨੇ, ਪਰ ਇਹਦੇ ਬਾਵਜੂਦ ਇਹ ਹੈ ਕਿ ਜੀ ਦੇਖੋ ਉਹਨਾਂ ਦੇ ਸਿਵਲ ਰਾਈਟਸ ਜਿਹੜੇ ਨੇ ਉਹ ਉਹਨਾਂ ਦਾ ਹਨਨ ਹੋ ਰਿਹਾ, ਜਿਹੜਾ ਮੋਦੀ ਨੇ ਲਾਲ ਕਿਲੇ ਦੀ ਸਪੀਚ ਕਿਹਾ ਸੀ ਬਲੋਚਾਂ ਦੇ ਹੱਕ। ਫਿਰ ਉਹਨੇ ਕਿਹਾ ਜੀ ਇਹ ਜਿਹੜਾ the intelligence input showing the active role of petitioner Amritpal Singh and his associates were confidential, secret in nature and important, ਕਿ confidential ਹੈ, ਅਸੀਂ ਦੱਸ ਨਹੀਂ ਸਕਦੇ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਭਾਈ ਅਲਟੀਮੇਟਲੀ ਏਜੰਸੀਆਂ ਨੇ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਨਹੀਂ ਆਉਣ ਦੇਣਾ। ਇਹ ਉਹਨਾਂ ਲੋਕਾਂ ਦੇ ਮੂੰਹ ਤੇ ਵੀ ਚਪੇੜ ਵੱਜਦੀ ਹੈ ਜਿਹੜੇ ਜਦੋਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੋਈ ਜਾਂ ਉਸ ਤੋਂ ਪਹਿਲਾਂ ਹੀ ਜਿਨ੍ਹਾਂ ਨੇ ਜੀ BJP ਨੇ ਬਣਾਇਆ ਜੀ, ਉੱਥੋਂ ਭੇਜਿਆ ਜੀ, ਆਲ ਆਫ ਏ ਸਡਨ ਉਹ ਭਿੰਡਰਾਂ ਵਾਲਿਆਂ ਵਾਂਗ ਐਕਟ ਕਰਦਾ ਜੀ, ਇੱਧਰ ਕਰਦਾ ਜੀ ਉੱਧਰ। ਹੁਣ ਸਾਲ ਤੋਂ ਜ਼ਿਆਦਾ ਵਕਤ ਹੋ ਗਿਆ, ਇਹਦੇ ਬਾਵਜੂਦ ਕਿ ਉਸ ਨੂੰ ਲੋਕਾਂ ਦਾ ਫਤਵਾ ਹਾਸਲ ਹੋਇਆ, ਲੇਕਿਨ ਆਪਣਿਆਂ ਨੂੰ ਸ਼ਾਇਦ ਬਹੁਤ ਵਾਰ ਕਿਸੇ ਦੀ ਤਮੀਜ਼ ਨਹੀਂ ਹੁੰਦੀ ਕਿ ਕਿਸ ਦੇ ਵਿੱਚ ਕੀ ਗੁਣ ਹੈ, ਕੌਣ ਕੀ ਕਰ ਸਕਦਾ ਹੈ। ਪਰ ਦੁਸ਼ਮਣ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ, ਕਿਉਂਕਿ ਅੰਮ੍ਰਿਤਪਾਲ ਸਿੰਘ ਨੇ ਕੋਈ ਖਾਲਿਸਤਾਨ ਦੀ ਮੁਹਿੰਮ ਨਹੀਂ ਸੀ ਪੰਜਾਬ 'ਚ ਆ ਕੇ ਸ਼ੁਰੂ ਕੀਤੀ, ਜਾਂ ਹੁਣ ਜੇ ਉਹਨੇ ਸੰਵਿਧਾਨ ਦੀ ਸਹੁੰ ਚੁੱਕ ਕੇ ਉਹ MP ਬਣਿਆ ਤਾਂ ਉਹਨੇ ਕੋਈ ਵੱਖਰਾ ਮੁਲਕ ਬਣਾਉਣ ਦੀ ਜਿਹੜੀ ਆ। ਲੇਕਿਨ ਕਿਉਂਕਿ ਜੋ ਕੁਛ ਇਹ ਪੰਜਾਬ ਨੂੰ ਤਬਾਹ ਕਰਨ ਦੇ ਲਈ ਜੋ ਡਰੱਗਸ ਦਾ ਵੈਪਨ, ਜੋ ਕਨਫਿਊਜ਼ਨ ਦਾ, ਜੋ ਉਹਨਾਂ ਨੇ ਅਕਾਲੀ ਦਲ ਦੇ ਵਿਹੜੇ ਦੇ ਵਿੱਚ ਵੀ ਜਿਹੜਾ ਸੇਹ ਦਾ ਤਕਲਾ ਗੱਡਿਆ ਹੋਇਆ। ਹੁਣ ਕੱਲ ਸੁਖਬੀਰ ਬਾਦਲ ਨੇ ਕਿਹਾ ਜੀ ਮੈਂ, ਕਿਉਂਕਿ ਅਕਾਲ ਤਖਤ ਸੁਣਵਾਈ ਹੋਣੀ ਹੈ 31 ਅਗਸਤ ਨੂੰ, ਤੇ ਮੈਂ ਇੱਕ ਆਪਣੇ ਆਪ ਨੂੰ
ਇੱਕ ਫ੍ਰੀ ਇੱਕ ਆਮ ਸਿੱਖ ਵਾਂਗ ਪੇਸ਼ ਹੋਣਾ ਚਾਹੁੰਦਾ। ਇਸ ਲਈ ਮੈਂ ਆਪਣੀ ਪ੍ਰਧਾਨਗੀ ਟੈਂਪਰੇਰੀ ਬਲਵਿੰਦਰ ਸਿੰਘ ਭੁੰਦੜ ਨੂੰ ਜਿਹੜਾ ਮੈਂ ਜਿਹੜਾ ਕਾਰਜਕਾਰੀ ਪ੍ਰਧਾਨ ਬਣਾ ਰਿਹਾ ਅਕਾਲੀ ਦਲ ਦਾ। ਇੱਕ ਹੋਰ ਡਰਾਮਾ, ਸੋ ਮਤਲਬ ਇੱਕ ਉਸ ਵੇੜੇ 'ਚ ਜੋ ਚੱਲ ਰਿਹਾ ਕੰਮ, ਤੇ ਇਧਰ ਜਿਹਦੇ 'ਚ ਪੋਟੈਂਸ਼ੀਅਲ ਹੈ, ਕਿਉਂਕਿ ਇਹ ਤੁਸੀਂ ਇਹਨਾਂ ਦੇ ਅੱਡ ਟਾਕ ਸ਼ੋਜ਼ ਜਿਹੜੇ ਯੂਟਿਊਬਰ ਦੇ ਵੀ ਬਿਠਾਏ ਹੁੰਦੇ ਨੇ, ਉਹਦੇ 'ਚ ਸਵਾਲ ਉਹਨਾਂ ਨੂੰ ਬੌਦਰ ਕਰਦਾ ਕਿ ਜੇ ਅੱਜ ਅੰਮ੍ਰਿਤਪਾਲ ਸਿੰਘ ਬਾਹਰ ਆ ਜਾਏ ਤਾਂ ਉਹਨਾਂ ਨੇ ਕਿਹਾ ਵੀ ਇਹ ਤਾਂ ਫਰੀਦਕੋਟ ਔਰ ਖਡੂਰ ਸਾਹਿਬ ਦੇ ਵੋਟਰਾਂ ਨੇ ਦੱਸ ਹੀ ਦਿੱਤਾ ਕਿ ਅੰਦਰ ਬੈਠਿਆਂ ਜੇ 2 ਲੱਖ ਵੋਟਾਂ ਦੇ ਫਰਕ ਨਾਲ ਖਡੂਰ ਸਾਹਿਬ ਦੇ ਲੋਕਾਂ ਨੇ ਜਿਤਾਇਆ, ਤੇ ਜਿੱਦਣ ਅੰਮ੍ਰਿਤਪਾਲ ਸਿੰਘ ਬਾਹਰ ਆਇਆ ਉਹਦੇ 'ਚ ਪੋਟੈਂਸ਼ੀਅਲ ਹੈ। ਕੱਲ ਨੂੰ ਉਹ ਕੀ ਕਰੇਗਾ ਕੀ ਨਹੀਂ ਉਹਦੀ ਕੋਈ ਅਸੀਂ ਗਰੰਟੀ ਨਹੀਂ ਦਿੰਦੇ, ਪਰ ਮੈਂ ਤਾਂ ਏਜੰਸੀਆਂ ਦੀ ਜ਼ਬਾਨ 'ਚ ਕਹਿ ਰਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਫੀਅਰ ਹੈ ਕਿ ਬਈ ਇਹ ਤਾਂ ਪੰਜਾਬ ਦੇ ਲੋਕ ਇਨ ਜਨਰਲ, ਯੂਥ ਇਨ ਪਾਰਟਿਕੂਲਰ, ਉਹ ਤਾਂ ਅੰਮ੍ਰਿਤਪਾਲ ਸਿੰਘ ਦੇ ਪਿੱਛੇ ਖਲੋ ਜਾਏਗਾ ਆ ਕੇ। ਔਰ ਇਹ ਜੇ ਉਹ ਨਾ ਵੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਜਾਂ ਖਾਲਿਸਤਾਨ ਦੀ ਮੂਵਮੈਂਟ ਨਾ ਵੀ ਕਰੇ, ਉਹ ਇੱਕ ਅਣਖ, ਗੈਰਤ ਔਰ ਹੌਸਲੇ ਨਾਲ ਗੱਲ ਕਰਨ ਵਾਲਾ, ਬਾਦਲੀਲ ਗੱਲ ਕਰਨ ਵਾਲਾ ਨੌਜਵਾਨ ਹੈ। ਔਰ ਜਿੱਥੇ ਇਹਨਾਂ ਨੂੰ ਲੱਗਦਾ ਹੈ ਕਿ ਬਈ ਹਾਂ, ਜਿੱਦਣ ਉਹਨਾਂ ਨੂੰ ਲੱਗਿਆ ਕਿ ਬਈ ਇਹ ਝੰਮ ਗਿਆ, ਟੁੱਟ ਗਿਆ, ਉਹਨੂੰ ਤੋੜ ਲਿਆ, ਜਾਂ ਦੂਜਾ ਫਿਰ ਉਹ ਭਾਵੇਂ ਉਹ ਜੋ ਮਰਜ਼ੀ ਉਹਦੇ ਤੋਂ ਜਿਹੜਾ, ਪਰ ਇਸ ਤੋਂ ਇਹ ਜਿਹੜਾ ਕੇਸ ਪੰਜਾਬ ਸਰਕਾਰ ਨੇ ਹਾਈ ਕੋਰਟ 'ਚ ਦਿੱਤਾ ਹੈ ਕਿ ਜੀ ਸਾਡੇ ਕੋਲ ਬੜੀ ਕੌਨਫੀਡੈਂਸ਼ੀਅਲ, ਔਰ ਦੂਜਾ ਔਰ ਇਹ ਜਿਹੜੇ ਜੱਜਾਂ ਦਾ ਵੀ ਪੈਨਲ ਹੈ, ਮੈਨੂੰ ਨਹੀਂ ਲੱਗਦਾ ਵੀ ਇਹਨਾਂ 'ਚੋਂ ਕੋਈ ਨਿਕਲਣਾ ਜਾਂ ਉਹਨਾਂ ਨੇ NSA ਤੋੜਨਾ। ਸੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਈਵਨ ਉਸ ਸਿਸਟਮ 'ਚ ਰਹਿੰਦੇ ਹਨ ਉਹ ਲੋਕ ਜਿਹੜੇ ਕਹਿੰਦੇ ਰਹੇ ਜੀ ਹਥਿਆਰਬੰਦ ਸੰਘਰਸ਼ ਦੀ ਕੀ ਲੋੜ ਸੀ, ਕਾਹਨੂੰ ਮੁੰਡੇ ਮਰਵਾਣੇ ਸੀ, ਪੀਸਫੁਲੀ ਕਿਉਂ ਨਹੀਂ ਗੱਲ ਹੋ ਸਕਦੀ, ਕਰ ਲਓ ਪੀਸਫੁਲੀ। ਉਹਨਾਂ ਦੇ ਸਿਸਟਮ 'ਚੋਂ ਬਾਰ-ਬਾਰ ਸਹੁੰ ਚੁੱਕ ਕੇ ਵੀ ਉਹਦੇ ਤੇ ਇਤਬਾਰ ਕਰਨ ਨੂੰ ਤਿਆਰ ਨਹੀਂ ਕਿ ਬਈ ਇਹਨੇ ਬਾਹਰ ਆ ਕੇ ਜਿਹੜਾ ਉਹ ਆਰਗੇਨਾਈਜ਼ ਕਰਨਾ ਹੈ ਜਾਂ ਪੰਜਾਬ ਮਗਰ ਖੜਾ ਹੋ ਜਾਏਗਾ। ਇਸ ਸਿਸਟਮ 'ਚੋਂ ਅਸੀਂ ਕਿਵੇਂ ਜਸਟਿਸ ਲੈ ਸਕਦੇ ਹਾਂ? ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ, ਔਰ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਅਨਵਰ ਸੈਕਸ਼ਨ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਕਾਰੀ ਤੌਰ ਤੇ ਸੱਦਾ ਦਿੱਤਾ ਹੈ ਕਿ ਉਹ ਅਕਤੂਬਰ ਮਹੀਨੇ ਵਿੱਚ ਇਸਲਾਮਾਬਾਦ ਵਿੱਚ ਹੋਣ ਵਾਲੀ ਸ਼ੰਘਾਈ ਸਿਖਰ ਸੰਮੇਲਨ ਵਿੱਚ ਸ਼ਮੂਲੀਅਤ ਕਰਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇੱਕ ਪਾਸੇ ਭਾਰਤ ਖੁੱਲ੍ਹੇਆਮ ਬਲੋਚਿਸਤਾਨ ਵਿੱਚ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਕਰਵਾ ਰਿਹਾ ਹੈ, ਔਰ ਦੂਸਰੇ ਪਾਸੇ ਪਾਕਿਸਤਾਨ ਉਸ ਨੂੰ ਦਾਵਤ ਦੇ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ, ਨਾਲ ਹੀ ਗੁਰਬਾਣੀ ਵਿਚਾਰਾਂ ਔਰ ਤੁਹਾਡੇ ਜਿਹੜੇ ਮੈਸੇਜ ਨੇ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਾਕਿਸਤਾਨ ਦੇ ਇਲੈਕਟ੍ਰੋਨਿਕ ਡਿਜੀਟਲ ਮੀਡੀਆ 'ਚ ਵੀ, ਸੋਸ਼ਲ ਮੀਡੀਆ ਤੇ ਵੀ, ਔਰ ਬਾਕੀ ਵੀ ਇੰਟਰਨੈਸ਼ਨਲ ਇੰਪੋਰਟੈਂਸ ਵਾਲੀਆਂ ਥਾਵਾਂ ਤੇ ਜਿਹੜੀ ਬਰੂਟੈਲਿਟੀ, ਕਰੂਐਲਿਟੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਪਿਛਲੇ ਦਿਨਾਂ 'ਚ ਕੀਤੀ, ਜਦੋਂ ਕਿ ਉਹਨਾਂ ਦੇ ਭੁਗਤੀ ਦਾ ਅਸੈਸੀਨੇਸ਼ਨ ਡੇ ਸੀ, ਜਦੋਂ ਕਿ ਉਹਦਾ ਪਹਿਲਾ ਐਂਡ ਹੋਇਆ, ਉਹਨੂੰ ਮਾਰਿਆ ਸੀ। ਕਿਵੇਂ ਉਹਨਾਂ ਨੇ ਕਿੰਨੇ ਸਿਕਿਉਰਿਟੀ ਵਾਲੇ ਮਾਰੇ, ਗਿਣਤੀ 40-50 ਤੋਂ ਵੀ ਜ਼ਿਆਦਾ ਬਣਦੀ ਹੈ। ਕਿਵੇਂ ਬੱਸਾਂ 'ਚੋਂ ਲਾ ਕੇ ਸ਼ਨਾਖਤੀ ਕਾਰਡ ਦੇਖ ਕੇ ਕਿ ਕਿਹੜਾ ਪੰਜਾਬੀ ਹੈ ਜਾਂ ਪਠਾਨ ਹੈ, ਉਸ ਨੂੰ ਨਾ ਬਲੋਚਾਂ ਨੇ ਮਾਰਿਆ ਬਰੂਟਲੀ, ਔਰ ਵਿਚਾਰੇ ਆਮ ਕਿਰਤ ਕਰਨ ਵਾਲੇ ਲੋਕ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਬਲੋਚਿਸਤਾਨ ਦੇ ਵਿੱਚ ਜਿਹੜੀ ਵਾਇਲੈਂਸ ਅੱਜ ਹੋ ਰਹੀ ਹੈ ਲਿਬਰੇਸ਼ਨ ਆਰਮੀ ਜਾਂ ਉਸ ਤੋਂ ਪਹਿਲਾਂ ਹੋਈ, ਉਹ ਸਿੱਧਾ ਉਸ ਦੇ ਲਈ ਭਾਰਤੀ ਖੁਫੀਆ ਏਜੰਸੀ ਰਾਜ ਜ਼ਿੰਮੇਵਾਰ ਹੈ। ਔਰ ਇਹ ਲੰਬੇ ਵਕਤ ਤੋਂ, ਸ਼ਾਇਦ ਬਹੁਤਿਆਂ ਨੂੰ ਇਹ ਗੱਲ ਭੁੱਲ ਗਈ ਹੋਏਗੀ ਕਿ 2009 ਦੇ ਵਿੱਚ ਜਦੋਂ ਇੱਕ ਹੋਰ ਮੁਲਕ ਦੇ ਵਿੱਚ
ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀ ਔਰ ਜਿਹੜਾ ਮਿਸਟਰ ਜਿਲਾਨੀ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਸੀ। ਸੋ ਉਹਨਾਂ ਦਾ ਇੱਕ ਐਦ ਵੀ ਹੋਇਆ ਕਿ ਜੀ ਤੁਸੀਂ ਬਲੋਚਿਸਤਾਨ 'ਚ ਇੰਟਰਫੀਅਰੈਂਸ ਬੰਦ ਕਰ ਦਿਓ, ਜੋ ਕਰ ਰਹੇ ਹੋ ਦਹਿਸ਼ਤਗਰਦੀ ਅਸੀਂ ਕਸ਼ਮੀਰ 'ਚੋਂ ਹਟਾ ਦਿੰਦੇ ਹਾਂ। ਔਰ ਇਹ ਬਿਲਕੁਲ ਅਨਾਉਂਸ ਵੀ ਹੋਇਆ। ਜਿਉਂ ਹੀ ਮਨਮੋਹਨ ਸਿੰਘ ਵਾਪਸ ਗਿਆ ਉਹਦੀ ਖੂਬ ਉੱਥੇ ਲਾਪਾ ਹੋਈ ਕਿ ਵੀ ਤੂੰ ਕਿਵੇਂ ਮੰਨ ਲਿਆ ਵੀ ਅਸੀਂ ਬਲੋਚਿਸਤਾਨ 'ਚ ਹੈ ਜੇ ਕਰ ਰਹੇ ਹਾਂ। ਔਰ ਈਵਨ ਜਿਹੜਾ ਫੋਰਨ ਸੈਕਟਰੀ ਸੀ ਉਹਦੇ ਨਾਲ ਗਿਆ, ਉਹਨੂੰ ਰਿਜ਼ਾਈਨ ਕਰਨਾ ਪਿਆ ਸੀ। ਸੋ ਇਹ ਜਿਹੜੀ ਬਲੋਚਿਸਤਾਨ 'ਚ ਇੰਟਰਫੀਅਰੈਂਸ ਹੈ ਇਹ ਇਹਨਾਂ ਦੀ, ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਅਫਜ਼ਲ ਹੈਦਰ ਜਿਹੜੇ ਲਾਅ ਮਿਨਿਸਟਰ ਸੀ ਮੁਸ਼ਰਫ ਦੀ ਹਕੂਮਤ ਵੇਲੇ ਇੱਥੇ ਆਏ 2000 ਦੇ ਬਿਗਨਿੰਗ 2002 ਜਾਂ 2003 ਦੇ ਵਿੱਚ। ਤਾਂ ਉਹਨਾਂ ਨੂੰ ਮੈਂ ਕਿਹਾ ਜੀ ਜੇ ਤੁਸੀਂ ਸੱਚਮੁੱਚ ਹੀ ਪਾਕਿਸਤਾਨ ਖਾਲਿਸਤਾਨ ਦੀ ਹਮਾਇਤ ਕਰਨਾ ਚਾਹੁੰਦਾ ਹੈ, ਸਿੱਖਾਂ ਦੀ ਕਰਨਾ ਚਾਹੁੰਦਾ, ਖਾਲਿਸਤਾਨ ਤਾਂ ਤੁਸੀਂ ਨਹੀਂ ਕਰੋਗੇ ਪਬਲਿਕਲੀ, ਤੇ ਨਨਕਾਣਾ ਸਾਹਿਬ ਨੂੰ ਵੈਟੀਕਨ ਸਟੇਟਸ ਦੇਣ ਵੱਲ ਤੁਰੋ। ਮਤਲਬ ਇਹ ਹੈ ਕਿ ਵੀ ਉਹ ਕਹੋ ਜੀ ਇਹ ਸਿੱਖਾਂ ਦੇ ਹਵਾਲੇ ਆ, ਉੱਥੇ ਅਸੀਂ ਆਪਣਾ ਰੇਡੀਓ ਸਟੇਸ਼ਨ, ਟੀਵੀ ਸਟੇਸ਼ਨ, ਆਪਣੇ ਪਾਸਪੋਰਟ ਔਰ ਉਹਦੇ ਥੱਲੇ UN ਦੀ ਐਸੋਸੀਏਟ ਮੈਂਬਰਸ਼ਿਪ ਵਾਲੀ ਵਧਿਆ ਜਾ ਸਕਦਾ। ਉਹ ਕਹਿੰਦੇ ਨਾ ਇਹ ਨਾ ਤੁਸੀਂ ਕਰੋ, ਕਿਉਂਕਿ ਇਹਦੇ ਨਾਲ ਤਾਂ ਜੇ ਅਸੀਂ ਇਹ ਕਰਾਂਗੇ ਤਾਂ ਉਹ ਬਲੋਚਿਸਤਾਨ ਨੂੰ ਰੈਕਗਨਾਈਜ਼ ਇੰਡੀਆ ਕਰ ਲਏਗਾ। ਮੈਂ ਕਿਹਾ ਜੀ ਬਲੋਚਿਸਤਾਨ ਨੂੰ ਤਾਂ ਪਹਿਲਾਂ ਹੀ ਉਹ ਕਰ ਰਹੇ ਨੇ, ਉਹ ਕਿਹੜਾ ਤੁਸੀਂ ਰੋਕ ਲਿਆ। ਔਰ ਹੁਣ ਜਿਸ ਲੈਵਲ ਦੀ ਦਹਿਸ਼ਤਗਰਦੀ ਇਹਨਾਂ ਨੇ ਬਲੋਚਿਸਤਾਨ ਦੇ ਵਿੱਚ ਕੀਤੀ ਹੈ, ਇਸ ਤਰ੍ਹਾਂ ਦਾ ਪਹਿਲਾਂ ਨਹੀਂ ਹੋਇਆ। ਔਰ ਇਹ ਜਿੱਥੇ ਪਾਕਿਸਤਾਨੀ ਖੁਫੀਆ ਨੈਟਵਰਕ ਦੀ ਫੇਲਿਅਰ ਉਹਨੂੰ ਕਿਹਾ ਜਾ ਰਿਹਾ, ਉਸ ਤੋਂ ਇਹ ਵੀ ਲੱਗਦਾ ਹੈ ਵੀ ਹੁਣ ਤਾਂ ਡਬਲਡ ਹੈ, ਕਿਉਂਕਿ ਗਵਾਦਰ ਪੋਰਟ ਨੂੰ ਫੰਕਸ਼ਨਿੰਗ ਹੋਣ ਤੋਂ ਰੋਕਣਾ, ਅਮਰੀਕਨ ਇੰਟਰਸਟ ਵੀ ਉਹਦੇ ਜੁੜਿਆ ਹੈ। ਇੰਡੀਆ ਓਵਰਆਲ ਜਿਸ ਲੈਵਲ ਤੇ ਹੁਣ ਕਸ਼ਮੀਰ ਦੇ ਵਿੱਚ ਉਹ ਡੋਡਾ ਹੋਏ, ਉਦਮਪੁਰ ਹੋਏ, ਦੂਜਾ ਹੋਏ ਕਸ਼ਮੀਰੀ ਜਿਨ੍ਹਾਂ ਨੂੰ ਪਿਛਲੇ 5 ਸਾਲ ਤੋਂ ਦੱਬਿਆ ਹੋਇਆ ਹੈ, 2019 ਤੋਂ ਲੈ ਕੇ ਹੁਣ ਉੱਥੇ ਯੂਨੀਅਨ ਟੈਰੀਟਰੀ 'ਚ ਇਲੈਕਸ਼ਨਾਂ ਦਾ ਡਰਾਮਾ ਕੀਤਾ ਜਾ ਰਿਹਾ। ਨੌਜਵਾਨਾਂ ਨੇ ਆਪਣੇ ਤੌਰ ਦੇ ਉੱਤੇ ਉਹ ਰੈਜ਼ਿਸਟ ਕਰ ਰਹੇ ਨੇ, ਤੇ ਇਹਨਾਂ ਨੂੰ ਇਹ ਲੱਗਦਾ ਵੀ ਪਾਕਿਸਤਾਨ ਨੂੰ ਜੇ ਡਾਈਵਰਟ ਜਾਂ ਬੰਗਲਾਦੇਸ਼ ਜੋ ਹੋਇਆ ਉੱਥੋਂ ਉਹਨਾਂ ਨੇ ਕਿਕ ਆਊਟ ਕੀਤਾ ਬੰਗਾਲੀਆਂ ਨੇ ਕਿ ਵੀ ਇਹਨੂੰ ਪਾਕਿਸਤਾਨ ਨੂੰ ਬਲੋਚਿਸਤਾਨ 'ਚ ਬਲੀਡ ਕਰੋ। ਹੁਣ ਇੱਕ ਪਾਸੇ ਸ਼ਰੇਆਮ ਔਰ ਇਹ ਪਤਾ ਹੈ ਇਹਨਾਂ ਦਾ ਇਹ ਹੈ, ਤੇ ਇਹ ਖਬਰ ਜਿਹੜੀ ਹੈ ਉਹ ਹਰ ਉਸ ਲਈ ਜਿਹਨੂੰ ਇਹ ਹੈ ਕਿ ਵੀ ਇਹ ਕੀ ਹੈ ਫੋਰਨ ਪਾਲਿਸੀ ਪਾਕਿਸਤਾਨ ਕਿਹੜੇ ਪਾਸੇ। ਪਾਕਿਸਤਾਨ ਇਨਵਾਈਟਸ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਟੂ ਅਟੈਂਡ SCO ਮੀਟਿੰਗ ਇਨ ਇਸਲਾਮਾਬਾਦ ਇਨ ਅਕਤੂਬਰ। ਹੁਣ ਇਹ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਇੱਕ ਸੰਸਥਾ ਹੈ ਜਿਹੜੀ ਇੱਕ ਪਾਵਰਫੁਲ ਹੈ, ਉਸ ਦੇ ਵਿੱਚ ਇੰਡੀਆ, ਚਾਈਨਾ, ਰਸ਼ੀਆ, ਪਾਕਿਸਤਾਨ, ਕਜ਼ਾਕਿਸਤਾਨ, ਕਿਰਗਿਸਤਾਨ, ਤਾਜਿਕਸਤਾਨ, ਉਜ਼ਬੇਕਿਸਤਾਨ ਇਹ ਜਿਹੜਾ ਉਹਦੇ ਮੈਂਬਰ ਨੇ। ਇਹ ਇਕਨੋਮਿਕਲ ਔਰ ਸਿਕਿਉਰਿਟੀ ਬਲਾਕ ਹੈ ਜਿਹਨੂੰ ਟਰਾਂਸ ਰੀਜਨਲ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਦੇ ਤੌਰ ਤੇ ਇੱਕ ਵੱਡੀ ਸੰਸਥਾ ਮੰਨਿਆ ਜਾਂਦਾ ਹੈ। ਔਰ ਇਸ ਦੇ ਵਿੱਚ ਪਿਛਲੀ ਵਾਰ ਭਾਰਤ ਦੇ ਵਿੱਚ ਸੀ ਔਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਥਰੂ ਵੀਡੀਓ ਲਿੰਕ ਸ਼ਾਮਲ ਹੋਏ। ਹਾਲਾਂ ਜਿਹੜੀ ਗੋਆ ਦੇ ਵਿੱਚ ਫੋਰਨ ਮਿਨਿਸਟਰਸ ਦੀ ਮਈ 2023 ਦੇ ਵਿੱਚ ਮੀਟਿੰਗ ਹੋਈ ਸੀ, ਉਹਦੇ 'ਚ ਬਿਲਾਵਲ ਭੁੱਟੋ ਜਿਹੜਾ ਕਿ ਫੋਰਨ ਮਿਨਿਸਟਰ ਸੀ ਉਹਨੇ ਪਾਰਟਿਸਿਪੇਟ ਕੀਤਾ ਸੀ। ਔਰ ਇਹ ਆਪਣੇ ਆਪ ਦੇ ਵਿੱਚ ਪਿਛਲੇ 12 ਸਾਲਾਂ ਦੇ ਵਿੱਚ ਇੱਕ ਬ੍ਰੇਕ ਥਰੂ ਸੀ। ਹੁਣ ਜਦੋਂ ਕਿ ਇਸ ਲੈਵਲ ਦੇ ਉੱਤੇ ਪਾਕਿਸਤਾਨ ਦੇ ਮਾਮਲਿਆਂ 'ਚ ਇੰਟਰਫੀਅਰੈਂਸ ਹੈ ਇੰਡੀਆ ਦੀ, ਇਸ ਤੋਂ ਪਹਿਲਾਂ ਅਸੀਂ ਦੇਖਿਆ ਕਿ ਭਾਈ ਕਿਵੇਂ ਇੰਡੀਆ ਨੇ ਕਸ਼ਮੀਰ ਐਜ਼ ਏ ਡਿਸਪਿਊਟਡ ਟੈਰੀਟਰੀ ਵਾਲਾ UN ਦੇ ਮਤਿਆਂ ਦੀ ਉਲੰਘਣਾ ਕਰਕੇ ਉਹਨੂੰ ਤੋੜ ਦਿੱਤਾ। ਪਾਕਿਸਤਾਨ ਦੇ ਨਾਲ ਕੋਈ ਟ੍ਰੇਡ ਨਹੀਂ ਹੈ ਇਸ ਪਾਸਿਓਂ ਪੰਜਾਬ ਵੱਲੋਂ, ਦੂਜੇ ਕਰੀ ਜਾਂਦੇ ਨੇ ਉੱਥੋਂ ਕਰਾਚੀ ਔਰ ਬੰਬੇ, ਤੇ ਉਹਨਾਂ ਨੂੰ ਫਾਇਦਾ। ਸੋ ਇਸ ਪੀਰੀਅਡ 'ਚ ਇਸ ਲੈਵਲ ਦਾ ਕੋਈ ਵੀ ਇਨਵੀਟੇਸ਼ਨ ਜਿਹੜਾ ਹੈ ਇਹ ਕੋਈ ਜਿਹਨੂੰ ਤੁਸੀਂ ਕਹੋ ਕਿ ਵੀ ਇਹ ਪਚਦਾ ਨਹੀਂ ਹੈ। ਇਹ ਠੀਕ ਹੈ ਕਿ ਇਹ ਹੋਏਗਾ ਕਿ ਜੀ ਕਿਉਂਕਿ ਪਾਕਿਸਤਾਨ ਇਸ ਵਾਰ ਹੋਸਟ ਕਰ ਰਿਹਾ ਹੈ, ਇਸ ਨੂੰ ਇਸਲਾਮਾਬਾਦ 'ਚ ਹੋਣਾ ਹੈ, ਉਹਨੇ ਫਾਰਮਲ ਇਨਵੀਟੇਸ਼ਨ ਭੇਜਿਆ, ਇੰਡੀਆ ਤਾਂ ਜਾਏਗਾ ਕਿ ਨਹੀਂ ਜਾਏਗਾ ਉਹ ਵੀ ਹੋ ਸਕਦਾ ਵੀਡੀਓ ਲਿੰਕ ਰਾਹੀਂ ਆਏ। ਪਰ ਘੱਟੋ ਘੱਟ ਜਿਹੜੇ ਦਿਨ ਗੁਜ਼ਰ ਰਹੇ ਨੇ ਜਦੋਂ ਆਲਰੇਡੀ ਬਲੋਚਿਸਤਾਨ ਦਾ ਇਸ਼ੂ ਹਾਈਲਾਈਟ ਹੈ, ਅਟਕ ਲਓ ਹੋਰ 4 ਹਫ਼ਤੇ, ਅਕਤੂਬਰ ਅਜੇ ਨੇੜੇ, ਅਜੇ ਤਾਂ ਸਪਟੈਂਬਰ ਦੀ UN ਜਨਰਲ ਅਸੈਂਬਲੀ ਸੈਸ਼ਨ ਆਣਾ, ਉਹਦੇ 'ਚ ਇਹਨਾਂ ਨੇ ਕੀ ਕੜੀ ਘੋਲਣੀ ਆ ਕੇ ਜੋ ਇਹ ਕਰਦੇ ਨੇ। ਸੋ ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ ਕਿ ਵੀ ਇੱਕ ਪਾਸੇ ਤਾਂ ਇਹਨਾਂ ਦੀ ਰਿਲੇਸ਼ਨਸ਼ਿਪ ਦਾ ਹਾਲ ਇਹ ਹੈ, ਨਾਲ ਦੀ ਨਾਲ ਖਬਰ ਹੈ ਕਿ ਜੀ BSF ਨੇ ਪ੍ਰੋਟੈਸਟ ਕੀਤਾ ਹੈ ਕਿ ਵਾਹਗਾ ਬਾਰਡਰ ਤੇ ਜਿਹੜੀ ਪਾਕਿਸਤਾਨੀ ਸਾਈਡ ਹੈ ਉੱਥੇ ਸੈਯਦ ਅਲੀ ਸ਼ਾਹ ਗਿਲਾਨੀ ਦੀ ਫੋਟੋ ਲਾਈ ਹੋਈ ਹੈ। ਉਹਨਾਂ ਨੇ ਕਿਹਾ ਜੀ ਇਹ ਤਾਂ ਵਾਇਲੇਸ਼ਨ ਹੈ ਉਹ ਸਾਰੇ ਦੀ। BSF ਨੇ ਪ੍ਰੋਟੈਸਟ ਕੀਤਾ ਕਿ ਜੇ ਗਿਲਾਨੀ ਦੀ ਪੋਰਟਰੇਟ ਹਟਾਓ, ਇਹ ਪ੍ਰੋਵੋਕ ਕਰਨ ਦਾ ਕਸ਼ਮੀਰੀਆਂ। ਹੁਣ ਇੱਕ ਪਾਸੇ ਤਾਂ ਉਹਨਾਂ ਨੂੰ ਇਹ ਵੀ
ਜਿਹੜਾ ਉਹ ਗਵਾਰਾ ਨਹੀਂ ਹੈ ਕਿ ਵੀ ਤੁਸੀਂ ਉਹ ਸੈयद ਅਲੀ ਸ਼ਾਹ ਗਿਲਾਨੀ ਕੋਈ ਛੋਟਾ ਨਾਂ ਨਹੀਂ ਹੈ। ਕਸ਼ਮੀਰੀਆਂ ਦੇ ਕਾਜ਼ ਲਈ ਉਹਨੇ ਆਪਣੀ ਜਾਨ ਦਿੱਤੀ, ਉਹਦੀ ਮਈਅਤ ਨੂੰ ਵੀ ਰੋਲਿਆ ਗਿਆ। ਜੇ ਪਾਕਿਸਤਾਨ ਆਪਣੀ ਟੈਰੀਟਰੀ 'ਚ ਉਹਦੀ ਫੋਟੋ ਲਾਉਂਦਾ, ਇਹਦੀ ਇਹਨਾਂ ਨੂੰ ਪ੍ਰੋਬਲਮ ਹੈ। ਇੰਡੀਆ ਆਫੀਸ਼ੀਅਲੀ ਪ੍ਰੋਟੈਸਟ ਕੀਤਾ, ਮੇਨ ਖਬਰ ਹੈ ਇਹਨਾਂ ਦੀ PTI ਦੀ। ਤੇ ਦੂਸਰੇ ਪਾਸੇ ਪਾਕਿਸਤਾਨ ਨੇ ਬਾਹਾਂ ਖੋਲ ਲਈਆਂ ਕਿ ਬਈ ਤੁਸੀਂ ਸਾਡੇ ਬੰਦੇ ਵੀ ਮਾਰ ਦਿੱਤੇ ਨੇ, ਬਲੋਚਿਸਤਾਨ ਸਿਕਿਉਰਿਟੀ ਵਾਲੇ ਵੀ ਮਾਰੇ ਨੇ, ਔਰ ਖੁੱਲ ਕੇ ਤੁਸੀਂ ਜਿਹੜਾ ਉਹ ਇਹਨਾਂ ਦੀ ਹਮਾਇਤ ਕਰ ਰਹੇ ਹੋ। ਮੋਦੀ ਨੇ ਲਾਲ ਕਿਲੇ ਦੀ ਫਸੀਲ ਤੋਂ ਇੱਕ ਬਲੋਚਿਸਤਾਨ ਦੇ ਜਿਹੜੀ ਹਮਾਇਤ ਦੇ ਵਿੱਚ ਇਹਨਾਂ ਦੇ ਬਿਆਨ ਦਿੱਤਾ ਸੀ। ਔਰ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਵੀ ਜਿਹੜੇ ਇਹਨਾਂ ਦੇ ਬਾਹਰ ਬੈਠੇ ਨੇ ਸੋ ਕਾਲਡ ਲਿਬਰੇਸ਼ਨ ਆਰਮੀ ਦੇ ਸਾਰੇ ਰਾਹ ਦੇ ਏਜੰਟ ਨੇ। ਪਰ ਘੱਟੋ ਘੱਟ ਟਾਈਮਿੰਗ ਹੀ ਦੇਖੋ ਵੀ ਤੁਸੀਂ ਬਾਹਾਂ ਪਸਾਰ ਰਹੇ ਹੋ ਕਿ ਮੋਦੀ ਸਾਹਿਬ ਆਣ ਤੇ ਤੁਹਾਡੀਆਂ ਬਾਹਾਂ ਆਕੜੀਆਂ ਹੋਈਆਂ ਵੀ ਤੁਸੀਂ ਉਹਨਾਂ ਨੂੰ ਗੜ ਨਾਲ ਲਾਉਣਾ ਜੀ। ਹੁਣ ਹੁੰਦਾ ਤਾਂ ਦੁੱਖ ਹੈ ਸਾਡੇ ਕਈ। ਫਿਰ ਜਿਹੜੇ ਇੱਕ ਸੱਜਣ ਨੇ ਉਹਨਾਂ ਨੇ ਮੈਨੂੰ ਚੇਚਾ ਇਹ ਖਬਰ ਭੇਜੀ, ਮੈਂ ਦੇਖ ਤਾਂ ਲਈ ਸੀ, ਕਿਉਂਕਿ ਉਹ ਇਹ ਸਮਝਦੇ ਨੇ ਕਿ ਵੀ ਅਸੀਂ ਕਿਉਂਕਿ ਪਾਕਿਸਤਾਨ ਪ੍ਰਤੀ ਹਮਦਰਦੀ ਰੱਖਦੇ ਹਾਂ ਜਾਂ ਜਿਹੜਾ ਉਹਨਾਂ ਨੂੰ ਇੱਕ ਹਮਸਾਇਆ ਮੁਲਕ ਔਰ ਦੋਸਤ ਦੇ ਤੌਰ ਦੇ ਉੱਤੇ ਦੇਖਦੇ ਹਾਂ, ਤੇ ਫਿਰ ਇਦਾਂ ਦੇ ਮੌਕੇ ਉਹ ਭੇਜਦੇ ਨੇ, ਆਹ ਲੈ ਲਓ ਜੀ ਆਪਣੇ ਜਿਹੜਾ ਇਹਨਾਂ ਦੀ ਸਿਆਣਪ ਕੀ ਹੈ। ਔਰ ਅਸੀਂ ਜਿਵੇਂ ਕਿ ਸਾਡਾ ਇਕਰਾਰ ਹੈ ਗੁਰਬਾਣੀ ਵਿਚਾਰ ਕਰਦੇ ਹਾਂ। ਅੱਜ ਦੀ ਇਸ ਵਿਚਾਰ ਦੇ ਵਿੱਚ ਭਗਤ ਤਰਲੋਚਨ ਜੀ ਦਾ ਸ੍ਰੀ ਰਾਗ ਦੇ ਵਿੱਚ ਸ਼ਬਦ ਹੈ। ਔਰ ਇਹ ਜਦੋਂ ਸਾਰੀਆਂ ਸਿਆਸੀ ਵਿਚਾਰਾਂ ਅਸੀਂ ਕਰ ਰਹੇ ਹੁੰਦੇ ਹਾਂ ਤੇ ਇਸ ਦੁਨੀਆ ਦੀ ਗੱਲ ਕਰ ਰਹੇ ਹੁੰਦੇ ਹਾਂ, ਫਿਰ ਇੱਕਦਮ ਜਦੋਂ ਮੌਤ, ਅਲਟੀਮੇਟ ਹਕੀਕਤ, ਆਖਰਤ, ਇਸ ਨਾਲ ਸੰਬੰਧਿਤ ਜਿਹੜੇ ਰੱਬ ਦੇ ਬੰਦੇ ਨੇ ਉਹ ਯਾਦ ਦਹਾਨੀ ਕਰਵਾਉਂਦੇ ਨੇ, ਫਿਰ ਆਪਣੇ ਆਪ ਨੂੰ ਵੀ ਇਹ ਲੱਗਦਾ ਹੈ ਕਿ ਭਾਈ ਅਲਟੀਮੇਟਲੀ ਤਾਂ ਉਹ ਵੀ ਸਫਰ ਹੈ। ਪਰ ਅਸੀਂ ਕਿਉਂਕਿ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ ਕਿ ਭਾਈ ਇਹ ਇਸ ਕਾਇਨਾਤ ਦੇ ਵਿੱਚ ਰੱਬ ਵਸਦਾ ਹੈ, ਤੇ ਇਹਦੇ ਮਸਲੇ ਵੀ ਜਿਹੜੇ ਨੇ ਉਹ ਵਿਚਾਰਨੇ ਉਸ ਰੱਬ ਦੇ ਰਸਤੇ ਤੇ ਤੁਰਨ ਵਾਂਗ ਹੀ ਹੈ ਜੇ ਅਸੀਂ ਸੱਚ ਹੱਕ ਇਨਸਾਫ ਦਾ ਪੱਲਾ ਫੜਦੇ। ਤੇ ਭਗਤ ਤਰਲੋਚਨ ਜੀ ਦਾ ਇਹ ਸ਼ਬਦ, ਮਾਇਆ ਮੋਹ ਮਨ ਅਗਲੜਾ ਪ੍ਰਾਣੀ, ਜਰਾ ਮਰਨ ਭਉ ਵਿਸਰ ਗਿਆ, ਕੁਟੰਬ ਦੇਖ ਬਿਗਸੈ ਕਮਲਾ ਜੋ, ਪਰ ਕਰ ਜੋ ਹੈ ਕਪਟ ਨਰਾ, ਦੂੜਾ ਆਇਓ ਜਮੈ ਤਨਾ, ਤਿਨ ਆਗਲੜੈ ਮੈਂ ਰਹਿਣ ਨ ਜਾਏ, ਕੋਈ ਕੋਈ ਸਾਜਨ ਆਏ ਕਹੇ, ਮਿਲ ਮੇਰੇ ਬੀਠਲਾ ਲੈ ਬਾੜੀ ਵਲਾਏ, ਮਿਲ ਮੇਰੇ ਰਮਈਆ ਮੈਂ ਲੈ ਛਡਾਏ ਰਹਾਓ। ਭਗਤ ਤਰਲੋਚਨ ਜੀ ਦਾ ਸੰਬੰਧ ਮਹਾਰਾਸ਼ਟਰ ਅੱਜ ਦੇ ਨਾਲ ਹੈ। ਉਹਨਾਂ ਜ਼ਮਾਨਿਆਂ 'ਚ ਸੌਰਾਸ਼ਟਰ ਮੁਲਕ ਕਹਿੰਦੇ ਸੀ, ਇਹ ਸਾਰਾ ਮਹਾਰਾਸ਼ਟਰ, ਗੁਜਰਾਤ, ਇਹ ਸਾਰਾ ਉਹਦਾ ਹਿੱਸਾ ਹੀ ਸੀ। ਔਰ ਉਹਨਾਂ ਦੀ ਬਾਣੀ ਦੇ ਵਿੱਚ ਮਰਾਠੀ ਲਫ਼ਜ਼ ਵੀ ਨੇ। ਔਰ ਜਿਵੇਂ ਇੱਕ ਲਫ਼ਜ਼ ਜਿਹੜਾ ਖਾਸ ਤੌਰ ਤੇ ਭਗਤ ਨਾਮਦੇਵ ਜੀ ਨੇ ਵੀ ਰੱਬ ਦੇ ਲਈ ਇਸਤੇਮਾਲ ਕੀਤਾ, ਭਗਤ ਤਰਲੋਚਨ ਜੀ ਨੇ ਵੀ ਕੀਤਾ, ਬੀਠਲਾ। ਹੁਣ ਬੀਠਲਾ ਉਹਦੀ ਕਹਾਣੀ ਹੈ ਕਿ ਜੀ ਵਿਸ਼ਨੂੰ ਕਿਤੇ ਆਏ ਭਗਤ ਕੋਲ, ਔਰ ਉਹਨਾਂ ਕੋਲ ਕੋਈ ਥਾਂ ਹੀ ਨਹੀਂ ਸੀ ਕਿ ਉਹਨਾਂ ਨੂੰ ਕਿਸੇ ਉੱਚੀ ਥਾਂ ਤੇ ਬਿਠਾਉਂਦੇ। ਇੱਕ ਇੱਟ ਪਈ ਸੀ, ਉਹ ਇੱਟ ਦਿੱਤੀ, ਉਹ ਇਸ ਇੱਟ ਤੇ ਬੈਠ ਗਏ। ਔਰ ਮਰਾਠੀ ਦੇ ਵਿੱਚ ਇੱਟ ਦੇ ਉੱਤੇ ਬੈਠਣ ਵਾਲਾ ਬੀਠਲ ਜਿਹੜਾ ਇਹ ਰੱਬ ਦਾ। ਔਰ ਇਸ ਗੱਲ ਦਾ ਧਿਆਨ ਰਹੇ, ਭਾਵੇਂ ਕੁਛ ਲਫ਼ਜ਼ਾਂ ਦੀ ਬਿਗਨਿੰਗ ਜਾਂ ਲਫ਼ਜ਼ਾਂ ਦੀਆਂ ਜੜ੍ਹਾਂ ਉਹ ਉਸ ਕਿਸਮ ਦੇ ਜਿਹੜਾ ਸਾਕਾਰ ਗੁਣ ਵਾਲੇ ਜਿਹੜੇ ਉਹਨਾਂ ਦੇ ਅਵਤਾਰ ਨੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ, ਪਰ ਅਲਟੀਮੇਟਲੀ ਗੁਰਬਾਣੀ ਦੇ ਵਿੱਚ ਇਹਨਾਂ ਸਭ ਨੂੰ ਰੱਬ ਦੇ ਸੂਚਕ, ਰੱਬ ਵਾਚਕ ਲਫ਼ਜ਼ਾਂ ਦੇ ਵਿੱਚ ਵਰਤਿਆ ਗਿਆ। ਔਰ ਜੇ ਅਸੀਂ ਰਹਾਉ ਦੀ ਤੁਕ ਦੇਖੀਏ ਤੇ ਯਾਦ ਦਹਾਨੀ ਇਹੀ ਹੈ ਕਿ ਵੀ ਜਦੋਂ ਜਮਰਾਜ ਮੌਤ ਆਉਂਦੀ ਹੈ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇਹ ਮਮ ਸਰ ਮੂਏ ਅਜ਼ਰਾਇਲ ਗ੍ਰਿਫਤੇ ਦਿਲ ਹੇਚ ਨਾਦਾਨੀ, ਕਿ ਮੇਰੇ ਸਿਰ ਦੇ ਵਾਲ ਮੌਤ ਦੇ ਫਰਿਸ਼ਤੇ ਅਜ਼ਰਾਇਲ ਨੇ ਫੜੇ ਹੋਏ ਨੇ। ਸੋ ਜਿਹਨੂੰ ਸੈਮੈਟਿਕ ਧਰਮਾਂ ਦੇ ਵਿੱਚ ਮੌਤ ਦਾ ਦੇਵਤਾ ਫਰਿਸ਼ਤਾ ਇਜ਼ਰਾਈਲ ਹੈ, ਪੂਰਬ ਦੀਆਂ ਟ੍ਰੈਡੀਸ਼ਨਸ ਦੇ ਵਿੱਚ ਉਹ ਜਮਰਾਜ ਹੈ ਜਿਸ ਨੇ ਜਮਦੂਤ ਭੇਜਿਆ। ਯਮਰਾਜ ਹਿਸਾਬ ਕਰਦਾ, ਯਮ ਮੌਤ ਦਾ ਇੰਜਲ ਹੈ, ਤੇ ਜਿਹੜੇ ਲੈਣ ਆਉਂਦੇ ਨੇ ਉਹ ਜਮਦੂਤ ਆਉਂਦੇ ਨੇ ਔਰ ਲੈ ਜਾਂਦੇ ਨੇ। ਔਰ ਇਹ ਹੈ ਕਿ ਦੂੜਾ ਆਇਓ ਜਮੈ ਤਨਾ, ਕਿ ਜਮਦੂਤ ਭੱਜੇ ਆ ਰਹੇ ਨੇ, ਤਿੰਨ ਅਗਲੜੇ ਮੈਂ ਰਹਿਣ ਨਾ ਜਾ, ਉਹਨਾਂ ਸਾਹਮਣੇ ਮੈਂ ਖਲੋ ਨਹੀਂ ਸਕਦਾ। ਇਹ ਕੋਈ ਸੱਜਣ ਹੈ ਜਿਹੜਾ ਮੈਨੂੰ ਇਹ ਗੱਲ ਸਮਝਾਉਂਦਾ ਹੈ ਕਿ ਵੀ ਅਲਟੀਮੇਟਲੀ ਮੌਤ ਰਿਐਲਿਟੀ ਹੈ, ਔਰ ਜਦੋਂ ਉਹਨੇ ਆਉਣੀ ਹੈ ਉਹਦੇ ਸਾਹਮਣੇ ਕਿਸੇ ਨੇ ਖਲੋ ਨਹੀਂ ਸਕਣਾ। ਮਿਲ ਮੇਰੇ ਬੀਠਲਾ ਲੈ ਬਾੜੀ ਵਲਾਏ, ਕਿ ਹੇ ਮੇਰੇ ਬੀਠਲ, ਹੇ ਮੇਰੇ ਵਾਹਿਗੁਰੂ, ਬਾਹਾਂ ਪਸਾਰ ਕੇ
ਮੈਨੂੰ ਤੂੰ ਆਪਣੇ ਨਾਲ ਜੋੜ ਲੈ, ਮਿਲ ਮੇਰੇ ਰਮਈਆ ਮੈਂ ਲਏ ਛਡਾਏ, ਮੈਨੂੰ ਇਸ ਮੌਤ ਦੇ ਡਰ ਤੋਂ ਆਜ਼ਾਦ ਕਰ ਹੀ ਮੇਰੇ ਰਾਮਈਆ ਸੋਹਣੇ ਰਮੇ ਹੋਏ ਵਾਹਿਗੁਰੂ ਮੈਨੂੰ ਜਿਹੜਾ ਕਰ। ਔਰ ਸ਼ੁਰੂਆਤ ਸੀ ਮਾਇਆ ਮੋਹ ਮਨ ਆਗਲੜਾ ਪ੍ਰਾਣੀ ਜਰਾ ਮਰਨ ਭਾਉ ਵਿਸਰ ਗਿਆ, ਕਿ ਮਾਇਆ ਦੇ ਮੋਹ ਦੇ ਵਿੱਚ ਪ੍ਰਾਣੀ ਦਾ ਮਨ ਇਵੇਂ ਫਸਿਆ ਹੋਇਆ ਹੈ ਕਿ ਉਸ ਨੂੰ ਜਰਾ ਬੁਢਾਪੇ ਨੂੰ ਕਹਿੰਦੇ ਨੇ, ਮਰਨ ਮੌਤ ਨੂੰ ਕਹਿੰਦੇ ਨੇ, ਕਿ ਬੁਢਾਪਾ ਔਰ ਮੌਤ ਦਾ ਡਰ ਇਹ ਭੁੱਲਿਆ ਹੋਇਆ ਹੈ। ਕੁਟੰਬ ਦੇਖ ਬਿਗਸੈ ਕਮਲਾ ਜੋ, ਕੁਟੰਬ ਟੱਬਰ, ਕਿ ਜੀ ਵੱਡਾ ਘਰ ਹੈ, ਵੱਡਾ ਟੱਬਰ ਹੈ, ਮੇਰੇ ਮੁੰਡੇ ਇਹ, ਮੇਰੀਆਂ ਧੀਆਂ ਇਹ, ਮੇਰਾ ਫਲਾਣਾ ਇਹ, ਮੇਰਾ ਢਿਮਕਾ ਇਹ, ਕਿ ਜਿਵੇਂ ਕਮਲ ਦਾ ਫੁੱਲ ਵਿਗਸਦਾ ਹੈ ਇਵੇਂ ਟੱਬਰ ਦੀਆਂ ਤਰੱਕੀਆਂ ਜਾਂ ਦੌਲਤਾਂ ਦੇਖ ਕੇ ਜਿਹੜਾ ਹੈ ਉਹ ਬਹੁਤ ਖੁਸ਼ ਹੋ ਰਿਹਾ ਹੁੰਦਾ ਬੰਦਾ। ਕੁਟੰਬ ਦੇਖ ਬਿਗਸੈ ਕਮਲਾ ਜੋ, ਪਰ ਘਰ ਜੋ ਹੈ ਕਪਟ ਨਾਰਾ, ਤੇ ਦੂਜਿਆਂ ਦੇ ਘਰਾਂ 'ਚ ਵੀ ਝਾਤੀਆਂ ਮਾਰਦਾ, ਦੂਸਰਿਆਂ ਦੇ ਮਾਮਲਿਆਂ 'ਚ ਵੀ ਦਖਲ ਅੰਦਾਜ਼ੀ ਕਰਦਾ, ਇੰਨਾ ਆਫਰਿਆ ਹੋਇਆ ਉਹਨੂੰ ਇਹ ਭੁੱਲ ਜਾਂਦਾ ਹੈ ਕਿ ਦੂੜਾ ਆਇਓ ਜਮੈ ਤਨਾ, ਕਿ ਭਜਦੇ ਜਮਦੂਤ ਨੇ ਆਣਾ, ਉਹਦੇ ਸਾਹਮਣੇ ਮੈਂ ਟਿਕ ਨਹੀਂ ਸਕਣਾ। ਫਿਰ ਇਹ ਅਨਕ ਅਨਕ ਭੋਗ ਰਾਜ ਬਿਸਰੇ ਪ੍ਰਾਣੀ, ਸੰਸਾਰ ਸਾਗਰ ਪੈ ਅਮਰ ਪਿਆ, ਮਾਇਆ ਮੂਠਾ ਚੇਤਸ ਨਾਹੀ ਜਨਮ ਗਵਾਇਓ ਆਲਸੀਆ, ਕਿ ਭਾਈ ਇਨੇ ਆਨੰਦ ਭੋਗ ਰੋਜ਼ਾਨਾ ਦੁਨੀਆ ਦੇ ਜ਼ਿੰਦਗੀ ਦੇ ਭੋਗ ਭੋਗ ਕੇ ਪ੍ਰਾਣੀ ਨੂੰ ਇਹ ਭੁੱਲ ਜਾਂਦਾ, ਉਹ ਸਮਝਦਾ ਮੈਂ ਅਮਰ ਹੈ, ਮੈਂ ਨਹੀਂ ਮਰਨਾ ਹੈ, ਬਾਕੀ ਮਰ ਰਹੇ ਨੇ। ਜਿਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਇਹ ਇੱਕ ਵੱਡਾ ਸਰਪ੍ਰਾਈਜ਼ ਐਲੀਮੈਂਟ ਹੈ ਕਿ ਭਾਈ ਇੱਕ ਪਾਸੇ ਇੱਕ ਜਾ ਰਿਹਾ ਹੈ ਤੇ ਦੂਸਰਾ ਇਹ ਸਮਝਦਾ ਹੈ ਕਿ ਵੀ ਮੈਂ ਨਹੀਂ ਜਾਣਾ। ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਲੋਕ ਅਕਸਰ ਅਸੀਂ ਦੁਹਰਾਉਂਦੇ ਹਾਂ ਕਿ ਭਾਈ ਇਹ ਹੈ ਜੇ ਦੁਨੀਆ ਦੇ ਵਿੱਚ ਦੇਖਣਾ ਕਿ ਇੱਕ ਜਾ ਰਿਹਾ, ਦੂਜਾ ਸਮਝਦਾ ਮੈਂ ਨਹੀਂ ਜਾਣਾ। ਸੋ ਉਹਨਾਂ ਨੇ ਕਿਹਾ ਭਗਤ ਜੀ ਨੇ ਕਿ ਬਈ ਸੰਸਾਰ ਸਾਗਰ ਪੈ ਅਮਰ ਪਿਆ, ਮਾਇਆ ਮੂਠਾ ਚੇਤਸ ਨਾਹੀ ਜਨਮ ਗਵਾਇਓ ਆਲਸੀਆ, ਕਿ ਮਾਇਆ ਦੇ ਮੋਹ ਦੇ ਵਿੱਚ ਮੁੱਠਿਆ ਹੋਇਆ ਫਸਿਆ ਹੋਇਆ ਉਸ ਨੂੰ ਜਿਹੜਾ ਉਹ ਪਤਾ ਹੀ ਨਹੀਂ ਹੈ ਕਿ ਉਹਦਾ ਜਨਮ ਆਲਸ ਦੇ ਵਿੱਚ ਜਾ, ਪੈਸੇ ਕਮਾਉਣ ਨੂੰ ਤਾਂ ਨਹੀਂ ਆਲਸ ਕਰਦਾ, ਉਹ ਤਾਂ ਦੌੜ ਦੌੜ ਕੇ ਹਿਸਾਬ ਰੱਖਦਾ ਕਿਹਦੇ ਤੋਂ ਲੈਣੇ ਨੇ, ਕਿਹਦੇ ਨੂੰ ਦੇਣ ਵਾਲੇ ਭੁੱਲੇ ਹੋਣ ਭਾਵੇਂ ਲੈਣ ਵਾਲੇ ਨਹੀਂ ਭੁੱਲਦਾ ਹੈ, ਉਦੋਂ ਆਲਸੀ ਨਹੀਂ ਹੈ। ਜਦੋਂ ਆਲਸੀ ਕਿਹਾ ਮਾਇਆ ਦੀ ਗਫਲਤ ਦੇ ਵਿੱਚ, ਇਸ ਦੇ ਵਿੱਚ ਕਿ ਭਾਈ ਮੈਂ ਅਮਰ ਹੈ, ਮੈਂ ਸ਼ਾਇਦ ਨਹੀਂ ਮਰਨਾ। ਬਿਖਮ ਘੋਰ ਪੰਥ ਚਾਲਣਾ ਪ੍ਰਾਣੀ, ਰਵ ਸਸ ਤੈ ਨਾ ਪ੍ਰਵੇਸੰ, ਮਾਇਆ ਮੋਹ ਤਾਂ ਵਿਸਰ ਗਿਆ ਜਾਂ ਤਜੀਰੇ ਸੰਸਾਰ। ਇਹ ਹਰ ਸੈਮਿਟਿਕ ਧਰਮਾਂ 'ਚ ਵੀ ਆਰੀਅਨ ਧਰਮਾਂ 'ਚ ਵੀ ਇਹ ਮੌਤ ਤੋਂ ਬਾਅਦ ਦਾ ਜਿਹੜਾ ਰਸਤਾ ਹੈ ਉਸ ਬਾਰੇ ਹੈ ਕਿ ਭਾਈ ਬੜਾ ਘੋਰ ਬਿਖਮ ਡਰਾਵਣਾ ਰਸਤਾ ਹੁੰਦਾ ਹੈ। ਉੱਥੇ ਨਾ ਸੂਰਜ ਦੀ ਰੋਸ਼ਨੀ ਹੁੰਦੀ ਹੈ, ਨਾ ਚੰਦਰਮਾ ਦਾ ਚਾਨਣ ਹੁੰਦਾ ਹੈ, ਕਿ ਬਿਖਮ ਘੋਰ ਪੰਥ ਚਾਲਣਾ ਪ੍ਰਾਣੀ, ਪੰਥ ਰਸਤੇ ਨੂੰ ਕਹਿੰਦੇ ਨੇ, ਕਿ ਮੌਤ ਤੋਂ ਬਾਅਦ ਜਿਹੜਾ ਬੜਾ ਬਿਖੜੇ ਪੈਂਡੇ ਤੇ ਹੋਣਾ, ਉੱਥੇ ਸੂਰਜ ਔਰ ਚੰਦਰਮਾ ਦਾਖਲ ਹੀ ਨਹੀਂ ਹੋ ਸਕਦੇ। ਉਦੋਂ ਤੈਨੂੰ ਮਾਇਆ ਮੋਹ ਤਾਂ ਵਿਸਰ ਗਿਆ ਜਾਂ ਤਜੀਲੇ ਸੰਸਾਰ, ਜਦੋਂ ਸੰਸਾਰੋਂ ਚਲੇ ਗਏ ਫਿਰ ਸਮਝ ਆ ਜਾਣੀ ਹੈ ਕਿ ਮਾਇਆ ਦਾ ਮੋਹ ਬੇਕਾਰ ਸੀ। ਆਜ ਮੇਰਾ ਮਨ ਪ੍ਰਗਟ ਪਿਆ ਹੈ, ਪੀਖੀਏ ਲੈ ਧਰਮ ਰਾਓ, ਤਹਿ ਕਰ ਦਲ ਕਰਨ ਮਹਾਬਲੀ, ਤਿਨ ਆਗਲੜੇ ਮੈਂ ਰਹਿਣ ਨਾ ਜਾਏ। ਅੱਜ ਮੈਨੂੰ ਇਹ ਸਮਝ ਆਈ, ਰੱਬ ਦੇ ਬੰਦਿਆਂ ਨੇ ਸਮਝਾਇਆ, ਜਦੋਂ ਮੈਨੂੰ ਇਹ ਸਮਝ ਆਈ ਕਿ ਭਾਈ ਮੌਤ ਦਾ ਇਹ ਦੇਵਤਾ ਇੰਨਾ ਮਹਾਬਲੀ ਹੈ ਕਿ ਉਹਦੇ ਸਾਹਮਣੇ ਮੇਰੀ ਭਲਵਾਨੀ ਕੋਈ ਨਹੀਂ ਚੱਲਣੀ, ਉਹਨੇ ਮੈਨੂੰ ਢਾ ਲੈਣਾ, ਉਹਨੇ ਮੈਨੂੰ ਲੈ ਜਾਣਾ। ਔਰ ਇਹ ਜੇ ਕੋ ਮੂੰਹ ਉਪਦੇਸ਼ ਕਰਤ ਹੈ ਤਾਂ ਵਣ ਤ੍ਰਿਣ ਰਤੜਾ ਨਾਰਾਇਣਾ, ਐ ਜੀ ਤੂੰ ਆਪੇ ਸਭ ਕੁਝ ਜਾਣਦਾ, ਬਦਤ ਤਰਲੋਚਨ ਰਾਬਈ ਹੈ। ਕਿ ਤਰਲੋਚਨ ਇਹ ਬਿਆਨ ਕਰ ਰਿਹਾ ਹੈ, ਬਦਤ ਹੈ ਆਪਣੇ ਸੋਹਣੇ ਵਾਹਿਗੁਰੂ ਵੱਲ ਇਸ਼ਾਰਾ ਕਰਕੇ, ਕਿ ਜੇ ਮੈਨੂੰ ਤੂੰ ਇਹ ਉਪਦੇਸ਼ ਕਰੇ, ਕੋਈ ਮੈਨੂੰ ਇਹ ਸਮਝਾ ਦੇ ਗੱਲ ਕਿ ਭਾਈ ਉਹ ਵਾਹਿਗੁਰੂ ਜਿਹੜਾ ਹੈ ਵਣ ਤ੍ਰਿਣ ਰਤੜਾ ਨਾਰਾਇਣ, ਉਹ ਨਾਰਾਇਣ ਇਹ ਹਰ ਵਣ ਦੇ ਵਿੱਚ, ਤ੍ਰਿਣ ਦੇ ਵਿੱਚ, ਘਾਹ ਦੇ ਵਿੱਚ, ਜੰਗਲ ਦੇ ਵਿੱਚ, ਹਰ ਥਾਂ ਉਹ ਵਸਿਆ ਹੋਇਆ ਹੈ। ਇਹ ਹੇ ਵਾਹਿਗੁਰੂ ਤੂੰ ਆਪੇ ਹੀ ਸਭ ਕੁਝ ਜਾਣਦਾ ਹੈ, ਪਰ ਮੈਨੂੰ ਇਹ ਗੱਲ ਸਮਝਾ ਦੇ ਕਿ ਵੀ ਉਹ ਹਰ ਥਾਂ ਰਵਿਆ ਹੋਇਆ ਹੈ, ਤੇ ਮੈਂ ਆਪਣੇ ਆਲਸ ਨੂੰ ਛੱਡ ਕੇ ਜਿਹੜਾ ਮਾਇਆ ਦਾ ਮੋਹ ਔਰ ਇਸ ਸਾਰੀ ਦੁਨਿਆਵੀ ਦੌਲਤ ਦੇ ਹੰਕਾਰ ਦੇ ਵਿੱਚ ਜਾਂ ਉਸ ਦੌਲਤ ਦੀ ਨੀਂਦ ਦੇ ਵਿੱਚ ਜਾਂ ਮੋਹ ਦੇ ਵਿੱਚ ਫਸਿਆ, ਇਸ ਤੋਂ ਮੈਂ ਆਜ਼ਾਦ ਹੋਵਾਂ, ਲਿਬਰੇਟ ਹੋਵਾਂ। ਇਹ ਅੱਜ ਦਾ ਵਿਚਾਰ ਹੈ। ਸੋ ਵਿਊਅਰਸ, ਹੁਣ ਆਪਾਂ ਜਿਹੜੇ ਤੁਹਾਡੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਗਿਆਨੀ ਅਵਤਾਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ। ਬਲਜਿੰਦਰ ਸਿੰਘ ਜੀ ਵੈਰੀ ਗੁੱਡ ਕਹਿੰਦੇ ਨੇ। ਗੁਰਜੀਤ ਸਿੰਘ ਜੀ ਜੂਨ 84 ਮੀਡੀਆ ਜ਼ਿੰਦਾਬਾਦ ਕਹਿੰਦੇ ਨੇ। ਰਾਜਵਿੰਦਰ ਸਿੰਘ ਜੀ ਕਹਿੰਦੇ ਨੇ
ਔਰ ਬਲਜੀਤ ਵੜੈਚ ਜੀ ਫਤਿਹ ਬੁਲਾਉਂਦੇ ਨੇ। ਰਾਜਵਿੰਦਰ ਸਿੰਘ ਜੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਰਿਗਾਰਡਿੰਗ ਭਾਈ ਸਾਹਿਬ ਇਟਸ a good thing in a way people who still is on Indian side will understand the need of freedom। ਹਾਂ, ਤੁਸੀਂ ਬਿਲਕੁਲ ਠੀਕ ਫਰਮਾਇਆ ਰਾਜਵਿੰਦਰ ਸਿੰਘ ਜੀ। ਇਹੀ ਮਕਸਦ ਹੁੰਦਾ ਹੈ, ਸਾਨੂੰ ਤਾਂ ਕੋਈ ਭੁਲੇਖਾ ਨਹੀਂ ਹੈ, ਉਸ ਕਲਾਸ ਨੂੰ ਹੀ ਰੈਫਰ ਕਰਨ ਲਈ ਹੁੰਦਾ ਹੈ ਕਿ ਦੇਖ ਲਓ ਜਮਹੂਰੀਅਤ ਦਾ ਸਵਾਦ। ਔਰ ਸਤਨਾਮ ਔਜਲਾ ਜੀ ਫਤਿਹ ਬੁਲਾਉਂਦੇ। ਕੋਲ ਸ਼ਰਨਜੀਤ ਕਹਿੰਦੇ ਨੇ ਕਾਸ਼ ਦਿਲਾਵਰ ਫੇਰ ਆ ਜਾਵੇ। ਔਰ ਸ਼ਰਾਬ ਸਿੰਘ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਅੱਜ 29 ਅਗਸਤ ਹੈ, 31 ਅਗਸਤ ਨੂੰ ਸ਼ਹੀਦ ਭਾਈ ਦਿਲਾਵਰ ਸਿੰਘ ਹੋਰਾਂ ਦਾ ਸ਼ਹੀਦੀ ਦਿਨ ਹੈ ਜੀ। ਅਸੀਂ ਕੱਲ ਦੇ ਪ੍ਰੋਗਰਾਮ 'ਚ ਗੱਲਬਾਤ ਕਰਾਂਗੇ ਉਹਨਾਂ ਬਾਰੇ ਜੀ। ਔਰ ਸ਼ਰਾਬ ਸਿੰਘ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਕਹਿੰਦੇ ਨੇ ਤੁਸੀਂ ਵੀ ਹਿਸਟਰੀ ਆਫ ਖਾਲਿਸਤਾਨ ਤੇ ਇੱਕ ਕਿਤਾਬ ਲਿਖੋ ਜੀ। ਔਰ ਸ਼ਰਾਬ ਸਿੰਘ ਜੀ ਸ਼ੁਕਰੀਆ, ਪਰ ਇਹ ਪੜ੍ਹਨੀ ਕਿਨੇ ਹੈ? ਹੁਣ ਤਾਂ ਅਸੀਂ ਕਿਉਂਕਿ ਬਹੁਤੇ ਸੁਣਨ ਦੇਖਣ ਦੇ ਸ਼ੌਕੀਨ ਹੀ ਰਹਿ ਗਏ ਨੇ, ਇਸ ਲਈ ਅਸੀਂ ਇਹ ਸਾਰੇ ਨੂੰ ਕਰਦੇ ਹਾਂ। ਇਹ ਪੜ੍ਹਾਉਣਾ ਸਿੱਖਾਂ ਨੂੰ ਸੌਖਾ ਨਹੀਂ ਹੈ। ਬਿਲਕੁਲ। ਸੁਖਵਿੰਦਰ ਸਿੰਘ ਜੀ ਕਹਿੰਦੇ ਨਰਿੰਦਰਜੀਤ ਸਿੰਘ ਜੀ ਹਾਂਜੀ ਉਹਨਾਂ ਫਤਿਹ ਬੁਲਾਉਂਦੇ। ਖਾਲਸਾ ਜ਼ਿੰਦਾਬਾਦ। ਨਰਿੰਦਰ ਸਿੰਘ ਜੀ ਵੀ ਕਹਿੰਦੇ ਜੂਨ 84 ਵੀਰ ਜੀ ਗੁਰਫਤਿਹ ਪ੍ਰਵਾਨ ਕਰੋ ਜੀ। ਔਰ ਇਸੇ ਤਰ੍ਹਾਂ ਸੁਖਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਜੂਨ 84 ਅੱਖੀ ਦੇਖੇ ਮਜ਼ਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਨਰਿੰਦਰਜੀਤ ਸਿੰਘ ਜੀ ਪੰਜਾਬ ਹਾਲ ਖਾਲਿਸਤਾਨ ਵੋਟ ਫॉर ਖਾਲਿਸਤਾਨ ਰਸ਼ਦ ਮੁਨੱਵਰ ਜੀ ਕਹਿੰਦੇ ਡਾਕਟਰ ਸਾਹਿਬ you have a deep knowledge of history and current affairs, God bless you। और बहुत बहुत शुक्रिया भाईजान। गुलाम नजाम जी कहते हैं कि फ्री कश्मीर एंड खालिस्तान। परमजीत सिंह जी बलविंदर सिंह जी पंजाब ते पंजाबी ने हर एक मसले का हल है। आज़ादी खालिस्तान जिंदाबाद। रशद मुनव्वर जी कहते राज करेगा खालसा बाय द ग्रेस ऑफ अलमाइटी गॉड। और बलविंदर सिंह जी भी फतेह बुलाते ने। और गुरजीत सिंह जी भी फतेह। रशद मुनव्वर जी कहते मुस्लिम सिख एंड क्रिश्चियन शुड जनरली डोनेट टू TV84 प्लीज। और बहुत बहुत शुक्रिया अपील दे लई। हाँ जी। लाडी सिंह जी भी थैंक्स कहते ने। फिर इस तरह सतनाम सिंह जी बलविंदर सिंह जी जसकीरत सिंह जी सुरमुख मुंद्रा जी परमिंदर मोटिवेशन फॉर पीस एंड लव जी फतेह बुलाने सारे। और बाबा अमरीका जी भी सारे वीर भैन लाइक करो जी और जरूर आया करो कहते इस मीडिया ते। ओंकार सिंह जी खालसा जिंदाबाद। शराब सिंह जी फतेह बुलाते ने। बलवीर सिंह टवाना जी भी और कुलदीप कौर जी भी बसरा जी भी अवतार सिंह जी जतिंदर सिंह जी SF हीर जी एक ने सलाम डॉक्टर अंकल ते सिस नीलम कौर जी। डॉक्टर साहब पाकिस्तान च बलोचिस्तान च इन्ने मुसलमाना दियां शहादतां होईयां हले दहशतगर्दी च पता नहीं की कुछ कहना चाहते ने। ਇਹ ਇੰਡੀਆ ਦਾ ਕੰਮ ਹੈ। ਰਾਹ ਦਾ ਤੁਸੀਂ ਜੇ ਸੈਗਮੈਂਟ ਨੂੰ ਸੁਣਿਆ ਤੇ ਅਸੀਂ ਬੜਾ ਕਲੀਅਰਲੀ ਹਾਂਜੀ। ਮੋਹਨ ਬੋਇਲ ਜੀ ਵੀ ਖਾਲਸਾ ਜ਼ਿੰਦਾਬਾਦ। ਅਮਰਜੀਤ ਸਾਨੀ ਜੀ ਫਤਿਹ। ਜਸਵੀਰ ਸਿੰਘ ਬਰਾੜ ਜੀ ਫਤਿਹ। ਹਾਂਜੀ। ਫਿਰ ਸੰਦਲਜੀਤ ਸਿੰਘ ਜੀ ਪਾਲ ਸਿੰਘ ਗਰੇਵਾਲ बाबा अमरीका और इसी तरह रंधावा और पंजाब सिंह सुखजीवन बच्चू। फिर इसी तरह इंद्रजीत सिंह संधू दविंदर संधू सोनमैल जी धर्म सिंह जी एंड देश पंजाब 1849 सब सानू लास्ट ਦੇ ਵਿੱਚ ਬਲਹਾਰ ਸਿੰਘ ਕੰਗ ਆਏ ਨੇ, ਉਹਨਾਂ ਨੇ ਵੀ ਫਤਿਹ ਬੁਲਾਈ। ਹਾਂਜੀ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁਕਤਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਖਵਾਵਾਂਗੇ। ਸੋ ਇਸ ਦੇ ਨਾਲ ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।